ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी गुरमुखो, आवाज बिल्कुल साफ आ रही है जी। हाँ जी वाहिगुरू जी, बिल्कुल साफ आवाज आप जी दी। ਭੈਣ ਜੀ ਰਘਬੀਰ ਕੌਰ ਕੱਲ ਦੇ ਲਾਈਨ 'ਚ ਲੱਗੇ ਹੋਏ ਆ, ਉਹਨਾਂ ਦਾ ਲਾਸਟ ਕੁਐਸਚਨ ਕਰਨਾ ਸੀਗਾ ਉਹਨਾਂ ਨੇ। ਲਾਸਟ ਨਹੀਂ, ਮਤਲਬ ਉਹਨਾਂ ਨੇ ਸ਼ੁਰੂ ਕਰਨਾ ਸੀਗਾ। ਭੈਣ ਜੀ ਤੁਸੀਂ ਸੁਣਦੇ ਆ, ਪਲੀਜ਼ ਅਨਮਿਊਟ ਕਰਕੇ ਸ਼ੁਰੂ ਕਰ ਸਕਦੇ ਆ। ਭੈਣ ਜੀ ਰਘਬੀਰ ਕੌਰ ਆਸਟ੍ਰੇਲੀਆ, ਤੁਸੀਂ ਅਨਮਿਊਟ ਕਰ ਸਕਦੇ, ਕੁਐਸਚਨ ਕਰਨਾ ਤਾਂ ਕਰੋ ਭੈਣ ਜੀ, ਨਹੀਂ ਤਾਂ ਅਗਲੇ ਗੁਰਮੁਖ ਕੋਈ ਵੀ ਕਰ ਸਕਦੇ ਆ। ਜਿੰਨਾ ਚਿਰ ਨਹੀਂ ਕਰਦੇ, ਕੱਲ ਸਾਡੇ ਇੱਥੇ ਹੈਗੇ ਭਾਈ ਮਨਮੋਹਨ ਸਿੰਘ, ਉਹਨਾਂ ਦਾ ਕੁਐਸਚਨ ਸੀਗਾ ਭੈਣ ਜੀ ਕਿ ਅਸੀਂ ਜਦੋਂ ਅੰਮ੍ਰਿਤ ਵੇਲੇ ਆ ਜਾਂਦੇ ਆ, ਆਪਣਾ ਗੁਰਦੁਆਰਾ ਸਾਹਿਬ ਸਾਡੇ ਕੋਲੇ ਆਉਂਦੇ 3 ਵਜੇ, ਤੇ ਉਸ ਦਿਨ ਦਿਨੇ ਮੁੜ ਕੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਤੇ ਉਹਨਾਂ ਨੂੰ ਪਰੇਸ਼ਾਨੀ ਹੈਗੀ ਹੈ ਇਸ ਚੀਜ਼ ਦੀ। ਉਹ ਕਹਿੰਦੇ ਅਸੀਂ ਕੀ ਕਰੀਏ ਇਹਦੇ ਬਾਰੇ। ਦਿਨੇ ਕਹਿੰਦੇ ਬਿਲਕੁਲ ਨੀਂਦ ਨਹੀਂ ਆਉਂਦੀ, ਫਿਰ ਸਾਡੇ ਲੱਗਦਾ ਵੀ ਦਿਮਾਗ ਨੂੰ ਥੋੜਾ ਅਸਰ ਪੈਂਦਾ ਤੇ ਦਿਨੇ ਸਾਨੂੰ ਨੀਂਦ ਨਹੀਂ ਆ ਰਹੀ ਤੇ ਅੰਮ੍ਰਿਤ ਵੇਲੇ ਹੀ ਨੀਂਦ ਆਉਂਦੀ ਆ। ਉਹ ਕੀ ਕਰਨ ਜੀ, ਇਹਦੇ ਬਾਰੇ ਦੱਸੋ ਜੀ। ਵਾਹਿਗੁਰੂ ਉਹਨਾਂ ਨੂੰ ਤੁਸੀਂ ਸਾਡੇ ਵੱਲੋਂ ਬੇਨਤੀ ਕਰਿਓ ਕਿ ਸਾਡਾ ਨੰਬਰ ਉਹਨਾਂ ਨੂੰ ਦੇ ਦਿਓ, ਅਸੀਂ ਇਹ ਵਿਚਾਰ ਉਹਨਾਂ ਤੋਂ ਵੀਡੀਓ ਕਾਲ ਦੇ ਰਾਹੀਂ ਉਹਨਾਂ ਨੂੰ ਦ੍ਰਿਸ਼ਟੀ ਦੇ ਰਾਹੀਂ ਸਮਝਾ ਦੇਂਗੇ। ਠੀਕ ਹੈ ਜੀ, ਧੰਨਵਾਦ ਜੀ। ਜੀ ਵਾਹਿਗੁਰੂ। ਹਾਂਜੀ ਗੁਰਮੁਖੋ ਕਰੋ। ਕੋਈ ਨਹੀਂ, ਅਸੀਂ ਸਟਾਰਟਿੰਗ ਤੋਂ ਲੱਗਦੇ ਹਾਂ, ਫਿਰ ਅਸੀਂ ਇਕੱਲਾ ਗੌਰ ਕਰਾਂਗੇ। ਠੀਕ ਹੈ ਜੀ, ਜਿਨ੍ਹਾਂ ਦੇ ਕੋਈ ਕੁਐਸਚਨ ਨਹੀਂ ਤਾਂ ਨੰਬਰ 1 ਤੇ ਅਲਫਾਬਾਈਟ ਆਪਣੇ ਡਾਕਟਰ ਚੀਮਾ ਸਾਹਿਬ, ਤੁਸੀਂ ਕਰੋ ਜੀ, ਕੀ ਕੁਐਸਚਨ ਹੈਗਾ ਤੁਹਾਡਾ। ਅਸੀਂ ਇਕੱਲੇ ਨੂੰ ਪੁੱਛ ਲੈਣਾ ਸਾਰਿਆਂ ਨੂੰ, ਨਹੀਂ ਤਾਂ ਫਿਰ ਭੈਣ ਜੀ ਨੂੰ ਕਥਾ ਤੇ ਲਾ ਦਿਆਂਗੇ। ਅਸੀਂ ਫਿਰ ਇੱਕ ਦਿਨ ਹੀ ਰੱਖਿਆ ਕਰਾਂਗੇ ਕੁਐਸਚਨ ਆਨਸਰ ਦਾ। ਦਿਨੇ ਸਾਨੂੰ ਫੋਨ ਆਉਂਦੇ ਆ, ਅੱਜ ਵੀ ਫੀਡਬੈਕ ਆਈ 2 ਗੁਰਮੁਖਾਂ ਦੀ ਕਿ ਆਹ ਜਿਹੜੇ ਕੁਐਸਚਨ ਸੀ ਤਾਂ ਸਾਡੇ ਵਾਸਤੇ ਬੜੇ ਲਾਭਦੇ ਸੀ, ਤਾਂ ਮੇਰੇ ਨਾਲ ਸੰਬੰਧ ਰੱਖਦੇ ਸੀ, ਮੈਨੂੰ ਉਹਨਾਂ 'ਚੋਂ ਆਨਸਰ ਮਿਲ ਗਿਆ। ਦੂਜੀ ਬੀਬੀ ਦਾ ਫੋਨ ਆਇਆ, ਕਹਿੰਦੇ ਜੀ ਮੈਨੂੰ ਇਹਦੇ 'ਚੋਂ ਆਨਸਰ ਮਿਲ ਗਿਆ। ਸੋ ਬੇਨਤੀ ਆ ਵੀ ਸਿੱਧੇ ਹੀ ਆਪਾਂ ਗੁਰਮੁਖਾਂ ਨਾਲ ਕੁਐਸਚਨ ਆਨਸਰ ਕਰ ਸਕਦੇ ਹਾਂ। ਔਰ ਕੋਈ ਸ਼ਾਹੀ ਕੋਈ ਇਹ ਬਾਬਾ ਥੋੜ੍ਹਾ ਹੈਗੇ ਆ, ਮੈਂ ਤੁਹਾਨੂੰ ਬੱਚੀ ਕਹਿੰਦਾ ਹੁੰਦਾ, ਅਜੇ ਵੀ ਵਿਚਾਰੇ 23-24 ਸਾਲ ਦੇ ਹੈਗੇ ਆ ਤੇ ਬੱਚਿਆਂ ਵਰਗੇ ਹੈਗੇ ਆਪਣੇ, ਤੇ ਕੋਈ ਵੀ ਪੁੱਛ ਸਕਦੇ ਆ ਆਪਣੇ ਆਪ। ਆਪਾਂ ਅਸੀਂ ਇੱਕ ਫੈਮਿਲੀ ਮੈਂਬਰ ਹਾਂ, ਫੈਮਿਲੀ ਆ, ਪਰਿਵਾਰ ਹਾਂ ਅਸੀਂ ਇੱਕ। ਇਹਦੇ 'ਚ ਸ਼ਰਮਾਉਣ ਵਾਲੀ ਕੋਈ ਗੱਲ ਨਹੀਂ, ਨਾ ਦੱਸਣ ਵਾਲੀ ਲੁਕਾਉਣ ਵਾਲੀ ਕੋਈ ਗੱਲ ਨਹੀਂ, ਕਿਉਂਕਿ ਅਸੀਂ ਕਿਹੜਾ ਕੋਈ ਘਰੇਲੂ ਗੱਲਾਂ ਕਰਨੀਆਂ, ਤ੍ਰਿਗੁਣਾਂ ਦੀਆਂ ਗੱਲਾਂ ਕਰਨੀਆਂ। ਅਸੀਂ ਤਾਂ ਤ੍ਰਿਗੁਣਾਂ ਤੋਂ ਨਿਕਲਣ ਦੀਆਂ ਬੇਨਤੀਆਂ ਕਰਨੀਆਂ ਅਕਾਲ ਪੁਰਖ ਨੂੰ ਤੇ ਉਹਨਾਂ ਦੇ ਗੁਰਮੁਖਾਂ ਨੂੰ, ਤੇ ਸੰਗਤ ਦੇ ਸਾਹਮਣੇ ਆਪਾਂ ਪੁੱਛਣਾ ਦੱਸਣਾ ਹੈਗਾ। ਤੇ ਤੁਸੀਂ ਪੁੱਛੋਗੇ ਹੋਰ ਵੀ ਗੁਰਮੁਖਾਂ ਨੂੰ ਲਾਭ ਮਿਲ ਜੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਚੀਮਾ ਤੋਂ ਬਾਅਦ ਹੈਗੇ ਜੀ ਸਿੰਘ, ਉਹਨਾਂ ਤੋਂ ਬਾਅਦ ਹੈਗੇ ਆ ਗੁਲਪ੍ਰੀਤ ਕੌਰ ਜੀ, ਅੱਗੇ ਹਰਜੀਤ ਕੌਰ ਜੀ ਆ ਗਏ ਆ ਲਾਈਨ ਤੇ। ਚਲੋ ਠੀਕ ਆ ਜੀ ਭੈਣ ਜੀ, ਕਰੋ ਕੁਐਸਚਨ। ਨਹੀਂ, ਉਹ ਮਿਊਟ ਕਰਕੇ ਸ਼ਾਇਦ ਉਦਾਂ ਹੀ ਆ ਗਿਆ। ਉਸ ਤੋਂ ਅੱਗੇ ਜੀ ਹਰਿੰਦਰ ਸਿੰਘ ਕੰਦਾ। ਹਾਂਜੀ ਹਰਜੀਤ ਕੌਰ ਜੀ ਫੇਰ ਆ ਗਏ ਆ, ਉਹਨਾਂ ਦੇ ਨੰਬਰ ਵੀ ਆ ਗਿਆ। ਹਾਂਜੀ ਭੈਣ ਜੀ, ਕੁਐਸਚਨ ਹੈ ਤੁਹਾਡਾ ਕੋਈ? ਹਾਂਜੀ ਕਰੋ, ਕਿਰਪਾ ਬੋਲੋ ਜੀ, ਦੱਸੋ ਗੁਰਮੁਖਾਂ ਨੂੰ। ਹਾਂਜੀ ਵਾਹਿਗੁਰੂ ਜੀ, ਜਿੱਦਾਂ ਕੱਲ ਕੁਐਸਚਨਾਂ ਚੋਂ ਹੀ ਮੇਰਾ ਵੀ ਕੁਐਸਚਨ ਨਿਕਲ ਆਇਆ ਕਿ ਮੈਨੂੰ ਨਾ, ਜਿੱਦਾਂ ਸੰਗਤ ਹੋਰ ਕਹਿ ਰਹੀ ਸੀ ਕਿ ਉਹਨਾਂ ਨੂੰ ਠੰਡ ਬਹੁਤ ਲੱਗਦੀ ਆ ਤੇ ਮੈਨੂੰ ਗਰਮੀ ਬਹੁਤ ਲੱਗਦੀ ਆ। ਮੈਡੀਕੇਸ਼ਨ ਹੋਰ ਹੈ ਕੋਈ? ਹਾਂਜੀ ਜੀ 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 ਵਾਹਿਗੁਰੂ ਜੀ। ਹਾਂਜੀ, ਜਿੱਦਾਂ ਪੈਰਾਂ ਵਿੱਚੋਂ ਰਾਤ ਨੂੰ ਇੰਨਾ ਸੇਕ ਆਉਂਦਾ ਆ ਲੱਤਾਂ ਪੈਰਾਂ 'ਚੋਂ ਕਿ ਮੈਨੂੰ ਕਈ ਵਾਰੀ ਪਾਣੀ 'ਚ ਮੈਂ ਰਾਤ ਨੂੰ ਪੈਰ ਰੱਖਦੀ। ਸਾਡੇ ਇੱਥੇ ਹੁਣ ਆਸਟ੍ਰੇਲੀਆ 'ਚ ਇੰਨੀ ਠੰਡ ਵੀ ਆ ਕਿ ਮੈਨੂੰ ਬਹੁਤ ਗਰਮੀ ਲੱਗਦੀ ਆ, ਕਿ ਮੈਨੂੰ ਆਪਣੇ ਸਰੀਰ ਤੋਂ ਕਈ ਵਾਰੀ ਅਸਹਿ
ਹੋਣ ਤੋਂ ਵੱਧ ਹੋ ਜਾਂਦਾ ਆ। ਜਾਂ ਕੱਲ ਕੁਛ ਮੈਂ ਤਾਂ ਡਾਕਟਰ ਨਾਲ ਅਪੁਆਇੰਟਮੈਂਟ ਲੈ ਲਈ ਤੇ ਉਹਨੇ ਮੇਰੇ ਕੁਛ ਬਲੱਡ ਟੈਸਟ ਵੀ ਕਰਨ ਨੂੰ ਕਹੇ ਆ, ਪਰ ਮੈਂ ਕੱਲ ਜਦ ਗੁਰਮੁਖਾਂ ਦੇ ਸਵਾਲ ਜਵਾਬ ਸੁਣੇ ਤਾਂ ਫਿਰ ਮੇਰੇ ਮਨ 'ਚ ਵਿਚਾਰ ਆਇਆ ਕਿ ਇੱਕ ਗੁਰਮੁਖ ਦੱਸ ਰਹੇ ਸੀ ਕਿ ਉਹਨਾਂ ਨਾਲ ਵੀ ਏਦਾਂ ਹੁੰਦਾ ਸੀ ਕਿ ਉਹਨਾਂ ਨੂੰ ਬਹੁਤ ਗਰਮੀ ਆਉਂਦੀ ਸੀ। ਫਿਰ ਮੇਰੇ ਮਨ 'ਚ ਵਿਚਾਰ ਆਇਆ ਕਿ ਮੈਂ ਵੀ ਤੁਹਾਡੇ ਪੁੱਛਾਂ ਕਿ ਇਹਦਾ ਕੀ ਹੱਲ ਹੋ ਸਕਦਾ। ਜੀ 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 ਵਾਹਿਗੁਰੂ। ਹਾਂਜੀ ਗੁਰਮੁਖੋ, ਜਿਵੇਂ ਗੁਰਬਾਣੀ ਗੁਰੂ ਦੇ ਰਾਹੀਂ ਸਾਨੂੰ ਸੋਝੀ ਦੀ ਗਈ ਹੈ, ਸਾਡੀ ਖੱਬੀ ਔਰ ਸੱਜੀ ਅੱਖ ਨੂੰ ਚੰਦ ਸੂਰਜ ਦੇ ਨਾਮ ਦੇ ਰਾਹੀਂ ਦਰਸਾਇਆ ਗਿਆ ਹੈ। ਆਪਣੀ ਬੋਡੀ ਦੇ ਵਿੱਚ ਜੋ ਬ੍ਰਹਮੰਡ ਦੇ ਵਿੱਚ ਸਾਰਾ ਕੁਝ ਹੈ, ਉਹ ਆਪਣੀ ਬੋਡੀ ਦੇ ਵਿੱਚ ਵੀ ਮਾਲਿਕ ਨੇ ਪਾਇਆ ਹੋਇਆ ਹੈ। ਤੇ ਜੋ ਆਪਣੇ ਮਨ ਦੇ ਵਿੱਚ ਸੌਰੀ ਆਪਣੀ ਬੋਡੀ ਦੇ ਵਿੱਚ ਜੋ ਇੱਕ ਪਾਵਰ ਰੱਖੀ ਹੋਈ ਹੈ, ਜਿਹਨੂੰ ਆਪਾਂ ਲੋਕ ਦੀ ਭਾਸ਼ਾ ਦੇ ਵਿੱਚ ਮਨ ਕਹਿ ਦਿੰਦੇ ਹਾਂ, ਉਹਦਾ ਰਾਜ ਹੈ ਇਹ ਬੋਡੀ ਤੋਂ। ਉਹ ਮਰਜ਼ੀ ਚਾਹੇ ਕੰਮ ਲੈ ਸਕਦਾ ਹੈ ਇਸ ਤੋਂ। ਆਪਾਂ ਕੰਮ ਲੈਣਾ ਸਿੱਖ ਗਏ ਦ੍ਰਿਸ਼ਟਮਾਨ ਰੂਪ ਦੇ ਵਿੱਚ, ਲੇਕਿਨ ਸੁਖਮ ਦੇ ਵਿੱਚ ਆਪਾਂ ਨੂੰ ਸੋਝੀ ਨਹੀਂ ਹੈਗੀ। ਸੁਖਮ ਦੇ ਵਿੱਚ ਬਹੁਤ ਅਨਮੋਲ ਖਜ਼ਾਨਾ ਅੰਦਰ ਹੈ। ਚਾਹੇ ਕਿਸੇ ਵੀ ਤਰੀਕੇ ਤੇ ਆਪਣੀ ਲਾਈਫ ਨੂੰ ਜੀ ਸਕਦਾ ਹੈ, ਅਗਰ ਉਹ ਨੋਰਮਲ ਰਹਿਣਾ ਚਾਹੁੰਦਾ ਹੈ। ਅਗਰ ਉਹ ਜਿਵੇਂ ਕਿ ਸਾਨੂੰ ਲੈਫਟ ਔਰ ਰਾਈਟ ਦੀ ਬਾਰੇ ਚ ਬਤਾਇਆ ਜਾਂਦਾ ਹੈ, ਖੱਬੀ ਅੱਖ ਨੂੰ ਸੱਜੀ ਅੱਖ ਨੂੰ ਇਸ ਤਰੀਕੇ ਤੇ ਸੂਰਜ ਤੇ ਚੰਦੇ ਦਾ ਨਾਮ ਦਿਆ ਗਿਆ ਹੈ। ਉਸ ਤੋਂ ਪਹਿਲਾ ਪੁਆਇੰਟ ਗੁਰਮੁਖੋ ਅਸੀਂ ਕਲੀਅਰ ਕਰਾਂਗੇ ਵਾਹਿਗੁਰੂ, ਕਿ ਜੋ ਸਾਨੂੰ ਸੋਝੀ ਗੁਰਮੁਖਾਂ ਦੇ ਰਾਹੀਂ ਦੀ ਜਾਂਦੀ ਹੈ ਕਿ ਪਾਉਣ ਨੂੰ ਸਮ ਕਰਨਾ ਹੈ। ਜੋ ਆਪਾਂ ਤ੍ਰੈ ਗੁਣਾ ਦੇ ਵਿੱਚ ਵਿਚਰ ਕੇ ਜੋ ਸਾਡੀ ਵਰਤੀ ਹੈ ਸਵਾਸਾਂ ਦੀ, ਉਹ ਬਹੁਤ ਹੀ ਜ਼ਿਆਦਾ ਘਟੀ ਬੜੀ ਹੋਈ ਚੱਲ ਰਹੀ ਹੈ। ਜਿਸ ਕਰਕੇ ਕਿ ਜਾਂ ਤਾਂ ਨੋਰਮਲੀ ਦ੍ਰਿਸ਼ਟਮਾਨ ਤੌਰ ਤੇ ਅਸੀਂ ਦੇਖਦੇ ਹਾਂ ਕਿ ਕਿਸੇ ਨੂੰ ਕਾਫੀ ਗੁੱਸਾ ਆ ਜਾਂਦਾ ਹੈ ਨਾ। ਕੋਈ ਬੰਦਾ ਕੰਮਕਾਜ ਤੋਂ ਹੀ ਰੱਜਿਆ ਰਹਿੰਦਾ, ਮਤਲਬ ਉਹਨੂੰ ਕੰਮਕਾਜ ਹੀ ਚਾਹੀਏ। ਕੋਈ ਰਜੋਗੁਣ ਤੇ ਜਾਂਦਾ ਹੈ ਜ਼ਿਆਦਾ, ਉਹਦੀ ਸੁਰਤੀ ਰਜੋਗੁਣ ਤੇ ਜ਼ਿਆਦਾ ਕੰਮ ਕਰਦੀ ਹੈ, ਜੈਸੇ ਸੰਸਾਰ ਦੇ ਵਿੱਚ ਆਉਂਦੀ ਹੈ। ਕਿਸੇ ਦੀ ਤਮੋ ਗੁਣ ਤੇ ਜ਼ਿਆਦਾ ਕੰਮ ਕਰਦੀ ਹੈ। ਬਹੁਤ ਘੱਟ ਬੰਦੇ ਹੈ ਅੱਜ ਦੇ ਦੇਖਦੇ ਹੋਏ ਅੱਜ ਸੰਸਾਰ ਦੇ ਵਿੱਚ ਜੋ ਸਤੋ ਗੁਣੀ ਹਟ ਤੋਂ ਵਿਚਰ ਰਹੇ ਹੈ। ਰਜੋ ਤੇ ਤਮੋ ਹੀ ਜ਼ਿਆਦਾ ਬੜਾ ਹੋਇਆ ਹੈ। ਹੁਣ ਜੋ ਗੁਰਮੁਖ ਬੰਦੇ ਗੁਰਮਤ ਦੇ ਰਾਹੀਂ ਸਿੱਖ ਰਹੇ ਹੈ, ਉਹ ਸਤੋਗੁਣੀ ਹਟ ਤੋਂ ਵਿਚਰਨ ਦੇ ਲਈ ਸੋਝੀ ਲੈ ਰਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ। ਸਤੋਗੁਣੀ ਹਟ ਹੈ ਜਿਹਦੇ ਵਿੱਚ ਦਇਆ ਦੇ ਵਿੱਚ ਰਹਿਣਾ, ਸਹਿਨਸ਼ੀਲਤਾ ਦੇ ਵਿੱਚ ਰਹਿਣਾ। ਉਸ ਤੋਂ ਅਗਲੀ ਜੋ ਪੌੜੀ ਆਂਦੀ ਹੈ, ਉਹ ਕਹਿੰਦੇ ਗੁਰਬਾਣੀ ਦੇ ਹਿੱਤ ਸਾਨੂੰ ਸੋਝੀ ਦੇ ਗਈ ਹੈ, ਧਰਮ ਕੀ ਪੌੜੀ ਸੰਤ ਕਾ ਮਾਰਗ ਧਰਮ ਕੀ ਪੌੜੀ ਕਉ ਵਡਭਾਗੀ ਪਾਵੇ। ਉਹਦੇ ਵਿੱਚ ਵਿਚਰਨ ਜਦ ਅਸੀਂ ਆਪਾਂ ਵਿਚਰਨਾ ਸਿੱਖ ਜਾਏਂਗੇ, ਉਸ ਤੋਂ ਬਾਅਦ ਆਪਾਂ ਕਦਮ ਰੱਖਦੇ ਹਾਂ ਚੌਥੇ ਪਦ ਦੇ ਵਿੱਚ। ਸਾਡੀ ਸੁਰਤੀ ਸਤੋ ਗੁਣੀ ਹਟ ਦੇ ਵਿੱਚ ਆਉਂਦੀ ਹੈ। ਸਿਮਰਨ ਕਰ ਕਰਕੇ ਉਹ ਸਭ ਤੋਂ ਪਹਿਲਾਂ ਦ੍ਰਿਸ਼ਟਮਾਨ ਦੇ ਵਿੱਚ ਸਤੋ ਗੁਣੀ ਹਟ ਤੇ ਵਿਚਰਨਾ ਹੁੰਦਾ ਹੈ, ਤਾਂ ਕਿ ਸਾਨੂੰ ਰਜੋ ਔਰ ਤਮੋ ਵਾਲੇ ਵਿਚਾਰ ਤੰਗ ਨਾ ਕਰੇ। ਅਸੀਂ ਇਹਨੂੰ ਵਿਚਾਰ ਨੂੰ ਡੀਪਲੀ ਖੋਲ ਰਹੇ ਹਾਂ ਇਸ ਕਰਕੇ ਕਿ ਤਾਂ ਕਿ ਔਰ ਗੁਰਮੁਖਾਂ ਨੂੰ ਵੀ ਇਹਦਾ ਲਾਹਾ ਮਿਲ ਸਕੇ ਕਿ ਜੋ ਚੰਦ ਸੂਰਜ ਹੈ ਉਹਨਾਂ ਦਾ ਜੋ ਬੈਲੈਂਸ ਵਿਗੜਾ ਹੋਇਆ ਹੈ, ਉਹਨਾਂ ਤੋਂ ਪਹਿਲੇ ਸਾਡੀ ਸਵਾਸਾਂ ਦਾ ਬੈਲੈਂਸ ਵਿਗੜਾ ਹੋਇਆ ਹੈ। तो इस करके जब ਅਸੀਂ ਆਪਣੀ ਸਵਾਸਾਂ ਦਾ ਬੈਲੈਂਸ ਸਮ ਕਰਾਂਗੇ ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜਾ ਕੇ, ਉਸ ਤੋਂ ਬਾਅਦ ਸਾਡੇ ਚੰਦ ਸੂਰਜ ਸਮ ਹੋਣੇ ਹੈ। ਉਹਨਾਂ ਦਾ ਵੀ ਬੈਲੈਂਸ ਕभी ਸਾਡੀ ਸੁਰਤੀ ਸੱਜੇ ਪਾਸੇ ਹੋ ਜਾਂਦੀ ਹੈ, ਕभी ਖੱਬੇ ਪਾਸੇ ਹੋ ਜਾਂਦੀ ਹੈ ਸਵਾਸਾਂ ਦੇ ਵਿੱਚ। ਇਸੀ ਤਰੀਕੇ ਦੇ ਕभी ਸਾਡੀ ਸੁਰਤੀ ਉੱਪਰੀ ਚੌਥੇ ਪਦ ਦੇ ਵਿੱਚ ਜਾ ਕੇ ਵੀ ਕभी ਖੱਬੇ ਪਾਸੇ ਹੋ ਜਾਂਦੀ ਹੈ, ਕभी ਸੱਜੇ ਪਾਸੇ। ਜੋ ਸੂਰਜ ਵਾਲਾ ਪਾਸਾ ਹੈ ਉਹਦੇ ਵਿੱਚ ਗਰਮੈਸ਼ बढ़ ਜਾਊਗੀ ਜब ਉੱਧਰ ਸੁਰਤੀ ਵਿਚਰੂਗੀ। ਹੁਣ ਆਪਾਂ ਨੂੰ ਕੈਸੇ ਪਤਾ ਲੱਗਦਾ ਕਿ ਸੱਜੇ ਪਾਸੇ ਹੈ ਜਾਂ ਖੱਬੇ ਪਾਸੇ ਹੈ? ਜਿਸ ਤਰੀਕੇ ਤੇ ਸਾਨੂੰ ਤ੍ਰੈ ਗੁਣਾ ਦੇ ਵਿਚਾਰਾਂ ਦੇ ਵਿੱਚ ਵਿਚਰਦੇ ਹੋਏ ਆਪਣੇ ਆਪ ਪਤਾ ਲੱਗਦਾ ਕਿ ਅਸੀਂ ਕੌਣ ਸੇ ਕੰਮਾਂ ਤੋਂ ਵਿਚਰ ਰਹੇ ਹਾਂ। ਅਗਰ ਸਾਨੂੰ ਕ੍ਰੋਧ ਆ ਰਿਹਾ ਹੈ ਤੇ ਸਾਡੀ ਸੁਰਤੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤਮੋ ਗੁਣ ਤੇ ਵਿਚਰ ਰਹੀ ਹੈ। ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੋਝੀ ਦੇ ਦੀ। ਉਸ ਤੋਂ ਬਾਅਦ ਆਸਾ ਵਿਲਾਸਾ ਤ੍ਰਿਸ਼ਨਾਰਥ ਚਾਰੇ ਦੇ ਜੋ ਕੰਮ ਹੈ ਉਹਨਾਂ ਦੇ ਵਿੱਚ ਜ਼ਿਆਦਾ ਮਤਲਬ ਕੰਮ ਕਰ ਰਹੀ ਹੈ ਤੇ ਅਸੀਂ ਰਜੋਗੁਣ ਤੇ ਵਿਚਰ ਰਹੇ ਹਾਂ, ਸਾਨੂੰ ਸੋਝੀ ਦੇ ਦੀ। ਅਗਰ ਅਸੀਂ ਸਹਿਨਸ਼ੀਲਤਾ ਦੇ ਵਿੱਚ ਹੈ ਔਰ ਤੇ ਅਸੀਂ ਸਤੋਗੁਣੀ ਹਟ ਤੋਂ ਸਹਿਜ ਦੇ ਵਿੱਚ ਵਿਚਰਨਾ ਸਿੱਖ ਰਹੇ ਹਾਂ, ਸਹਿਜ ਦੇ ਵਿੱਚ ਸਾਡੀ ਸੁਰਤੀ ਰਹਿ ਰਹੀ ਹੈ ਤੇ ਅਸੀਂ ਸਤੋਗੁਣੀ ਹਟ ਤੋਂ ਵਿਚਰ ਰਹੇ ਹਾਂ। ਉਹਨਾਂ ਨੇ ਸਾਨੂੰ ਪਹਿਚਾਨ ਬਤਾ ਦੀ ਕਿ ਪਹਿਚਾਨ ਕਰ ਲੈਣੀ ਹੈ ਕਿ ਤੁਸੀਂ ਕੌਣ ਸੇ ਲੈਵਲ ਤੋਂ ਬੈਠੇ ਹੋ। ਫਿਰ ਸਤੋਗੁਣੀ ਹਟ ਤੋਂ ਵਿਚਰਨ ਦੇ ਸਾਥ ਸਾਥ ਹੀ ਸਾਨੂੰ ਵਾਹਿਗੁਰੂ ਗੁਰਮੰਤਰ ਕਰਨਾ ਹੈ, ਜਿਸ ਤੇ ਕਿ ਅਸੀਂ ਚੌਥੇ ਪਦ ਦੇ ਵਿੱਚ ਸਾਡੀ ਸੁਰਤੀ ਚਲੀ ਜਾਵੇ। ਚੌਥੇ ਪਦ ਦੇ ਵਿੱਚ ਜਦ ਸਾਡੀ ਸੁਰਤੀ ਜਾਊਗੀ ਤੇ ਉੱਥੇ ਜਾ ਕੇ ਉਸ ਸਹਿਜ ਧੁਨ ਨੂੰ, ਉਸ ਮਾਲਿਕ ਦੇ ਮੁਖ ਦੀ ਆਵਾਜ਼ ਨੂੰ ਸੁਣੋ। ਉਸ ਤੋਂ ਬਾਅਦ ਸਾਨੂੰ ਇੱਕ ਧਿਆਨ ਦੀ ਅਵਸਥਾ ਜਨਾਈ ਜਾਂਦੀ ਹੈ, ਜਿਹਨੂੰ
ਗੁਰਬਾਣੀ ਗੁਰੂ ਦੇ ਵਿੱਚ ਸੋਝੀ ਦੀ ਗਈ, ਕਹਿੰਦੇ ਇੰਗਲਾ ਪਿੰਗਲਾ ਔਰ ਸੁਖਮਣਾ ਪੌਣੇ ਬੰਦ ਰਹਾਂਗੋ, ਚੰਦ ਸੂਰਜ ਦੋ ਸਮ ਕਰ ਰੱਖੋ, ਬ੍ਰਹਮ ਜੋਤ ਰਲ ਜਾਓਗੋ। ਉਹ ਮਾਲਿਕ ਦੇ ਵਿੱਚ ਅਭੇਦ ਹੋਣ ਵਾਲੀ ਵਿਧੀ ਹੈ, ਧਿਆਨ ਦੀ ਅਵਸਥਾ ਹੈ ਉਹ ਹੁਣ ਜਿਵੇਂ ਸਾਨੇ ਉਹਨੂੰ ਕੰਟਰੋਲ ਕਰਨਾ ਹੈ ਤੇ ਸਾਨੇ ਵਾਹਿਗੁਰੂ ਗੁਰਮੰਤਰ ਦੇ ਰਾਹੀਂ ਕਰਨਾ ਹੈ। ਬਾਕੀ ਆਪ ਜੀ ਜਬ ਨਾਮ ਤੱਕ ਪਹੁੰਚ ਜਾਓਗੇ, ਆਪ ਜੀ ਨਾਮ ਨੂੰ ਸੁਣੋਗੇ, ਸਪੇਸ ਦੇ ਵਿੱਚ ਮੱਥੇ ਦੇ ਬਲ ਅੱਗੇ ਅਹਿਸਾਸ ਕਰਦੇ ਹੋਇਆ ਨਾਮ ਨੂੰ ਸੁਣੋਗੇ ਤੇ ਆਪ ਜੀ ਤੇ ਕਿਰਪਾ ਬਣੀ ਰਹੂਗੀ। ਔਰ ਧਿਆਨ ਵਾਲੀ ਅਵਸਥਾ ਆਪ ਜੀ ਸਮਾਗਮ ਤੋਂ ਆਓਗੇ ਤੇ ਪੰਜ ਪਿਆਰਾ ਨੇ ਜਾਂ ਭਾਈ ਸਾਹਿਬ ਭਾਈ ਧਰਮਜੀਤ ਸਿੰਘ ਜੀ ਨੇ ਆਪ ਜੀ ਨੂੰ ਪੰਜ ਪਿਆਰਾ ਦੀ ਹਜ਼ੂਰੀ ਦੇ ਵਿੱਚ ਸੋਝੀ ਦੇਣੀ ਹੈ। ਜब आप जी पंज प्यारा दे अगे सन्मुख होगे, पास हो जाओगे, जो भी उन्होंने टेस्ट लाना है, उस तो बाद वो थानू ध्यान दी क्लास प्रपख कराएंगे और उहदे विच चंद सूरज नू सम करन दी विधि पंज प्यारे आप जी नू दसेंगे। ठीक है जी। तो इस करके हुण दे लई आपां दे लई या है कि आपां ने वाहिगुरु गुरु मंत्र नू दृढ़ करके अपनी श्वासां नू सम करके विचरना सीखना है और दिन दे समय दे विच कोशिश करनी है वाहिगुरु की घट दृष्टि करके हल्का जिहा अखां नू, जिवें कि आपां नींद दी अवस्था दे विच अपनी अखां हो जाणियां, जिवें आपां नू नींद आंदी है, आपां सहज जाना चाहते उस टाइम जे सानू अपनी अखां तां नहीं दिखनियां कैसियां हो जाणियां है, लेकिन किसी बच्चे नू देख लो, किसी नू देख लो, उहदी अखां दी जो डायरेक्शन है वो किस तरह की हो जाती है, उहदी अखां अंदर नू घूमनियां शुरू हो जाणियां उस टाइप तो एक जगह नू, और उहदी अखां दा जो इशारा हुंदा वो हल्का जिहा झुका होया हुंदा है। तो इस तरीके दे साने असी खोल के दसना है ताकि गुरमुखां नू कन्फ्यूजन हो जाता कि वाहिगुरु घट दृष्टि करके किवें विचरा। वाहिगुरु पलका वाली घट दृष्टि तो होनी चाहिए, अंदर दा जो लहजा है वो भी थोड़ा झुका होया होना चाहिए, जिवें कि आपां किसी नू प्यार तो देखने और अख भरी भरी सी हो जाती है, भारी भारी सी। इस तरीके दे साने ज्यादा तो ज्यादा समय अख नू घट करके ही विचरना है ते बाकी मालिक कृपा करेंगे या भी बैलेंस साड़ा बना ही रहूगा। ठीक है गुरमुखो। वाहिगुरु जी का खालसा, वाहिगुरु जी की फतेह। हाँ जी वाहिगुरु जी। अगले गुरमुख हैगे आ नंबर गुरप्रीत नहीं करना, भैन जी गुरविंदर कौर आ गए, हरिंदर सिंह कंडे का कोई क्वेश्चन नहीं, हरजीत कौर ने हरजीत कौर नंबर 2 उन्होंने का कोई क्वेश्चन है तो उदों के हारमी कौर आ गई, इन्होंने कल भी किया सीगा, जे कोई फिर भी हैगा तो कर सकते हैं। उदों के हरप्रीत सिद्धू, हाँ जी हरमी कौर क्वेश्चन है उन्होंने कोई करना। ठीक है भैन जी करो। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ, ਜਦੋਂ ਅਸੀਂ ਰਾਤ ਨੂੰ ਸੁੱਤੇ ਸੀ ਸਿਮਰਨ ਕਰਕੇ, ਇਹ 1:30-2 ਵਜੇ ਦਾ ਟਾਈਮ ਸੀਗਾ ਤੇ ਸਾਨੂੰ ਇੱਕਦਮ ਨਾ ਜਿੱਦਾਂ ਕੰਨ ਵਿੱਚ ਕਿਸੇ ਨੇ ਆਵਾਜ਼ ਮਾਰੀ ਹੋਈ ਨਾ, ਵਾਹਿਗੁਰੂ, ਹੌਲੀ ਜੀ, ਜਿੱਦਾਂ ਅਸੀਂ ਫੂਕ ਮਾਰ ਕੇ ਹੌਲੀ ਜੀ ਬੋਲਦੇ ਆ ਨਾ, ਉਸ ਤਰ੍ਹਾਂ ਉਠਾਇਆ ਤੇ ਜਿਸ ਤਰ੍ਹਾਂ ਕੜਾਹ ਪ੍ਰਸ਼ਾਦ ਦੀ ਸਮੈਲ ਦੇ ਨਾਲ ਆਪਾਂ ਉੱਠ ਗਏ। ਉੱਠ ਕੇ ਆਪਾਂ ਬੜਾ ਦੇਖਿਆ ਚਾਰੇ ਪਾਸੇ, ਕੋਈ ਵੀ ਨਹੀਂ, ਸਾਨੂੰ ਸਮਝ ਨਹੀਂ ਲੱਗੀ ਕਿ ਕੀ ਗੱਲ ਬਣੀ। ਹਾਂਜੀ ਵਾਹਿਗੁਰੂ, ਹਾਂਜੀ ਵਾਹਿਗੁਰੂ। ਜਿਵੇਂ ਸਾਨੂੰ ਸੋਝੀ ਦੀ ਜਾਂਦੀ ਹੈ, ਸਾਨੂੰ ਮਾਲਿਕ ਦੇ ਦਰ ਤੇ, ਜਿਵੇਂ ਕਿ ਆਪਾਂ ਦ੍ਰਿਸ਼ਟਮਾਨ ਦੇ ਵਿੱਚ ਦੇਖਦੇ ਹਾਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਨੂੰ ਵੀ ਔਰ ਵੀ ਜਿੱਥੇ ਵੀ ਧਾਰਮਿਕ ਸਥਾਨ ਹੁੰਦੇ ਉੱਥੇ ਸੁਗੰਧ ਲਗਾਈ ਜਾਂਦੀ ਹੈ ਨਾ। ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਜੋ लोग टेम्पल वगैरह दे विच लगाने हैं वो आपा नहीं लगाते, लेकिन परफ्यूम वगैरह ये खुशबू दी चीज आपा लगा देने हैं, लेकिन या एक दृष्टमान दे विच नहीं या सुखम दे विच भी सारा खेल हैगा। अपनी सुरती मत्थे दे अगले पासे जब जाती है उत्थे 10वें द्वार के ऊपर फिर उत्थे खुशबुआं है, तरह तरह दी खुशबुआं है, वो सुगंधा है, बिना किसी परफ्यूम के, बिना किसी मतलब दृष्टमान चीज तो बगैर ही असी मालिक दे घर की जो सुगंधा है, और भी बहुत सारिया सुगंधा है, बहुत जो साड़ी सुरती उतर ते लै सकती है जब मालिक दे घर दे विच जाओगी। और जो वाहिगुरु गुरु मंत्र की बात आप जी कर रहे हो, वो गुरमुखो कई बार मालिक भी बरत जाते हैं सानू जगान दे लई, और एक होंदा है कि सुन दे विच असी जो बहुत ज्यादा ही संगत अज के टाइम दे विच मालिक की कृपा हो रही है, गुरु मंत्र कर रहे हैं ते अपनी सुरती सुन दे विच होंदी है ते उत्थे भी वो वाहिगुरु गुरु मंत्र की आवाज सुन दे विच भी सुन लैंदी है। सुन दे विच सारा कुछ हाजिर हैगा,
ਅੱਜ ਦਾ ਹਾਜ਼ਰ ਨਹੀਂ ਹੈਗਾ ਹੁੰਦਾ ਫਿਲਹਾਲ, ਜਿਤਨਾ ਕੁਛ ਆਪਣਾ ਪਿਛਲਾ ਹੈ ਉਹ ਸਾਰਾ ਕੁਛ ਵੀ ਜਮਾ ਹੈ ਉਹਦੇ ਵਿੱਚ। ਜੋ ਆਪਾਂ ਡੇਲੀ ਦਾ ਕਰਦੇ ਹਾਂ ਉਹ ਵੀ ਆਪਾਂ ਪਾਉਣ ਦੇ ਰਾਹੀਂ ਸਵਾਸ ਅੰਦਰ ਲੈਣੇ ਔਰ ਹੱਥੀ ਛੁੱਟਦੇ ਹਾਂ, ਪਾਉਣ ਦੇ ਰਾਹੀਂ ਆਪਾਂ ਵਿਚਾਰ ਲੈਣੇ ਹਾਂ ਔਰ ਉਹ ਵਾਪਸ ਪਿੱਛੇ ਬਾਹਰ ਸਪੇਸ ਦੇ ਵਿੱਚ ਚਲਾ ਜਾਂਦਾ, ਜਿਹਨੂੰ ਆਪਾਂ ਕਹਿ ਦਿੰਦੇ ਲੇਖਾ ਜੋਖਾ। ਉਹ ਸਾਰਾ ਕੁਝ ਆਪਣਾ ਹੈ, ਹਾਜ਼ਰ ਹੈ, ਜਮਾ ਹੈ ਉਹ। ਤੇ ਇਸੀ ਤਰੀਕੇ ਤੇ ਜੋ ਆਪਾਂ ਨੂੰ ਸੋਝੀ ਦੀ ਗਈ ਹੈ ਕਿ ਵਾਹ ਗੁਰੂ ਕਰਕੇ ਸਾਨੇ ਬੇਗਮਪੁਰਾ ਸ਼ਹਿਰ ਇੱਥੇ ਜਮਾ ਕਰਨੇ ਹੁੰਦੇ ਸਵਾਸ, ਤੇ ਇੱਥੇ ਖਜ਼ਾਨਾ ਹੈ, ਇੱਥੇ ਜਮਾ ਕਰਨੇ ਹੁੰਦੇ। ਇੱਥੇ ਜੋ ਜਮਾ ਕਰੂਗਾ ਉਹਨੂੰ ਉਹ ਹੀ ਰਿਟਰਨ ਹੋਊਗਾ। ਜਿਵੇਂ ਕਿ ਕੋਈ ਤ੍ਰੈ ਗੁਣਾ ਦੇ ਵਿਚਾਰ ਕਰੂਗਾ ਤੇ ਉਹ ਰਾਤ ਨੂੰ ਸਹਿਜਤ ਜਾਊਗਾ ਤੇ ਉਹ ਉਹਨਾਂ ਦੇ ਵਿੱਚ ਹੀ ਗਿਰੂਗਾ, ਉਹਨੂੰ ਜਾ ਕੇ ਉਹ ਹੀ ਸਾਰੀਆਂ ਚੀਜ਼ਾਂ ਮਿਲਣੀਆਂ ਹੈ ਸੁਣ ਦੇ ਵਿੱਚ ਜਾ ਕੇ, ਉਹ ਭਵਸਾਗਰ ਚ ਹੀ ਖੇਲੂਗਾ। ਇਸੀ ਤਰੀਕੇ ਤੇ ਜੋ ਗੁਰਮਤ ਦੇ ਰਾਹੀਂ ਖੇਲेंगे ਉਹਨਾਂ ਨੂੰ ਸੁਣਨ ਦੇ ਵਿੱਚ, ਜਬ ਗੁਰਮਤ ਦਿਨ ਦੇ ਸਮੇਂ ਦੇ ਵਿੱਚ ਹਿਰਦੈ ਚ ਬਸਣੀ ਸ਼ੁਰੂ ਹੋ ਜਾਊਗੀ। ਤੇ ਜੇ ਅਗਰ ਉਹ ਸੁਣਨ ਚ ਵੀ ਜਾਗਦੇ ਹੈ ਤੇ ਉਹਨਾਂ ਨੂੰ ਉसी ਤਰੀਕੇ ਤੇ उधर वो अपना बिहेव उसी तरीके से रखेंगे जिस तरीके से वो दृष्टमान ਦੇ ਵਿੱਚ ਵਿਚਰਦੇ हैं या रियलिटी है। ਆਪਾਂ ਆਪਣੀ ਨਿੱਜੀ ਲਾਈਫ ਦੇ ਵਿੱਚ ਵੀ ਦੇਖ ਸਕਦੇ ਹਾਂ, ਜਿਨ੍ਹਾਂ ਸੰਬੰਧੀਆਂ ਤੋਂ ਆਪਣਾ ਬਿਹੇਵ ਬਣਾ ਹੋਇਆ ਹੈ, ਉਹ ਅਗਰ ਆਪਾਂ ਨੂੰ ਰਾਤ ਨੂੰ ਸੁਪਨੇ 'ਚ ਮਿਲਦੇ ਹੈ ਤੇ ਸਾਨੂੰ ਉਸ ਚੀਜ਼ ਦੀ ਹੀ ਸੋਝੀ ਰਹਿੰਦੀ ਹੈ। ਹਾਂਜੀ ਗੁਰੂ ਕੋ ਸੋਰੀ ਅਸੀਂ ਵਿਚਾਰ ਕਰ ਲੀजिए, ਕੋਈ ਬਾਹਰ ਤੋਂ ਸਾਨੂੰ ਆਵਾਜ਼ ਲਗਾ ਪਾ ਰਿਹਾ। ਇਸ ਚੀਜ਼ ਨੂੰ ਅਸੀਂ ਇਸ ਲਈ ਖੋਲ ਰਹੇ ਹਾਂ, ਦੇਖੋ ਵਾਹਿਗੁਰੂ ਦਿਨ ਦੇ ਸਮੇਂ ਦੇ ਵਿੱਚ ਜਿਨ ਲੋਕਾਂ ਦੇ ਸਾਥ, ਜਿਨ ਵੀ ਸਗੇ ਸੰਬੰਧੀਆਂ ਦੇ ਸਾਥ ਸਾਡੇ ਜਿਸ ਟਾਈਪ ਦੇ ਮਤਲਬ ਸੰਬੰਧ ਬਣੇ ਹੋਏ ਹੈ, ਜਿਸ ਟਾਈਪ ਦਾ ਅਸੀਂ ਉਹਨਾਂ ਦੇ ਸਾਥ ਬਿਹੇਵ ਕਰਦੇ ਹਾਂ ਉਹ ਸਾਡੇ ਸਾਥ ਕਰਦੇ हैं। ਅੱਜ ਦੀ ਬਾਤ ਕਰਦੇ ਹਾਂ ਅਸੀਂ ਹੁਣ ਦੀ, ਜੋ ਜਿਸ ਲੈਵਲ 'ਚ ਆਪਾਂ ਸਾਰੇ ਬੈਠੇ ਹਾਂ। ਗੁਰਮੁਖਾਂ ਦੇ ਸਾਥ ਇਹ ਨਹੀਂ ਹੁੰਦਾ, ਲੇਕਿਨ ਆਪਾਂ ਜੋ ਨੀਚੇ ਵਾਲਾ ਹੁਣ ਲੈਵਲ ਹੈ ਉਹਦੀ ਬਾਤ ਕਰਦੇ। ਤੇ ਅਗਰ ਉਹ ਰਾਤ ਨੂੰ ਆਪਾਂ ਨੂੰ ਸੁਪਨੇ 'ਚ ਮਿਲਦੇ ਵਾਹਿਗੁਰੂ ਆਪਾਂ ਨੂੰ ਉਸ ਜੋ ਆਪਣੇ ਹਿਰਦੇ 'ਚ ਵਸਾ ਹੋਇਆ ਆਪਾਂ ਉਹਨਾਂ ਦੇ ਸਾਥ ਵੈਸਾ ਹੀ ਬਿਹੇਵ ਕਰਦੇ। ਆਪਾਂ ਨੂੰ ਪਤਾ ਹੈ ਕਿ ਮੇਰੀ ਫਰੈਂਡ ਹੈ, ਇਹ वो है, ਕਿਉਂਕਿ ਜੋ ਸਾਨੇ ਉਹਨਾਂ ਦੇ ਪ੍ਰਤੀ ਹਿਰਦੇ 'ਚ ਵਸਾ ਰੱਖਾ ਹੈ ਨਾ, ਉਹਨਾਂ ਦੇ ਵਿੱਚ ਜਾਣੇ ਦੇ ਬਾਅਦ ਵੀ ਅਸੀਂ ਉਹਨਾਂ ਦੇ ਸਾਥ इसी तरीके से पेश आएंगे जैसे कि दृष्टमान चाहते हैं। आप कहेंगे भी अरे आ तो वो मिल गया, या तो वो है, ये वो गुरमुख मिल गए तो उन्होंने ਅਸੀਂ ਸਤਿਕਾਰ ਕरेंगे। या मतलब ਇੱਕ ਉਦਾਹਰਣ ਦੇ ਰਹੇ ਹਾਂ ਅਸੀਂ, ਕਹਿਣ ਤੋਂ ਭਾਵ ਹੈ ਜੋ ਦ੍ਰਿਸ਼ਟਮਾਨ ਦੇ ਵਿੱਚ ਅਸੀਂ ਕਮਾਏਂਗੇ ਉਹੀ ਸਾਨੂੰ ਅੱਗੇ ਮਿਲਦਾ ਹੈ। ਜਿਵੇਂ ਸਾਨੂੰ ਆ ਵਾਹਿਗੁਰੂ ਗੁਰਮੰਤਰ ਦੀ ਆਵਾਜ਼ ਜੋ ਆਉਂਦੀ ਹੈ ਇਹ ਸੁਨ ਮੰਡਲ ਤੋਂ ਵੀ ਆ ਜਾਂਦੀ ਹੈ। ਠੀਕ ਹੈ ਗੁਰਮੁਖੋ? ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਅੱਗੇ ਹਰਪ੍ਰੀਤ ਸਿੱਧੂ ਜੀ, ਉਸ ਤੋਂ ਅੱਗੇ ਭੈਣ ਜੀ ਜੰਗੀਰ ਕੌਰ ਜੀ। ਭੈਣ ਜੀ ਜੰਗੀਰ ਕੌਰ ਜੀ ਤੁਸੀਂ ਕੁਛ ਕੁਐਸਚਨ ਕਰੋ, ਤੁਸੀਂ ਸਾਨੂੰ ਪੁੱਛਦੇ ਹੁੰਦੇ ਕਈ ਵਾਰੀ, ਅਨਮਿਊਟ ਕਰਕੇ ਤੁਸੀਂ ਕਰੋ। ਇਹ ਕਹਿੰਦੇ ਜੀ ਚਿੜੀਆਂ ਹੀ ਬੋਲਦੀਆਂ, ਮੈਂ ਨਹੀਂ ਸੁਣਦੀ ਉਹਨਾਂ ਨੂੰ। ਕਾਫੀ ਚਿਰ ਪਹਿਲਾਂ ਦੀ ਗੱਲ ਆ, ਹੁਣ ਸੁਣਦੇ ਹੋਣਗੇ। ਤੇ ਜੇ ਭਾਈ ਸਾਹਿਬ ਵੀ ਹੈਗੇ ਤਾਂ ਉਹਨਾਂ ਨੂੰ ਵੀ ਤੁਸੀਂ ਅਨਮਿਊਟ ਕਰਕੇ ਉਹ ਵੀ ਕੋਈ ਕੁਐਸਚਨ ਕਰ ਸਕਦੇ ਆ। ਚਲੋ ਜਸਮੀਤ ਰੰਧਾਵਾ ਜੀ, ਜਸਵਿੰਦਰ ਕੌਰ ਜੀ, ਜਸਵਿੰਦਰ ਕੌਰ ਸੈਕੰਡ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਉਹਨਾਂ ਨੇ ਨਹੀਂ ਪੁੱਛਾ, ਲੇਕਿਨ ਅਸੀਂ ਇਸ ਵਿਚਾਰ ਨੂੰ ਖੋਲ ਦਿੰਦੇ ਹਾਂ ਜੋ ਉਹ ਆਪ ਜੀ ਦੇ ਸਾਥ ਵਿਚਾਰ ਕਰਦੇ ਹੈ ਕਿ ਇੱਕ ਚਿੜੀਆਂ ਜਿਹੀਆਂ ਬੋਲਦੇ ਆ, ਅਸੀਂ ਉਹਨਾਂ ਨੂੰ ਸੁਣਦੇ। ਹਾਂਜੀ ਹਾਂਜੀ ਖੋਲੋ ਜੀ, ਸੁਣਦੇ ਜ਼ਰੂਰ ਆ, ਥੋੜੇ ਜਿਹੇ ਟਰਾਈ ਕਰਕੇ ਵਿਚਾਰੇ ਸ਼ਾਇਦ ਨਹੀਂ ਆਏ। ਹਾਂਜੀ ਹਾਂਜੀ ਅਸੀਂ ਵਿਚਾਰ ਕਰਦੇ ਵਾਹਿਗੁਰੂ। ਉਹ ਆਪਾਂ ਚਿੜੀਆਂ ਜੀ ਆਵਾਜ਼ ਸੇਮ ਚਿੜੀਆਂ ਜੀ ਆਵਾਜ਼ ਨਹੀਂ ਹੁੰਦੀ, ਉਹ ਫਿਰ ਆਪਾਂ ਬਾਹਰ ਦ੍ਰਿਸ਼ਟਮਾਨ ਦੇ ਵਿੱਚ ਮੈਚ ਕਰ ਦਿੰਦੇ ਹਾਂ ਉਹਨੂੰ। ਉਹ ਥੋੜੀ ਡਿਫਰੈਂਟ ਆਵਾਜ਼ ਹੁੰਦੀ ਹੈ, ਚਿੜੀਆਂ ਜਿਹੀ ਨਹੀਂ ਹੁੰਦੀ, ਥੋੜੀ ਚੇਂਜ ਹੈ ਉਸ ਤੋਂ। ਲੇਕਿਨ ਆਪਾਂ ਉਹਨੂੰ ਬਤਾਉਣ ਦੇ ਲਈ ਲੋਕ ਦੇ ਵਿੱਚ ਆਪਾਂ ਕਿਸੇ ਨੇ ਸੇਮ ਆਵਾਜ਼ ਚੁਣਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਆਪਾਂ ਉਹਦੇ ਸਾਥ ਉਹਨੂੰ ਕਨੈਕਟ ਕਰਕੇ ਬਤਾ ਦਿੰਦੇ। ਉਹ ਥੋੜੀ ਡਿਫਰੈਂਟ ਹੈ ਲੇਕਿਨ ਹੈ ਇਹੋ ਜਿਹੀ ਕੁਝ, ਜਿਵੇਂ ਕਿ ਆਪਾਂ ਪੰਜਾਬੀ ਦੇ ਵਿੱਚ ਭਿੰਡੇ ਕਹਿੰਦੇ ਹਾਂ, ਇਸ ਟਾਈਪ ਦੀ ਆਵਾਜ਼ ਵੀ ਅੰਦਰ ਚਲਦੀ ਹੈ। ਉਹ ਕਾਫੀ ਤੇਜ਼ ਵੀ ਹੋ ਜਾਂਦੀ ਹੈ। ਅਗਰ ਇਸ ਤਰੀਕੇ ਦੀ ਆਵਾਜ਼ ਸੁਣਦੀ ਹੈ ਤੇ ਆਪ ਜੀ ਨੂੰ ਬੇਨਤੀ ਹੈ ਵਾਹਿਗੁਰੂ ਕਿ ਉਸ ਆਵਾਜ਼ ਨੂੰ ਸੁਣਿਆ ਕਰੋ। ਹੱਥ ਜੋੜ ਕੇ ਬੇਨਤੀ ਹੈ, ਉਹ ਮਾਲਿਕ ਦੀ ਬਹੁਤ ਬੜੀ ਕਿਰਪਾ ਹੈ, ਉਹਨੂੰ ਸੁਣਿਆ ਕਰੋ ਔਰ ਬਹੁਤ ਹੀ ਸਤਿਕਾਰਯੋਗ ਹੋ ਕੇ ਸੁਣਿਆ ਕਰੋ ਜੋ ਆਪ ਜੀ ਨੂੰ ਆਵਾਜ਼ ਕੰਨਾਂ ਦੇ ਵਿੱਚ ਸੁਣਦੀ ਆ। ਅਗਰ ਆਪ ਉਹਨੂੰ ਨਹੀਂ ਸੁਣਦੇ ਤੇ ਇਹ ਫਿਰ ਮਾਲਿਕ ਦੀ ਜੋ ਦਾਤ ਦੀ ਹੋਈ ਹੈ ਉਹ ਫਿਰ ਮੁੜ ਜਾਊਗੀ, ਕਿਉਂਕਿ ਜੋ ਉਹਨਾਂ ਦਾ ਨਿਰਾਦਰ ਕਰਦੇ ਹੈ ਉਹ ਉਹਨਾਂ ਦੇ ਪੱਲੇ ਨਹੀਂ ਦਾਤ ਪਾਉਂਦੇ। ਤੇ ਅਸੀਂ ਬੇਨਤੀ ਕਰਦੇ ਹਾਂ, ਜੇ ਤੁਹਾਨੂੰ ਧੁਰ ਦੇ ਲੇਖੇ ਦੇ ਅਨੁਸਾਰ ਜਾਂ ਫਿਰ
ਗੁਰਮੁਖਾਂ ਦੀ ਸੰਗਤ ਦੇ ਅਨੁਸਾਰ ਜਾਂ ਮਾਲਿਕ ਆਪ ਖੁਦ ਖੁਸ਼ ਹੋ ਕੇ ਇਹ ਦਾਤ ਵਰਤ ਰਹੇ हैं, परचून कमाई होने ਦੇ ਕਾਰਨ ਵੀ ਇਹ ਦਾਤ ਮਿਲ ਜਾਂਦੀ ਹੈ। ਆਪਾਂ ਜੀ ਇਸ ਜਨਮ ਦੀ ਭਗਤੀ ਨਾ ਹੋ, ਕਿਉਂਕਿ ਫੇਰ ਵੀ ਮਾਲਿਕ ਸਾਡੀ ਝੋਲੀ ਦੇ ਵਿੱਚ ਪਰਚੂਨ ਜੋ ਅਸੀਂ ਪੁਰਾਣੇ ਤੋਂ ਪੁਰਾਣੇ ਜਨਮਾਂ ਦੀ ਸਾਡੀ ਕਮਾਈ ਹੋਈ ਹੁੰਦੀ ਹੈ, ਤੇ ਉਹਦੇ ਰਾਹੀਂ ਸਾਨੂੰ ਨਾਮ ਦੀ ਦਾਤ, ਇਹ ਕਲਯੁਗ ਦੇ ਸਮੇਂ ਦੇ ਵਿੱਚ ਨਾਮ ਪ੍ਰਗਟ ਹੋਣਾ ਥਾ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਣੀ 'ਚ ਲਿਖਾ ਹੈ। ਤੇ ਇਸ ਕਰਕੇ ਜਿਨ੍ਹਾਂ ਦੇ ਵਿੱਚ ਜਾਂ ਨਾਮ ਪ੍ਰਗਟ ਹੋ ਰਿਹਾ ਹੈ, ਉਹ ਮਾਲਿਕ ਅਨਮੋਲ ਦਾਤ ਉਹਨਾਂ ਨੂੰ ਵਰਤ ਰਹੇ ਹੈ, ਤੇ ਅਸੀਂ ਹੱਥ ਬੰਦ ਕੇ ਬੇਨਤੀ ਕਰਦੇ ਹਾਂ ਉਹਦਾ ਸਤਿਕਾਰ ਕਰੋ। ਔਰ ਸਤਿਕਾਰ ਤੋਂ ਭਾਵ ਹੈ ਕਿ ਉਹਨੂੰ ਪਿਆਰ ਦੇ ਰਾਹੀਂ ਸੁਣੋ ਔਰ ਸੁਣ ਕੇ ਹਿਰਦੇ 'ਚ ਵਸਾਓ। ਉਹ ਹੀ ਇੱਕ ਨਾਮ ਜਹਾਜ਼ ਐਸਾ ਹੈ ਜਿਹਨੇ ਸਾਡੀ ਸੁਰਤੀ ਨੂੰ ਅਕਾਲ ਪੁਰਖ ਪਰਮਾਤਮਾ ਜੀ ਦੇ ਸਨਮੁਖ ਕਰਨਾ ਹੈ। ਬਾਕੀ ਕੋਈ ਕਹਿੰਦੇ ਜਹਾਂ ਮਾਤ ਪਿਤਾ ਸੁਤ ਮੀਤ ਨਾ ਭਾਈ, ਨਾਮ ਤੇਰੇ संग सहाय। नाम ने सारा खेड़ा इस काल को छड़ाना है, और वो नाम वो है। आप जी आवाज सुनते हो, सानू आप जी दस सकते हो, जिन्नी भी संगत अज बैठी हुई है, ਅਸੀਂ ਸਾਰਿਆਂ ਨੂੰ ਬੇਨਤੀ ਕਰਨੇ ਕਿ ਜੋ ਗੁਰਮੁਖ ਨਾਮ ਨੂੰ ਸੁਣਦੇ हैं, ਜੋ ਉਹ ਆਵਾਜ਼ ਨੂੰ ਸੁਣਦੇ, ਜੋ ਮੁਖ ਮਾਲਿਕ ਦੇ ਮੁਖ ਤੋਂ ਆਵਾਜ਼ ਆ ਰਹੀ ਹੈ, ਉਹ ਸਾਨੂੰ ਦੱਸ ਸਕਦੇ हैं कि जी कोई उस आवाज ਨੂੰ ਲਿਖ ਕੇ ਦਿਖਾ ਸਕਦਾ ਹੈ। अगर वो लिख के दिखा सकता है तो सानू व्हाट्सएप पे भी भेज सकता कि हाँ जी ऐसा ने लिख दिया, क्योंकि गुरु साहिबान जी ने भक्त जना ने लिख दिया कि नाम नू लिखा पढ़ा नहीं जा सकता, केवल सुना जा सकता है। ते आप जी बाणी दे राही अपना प्रैक्टिकल मैच कर सकते हैं। और वाहिगुरु कोई एक सेम एक ही आवाज नहीं है, और भी बहुत सारी आवाजा हैं। जब आप तो प्रेम करेंगे तो ये मालिक दे घर ते सानू और दात बढ़ा दी जाऊगी, ताकि साड़ा, लेकिन साड़ा भरोसा बन जाना चाहिए। जब तक साड़ा भरोसा नहीं बनता, एक आवाज नहीं है, एक आवाज के साथ बहुत आवाजा है। मालिक दे दर ते बहुत ही तरह की आवाजा चल रही है, लेकिन जब आप सत्कार जोग होकर साड़ी सुरती सहज दे विच बह के सुनोगी ते वाहिगुरु फिर मालिक दी और अगे दी कृपा होनी है। ते मालिक नू बहुत ही लफ्ज़ां दे विच नहीं शुक्रिया अदा करा जा सकदा इस दात दा, क्योंकि साड़ा या जन्म मरण खंडन करने दे लिए या एक अनमोल दात साड़ी झोली दे विच अकाल पुरख जी ने पा दी। वाहिगुरु बेनती करदे हैं असीं कि सत्कार जोग होकर मालिक दा शुक्रिया अदा करदे होया ए आवाज तो प्रेम करो, ताकि जो अगे दा अनमोल खजाना है और अनमोल दाता है मालिक दियां, उहदे आपां सारे भोगी बन सकें और मालिक दे घर उज्जल मुख लेके पेश हो सकें। क्योंकि फिर आपां एक पॉइंट होर है वाहिगुरु, जे सानू इस आवाज की सोच ही नहीं आई कि सानू नहीं पता ये आवाज कैसी है, जे आपां नू गुरमुखां दे राही काल पुरख जी दे हुक्म च रहिंदे होया जनाया जा रहा है, तो फिर साड़ा फर्ज बनता है कि असीं सत्कार करें। जे आप जी दी इच्छा है, जिन भी गुरमुखां दी ਅਸੀਂ ਕਹਿੰਦੇ ਕਿ ਉਹਨਾਂ ਦਾ ਮਨ ਨਹੀਂ ਮੰਨਦਾ, तो फिर वो गुरबाणी गुरु ते अपना प्रैक्टिकल मैच करें। गुरमुखा तो उन्होंने मन नहीं मनदा, कि वो अपना प्रैक्टिकल गुरबाणी गुरु तो मैच करें, ताकि उन्होंने मन मन्ने। और जिवें कबीरदास जी ने लिखा है, जो नाम है वो त्रै लोकां दे विच बसा होया है। नाम दे आधार ते ही सारी सृष्टि दी संरचना हुई हुई है। खंड मंडल ब्रह्मंड गुरबाणी च आपां पढ़दे हैं, सारे नाम दे आधार ते तो वो नाम साड़ी झोली दे विच अकाल पुरख जी ने पा दिया। यह अनमोल दात है, अनमोल, ਇਹਦਾ शब्दां च शुक्रिया दा या बयान नहीं करा जा सकता। ਤੇ ਆਪਾਂ बहुत ही बड़भागी हैं। ਤੇ ਵਾਹਿਗੁਰੂ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਆਵਾਜ਼ ਨੂੰ ਸੁਨਿਆ ਕਰੋ, ਸਤਿਕਾਰਯੋਗ ਹੋ ਕੇ ਸੁਨਿਆ ਕਰੋ, ਬਹੁਤ ਹੀ ਜ਼ਿਆਦਾ ਸਤਿਕਾਰਯੋਗ ਹੋ ਕੇ। पहले वाहिगुरु गुरु मंत्र करना, ताकि सुरती ਨੂੰ ਵਿਚਾਰ ਨਾ ਆਵੇ, ਮਨ ਨੂੰ ਵਿਚਾਰ ਨਾ ਆਵੇ। ਉਹਨਾਂ ਤੋਂ जब सुरती ऊपर उठ जावे, आवाज ਨੂੰ प्यार दे नाल मालिक ਨੂੰ बहुत ही प्यार दे नाल सुन के हृदय च बसाना नाम, फिर सानू मालिक दे घर प्रवानगी दी जाओ। ठीक है जी, वाहिगुरू जी का खालसा ਧੰਨਵਾਦ ਜੀ। ਅਗਲਾ ਭੈਣ ਜੀ ਵੀ ਅਸੀਂ ਅਲਫਾਬੈਟ ਬੁਲਾ ਰਹੇ ਜੀ, ਹਰ ਇੱਕ ਦਾ ਨੰਬਰ, ਹਰ ਇੱਕ ਦਾ ਨਾਂ ਆਊਗਾ, ਜਿਸ ਤਰ੍ਹਾਂ ABC ਹੋਵੇ। ਹੁਣ ਭਾਈ ਭੈਣ ਜੀ ਕੁਛ ਬੋਲਣਾ ਚਾਹੁੰਦੇ, ਭੈਣ ਜੀ ਗੁਰਵਿੰਦਰ ਕੌਰ ਜੀ। ਹਾਂਜੀ ਭੈਣ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ, ਗੁਰਮੁਖਾਂ ਦੇ ਕਾਫੀ ਵਾਰ ਕੁਐਸਚਨ ਆਏ ਨੇ। ਉਹ ਕਹਿੰਦੇ ਵੀ ਨਾਮ ਸੁਣਦਾ ਆ 2 ਦਿਨ, ਉਸ ਬਹੁਤ ਜ਼ਿਆਦਾ ਆਪਾਂ ਨੂੰ ਜ਼ੋਰ ਲਾ ਕੇ ਸੁਣਨਾ ਪੈਂਦਾ ਦੂਰੋਂ, ਫਿਰ ਆਪਣੇ ਆਪ ਹੀ ਹਟ ਜਾਂਦਾ ਆ, ਤੇ ਫਿਰ ਕਿੰਨੇ ਦਿਨ ਸੁਣਦਾ ਨਹੀਂ। ਫਿਰ ਕਿਤੇ ਸਿਮਰਨ ਕਰਦੇ ਆ ਤੇ ਥੋੜਾ ਬਾਲਾ 1-2 ਦਿਨ ਸੁਣਦਾ ਆ, ਕਿਤੇ ਕਦਾਈ ਜਾਂ ਲਗਾਤਾਰ ਨਹੀਂ, ਫਿਰ ਹਟ ਜਾਂਦਾ। ਵੀ
ਉਹਦਾ ਰੀਜ਼ਨ, ਤੇ ਉਹਨਾਂ ਨੂੰ ਥੋੜਾ ਜਿਹਾ ਆਪ ਜੀ ਖੋਲ ਕੇ ਸਮਝਾਓ ਵੀ ਉਹਨਾਂ ਨੂੰ ਕਿਸ ਤਰੀਕੇ ਨਾਲ ਗੁਰਮੰਤਰ ਨੂੰ ਦ੍ਰਿੜ ਕਰਨ ਕਿ ਉਹ ਵੀ ਉਹਨਾਂ ਦੀ ਇਹ ਸ਼ੰਕਾ ਆ ਉਹ ਥੋੜਾ ਜਿਹਾ ਆਪ ਜੀ ਕਲੀਅਰ ਕਰਿਓ ਜੀ। हाँ, गुरमुखो ਅਸੀਂ पिछली बार हुनी शायद कल ही विचारिया हुई थी, कल नहीं शायद पहले विचार हुई थी आ कि एक आवाज ਤਾਂ ਆਪਾਂ ਨੂੰ ਆ ਨਹੀਂ ਰਹੀ, ਜੋ ਆਵਾਜ਼ ਸਾਨੂੰ ਆ ਨਹੀਂ ਰਹੀ ਤੇ ਉਹਨੂੰ ਸਾਨੂੰ ਸੁਣਨ ਦੇ ਲਈ ਕੋਸ਼ਿਸ਼ ਕਰਨੀ ਪੜਦੀ ਹੈ। ਠੀਕ ਹੈ ਜੀ, ਇਹਨੂੰ ਬਰੀਕੀ ਨੂੰ ਪਕੜਨੇ ਦੀ ਕੋਸ਼ਿਸ਼ ਕਰਨਾ ਕਿ ਜੋ ਆਵਾਜ਼ ਸਾਨੂੰ ਕਲੀਅਰ ਨਹੀਂ ਆ ਰਹੀ ਤੇ ਉਹਦੇ ਲਈ ਸਾਨੂੰ ਆਪਣੇ ਆਪ ਦਾ ਜ਼ੋਰ ਲਾਣਾ ਪੈਂਦਾ ਕਿ ਵੀ ਇਹ ਜਿਵੇਂ ਦ੍ਰਿਸ਼ਟਮਾਨ ਦੇ ਵਿੱਚ ਲਾ ਲਓ ਕੋਈ ਬਾਤ ਕਰ ਰਿਹਾ ਹੈ ਔਰ ਆਪਾਂ ਨੂੰ ਕਲੀਅਰ ਨਹੀਂ ਆਵਾਜ਼ ਆ ਰਹੀ ਤੇ ਆਪਾਂ ਉਸ ਤੋਂ ਧਿਆਨ ਲਾਏਂਗੇ ਕਿ ਜੀ ਇਹ ਕੀ ਕਹਿ ਰਹੇ, ਸਾਨੂੰ ਕੁਝ ਕਲੀਅਰ ਨਹੀਂ ਸੁਣ ਰਿਹਾ, ਉਹ ਤੋਂ ਆਪਾਂ ਪ੍ਰੋਪਰ ਧਿਆਨ ਲਾਣਾ ਹੁੰਦਾ। ਲੇਕਿਨ ਜੋ ਆਵਾਜ਼ ਸਾਡੇ ਕੰਨਾਂ 'ਚ ਆ ਰਹੀ ਹੈ ਤੇ ਉਸ ਤੇ ਸਾਨੂੰ ਜ਼ੋਰ ਦੇਣ ਦੀ ਜ਼ਰੂਰਤ ਨਹੀਂ ਹੈਗੀ। ਫਿਰ ਇਸ ਤੇ ਵੀ ਅੱਗੇ ਆਪਾਂ ਖੋਲਦੇ ਵਾਹਿਗੁਰੂ, ਜਬ ਆਪਾਂ ਉਸ ਆਵਾਜ਼ ਦੇ ਪ੍ਰਤੀ ਵਿਚਾਰ ਬਣਾ ਲੈਂਦੇ ਹਾਂ, ਉਹ ਸਾਡਾ ਫੁਰਨਾ ਬਣ ਜਾਂਦਾ ਹੈ ਕਿ ਇਹਨੂੰ ਸੁਣਨਾ ਹੈ ਤੇ ਉਹ ਫਿਰ ਸਾਨੂੰ ਦੂਰ ਜਾਪਣ ਲੱਗਦੀ ਹੈ, ਕਿਉਂਕਿ ਸਾਡੇ ਔਰ ਮਾਲਿਕ ਦੀ ਮੁਖ ਦੀ ਆਵਾਜ਼ ਦੇ ਵਿੱਚ ਚ ਔਰ ਸਾਡੇ ਵਿੱਚ ਚ ਇੱਕ ਹੀ ਦੂਰੀ ਹੈ, ਉਹ ਹੈ ਵਿਚਾਰ ਦੀ। ਉਹ ਸੁਖਮ ਵਿਚਾਰ ਵਾਹਿਗੁਰੂ ਬਣ ਜਾਂਦਾ ਹੈ। ਜਿਵੇਂ ਕਿ ਅਸੀਂ ਇੱਕ ਹੋਰ ਤੁਹਾਨੂੰ ਸੋਝੀ ਦਿੰਦੇ ਹਾਂ ਇਸ ਚੀਜ਼ ਦੀ ਕਿ ਜਿਨ੍ਹਾਂ ਗੁਰਮੁਖਾਂ ਨੂੰ ਆਵਾਜ਼ ਆਂਦੀ ਹੈ, उन गुरुमुखा उस आवाज जब आ रही है तो उससे जोर लाने की जरूरत नहीं है। ਉਹਨੂੰ ਸਹਿਜ ਸੁਭਾ ਹੀ जैसे कोई म्यूजिक सुनते हैं, कुछ सुनते हैं, उसके साथ धक्का या प्रेशर पाने की जरूरत नहीं है। ਉਹਨੂੰ आवाज आ रही है तो ਉਹਨੂੰ सुनो। जे वो आवाज आनी हट गई, कम हो गई आवाज आनी, तो वाहिगुरु गुरुमंत्र ਨੂੰ ਉੱਚਾ करके दृढ़ाना है। जब आप तेज करके गुरुमंत्र दृढ़ाएंगे, फिर तेज तो फिर थोड़ा स्लो 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 स्लो, इस तरीके से फिर साड़ी सुरती दोबारा तो सहज जाओगी। क्योंकि जो आवाज चल रही है वो चल रही है मालिक दे दर तो, सहज धुन है वो। ते जब अपनी सुरती सहज दे विच जाऊगी तां उस धुन ਨੂੰ सुनोगी। कबीर दास जी ने ਉਹਨੂੰ नाम दिया सहज धुन। सहज धुन क्यों? जब सुरती टिकी सहज दे विच गई कि वो धुन, वो बाणी, अनहद बाणी भी उन्हें बोला गया है, वो लगातार चल रही है। जब साड़ी सुरती थल्ले आ जाती है, विचार ਉਹ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਵਿਚਾਰ ਲੈਂਦੇ ਨਹੀਂ, ਪਤਾ ਨਹੀਂ ਕਦੋਂ ਦੂਰੋਂ ਆ ਜਾਂਦੀ ਹੈ, ਉਹ ਸੁਖਮ ਵਿਚਾਰ ਬਣ ਜਾਂਦਾ ਜੀ। ਇਹਨੂੰ ਸੁਣਨਾ ਹੈ। जब आप या बोलते हैं ना अपने मन ਨੂੰ कि ਇਹਨੂੰ ਸੁਣਨਾ है, वाहिगुरु जब वो आवाज आ रही है तो ਉਹਨੂੰ ਸੁਣਨਾ क्यों है? वो तो आ ही रही है ना, ਉਹਨੂੰ ਸੁਣੀ ਜਾਓ, ਬਰੀਕੀ ਨੂੰ ਪਕੜੋ। तो इस करके फिर एक चीज हो रहा है, कहने 2-2 दिन हट जाती है फिर नहीं आती, ਉਹਦੇ ਉਹ ਵਿਚਾਰ ਬਣ ਜਾਂਦਾ ਸਾਡਾ ਉਸ ਆਵਾਜ਼ ਦੇ ਪ੍ਰਤੀ, ਮਾਲਿਕ ਦੀ ਆਵਾਜ਼ ਦੇ ਪ੍ਰਤੀ। साने बेनती करके सिमरन करना है मालिक ਨੂੰ, और कोशिश करनी है कि सिमरन करके, ऊंची सिमरन करके फिर स्लो होना, बहुत ही प्यार तो सिमरन करना मालिक ਨੂੰ, ताकि वैराग आना शुरू हो जाए। इतने प्यार से बुलाना है मालिक ਨੂੰ ਉੱਚੀ करके कि सानू अपने तन ਦਾ, अपनी किसी भी चीज ਦਾ उस टाइम सानू भेद ना रहे, सानू सिर्फ अंदर तो वाहिगुरु बहुत ऊंची करके सिमरन, ताकि जो विचार सुखम ते सुखम विचार भी है वो भी डेड हो जावे और साड़ी सुरती जाके सुन दे विच आसन ला लेवे। उत्थे सुन दे विच वो आवाज लगातार चल रही है, लगातार। जब अपना या प्रैक्टिकल वाहिगुरु गुरुमंत्र वाला गुरुमंत्र नु दृढ़ान वाला प्रपक्ष हो जाऊगा, वो आवाज सानू कंटिन्यू आनी शुरू हो जाएगी, लगातार आनी शुरू हो जाएगी, क्योंकि हुणे अपनी सुरती थल्ले आ जाती है। इस करके त्रै गुणा दे विच सुखम विचार भी हैगे। एक तो हो गया दृष्टमान दे विच, एक हो गया सुखम दे विच भी हैंगे फुरने, जो ज्ञान दे भी फुरने बन जाते हैं, अवस्था दो भी फुरने बन जाते हैं, साढ़े आसन लाने दे भी फुरने बन जाते हैं। तो उस करके सानू उन्हां दे कुछ नहीं करना, बस वाहिगुरु गुरुमंत्र नू इतने प्यार ते दृढ़ाना है कि ताकि साड़ी सुरती स्थिर घर दे विच जाके, 10वें द्वार दे जाके सुन दे विच जाके आसन ला लेवे। उत्थे वो आवाज लगातार चल रही है, नॉर्मली सुनो, नॉर्मली सुननी है वो सानू। जिवें कबीरदास जी ने लिखा ना, इन्हें तेरे द्वारे धुन सहज की माथे मेरे दगाई, ते उन्होंने वो द्वार ते पहुंचे ना तां दगाई। जे ਆਪਾਂ द्वार ते थल्ले आ जाने फिर अपन वो आवाज नहीं सुनती। इस करके साने वाहिगुरु गुरु मंत्र को बहुत सत्कारजोग होकर दृढ़ाना है, वो आवाज अपने आप लगातार आनी शुरू हो जाएगी। पहले वाहिगुरु गुरु मंत्र को प्रपक्ष करना है। एक तो वाहिगुरु ਅਸੀਂ ਫੇਰ ਵਿਚਾਰ ਖੋਲਦੇ हैं, ਆਪਾਂ ਸਿਮਰਨ ਕਰਦੇ हैं, लेकिन ਉਹਦੇ ਵਿੱਚ ਜੇ ਆਪਾਂ ਨੂੰ ਆਪਣੀ ਬੋਡੀ ਦੀ ਸੋਝੀ ਹੈਗੀ,
ਆਪਣੇ ਆਪ ਦੀ ਸੋਝੀ ਹੈਗੀ, ਅਸੀਂ ਗੁਰਮੰਤਰ ਕਰਨਾ ਹੈ ਜਾਂ ਸੋਝੀ ਹੈਗੀ, ਤੇ ਵਾਹਿਗੁਰੂ ਇਹਦਾ ਮਤਲਬ ਅਸੀਂ ਉਹ ਵਿਚਾਰਾਂ ਤੋਂ ਹੁਣੇ ਉੱਪਰ ਨਹੀਂ ਉੱਠੇ, ਕਿਉਂਕਿ ਇਹ ਵੀ ਵਿਚਾਰ ਹੈ। ਸਾਨੂੰ ਉਸ ਟਾਈਮ ਕੁਛ ਵੀ ਨਹੀਂ ਆਣਾ ਚਾਹੀਏ, ਬਸ ਵਾਹਿਗੁਰੂ ਗੁਰਮੰਤਰ ਦੀ ਹੀ ਆਵਾਜ਼ ਆਣੀ ਚਾਹੀਏ। ਥੋੜੀ ਦੇਰ ਦੇ ਸਿਮਰਨ ਕਰਨ ਤੇ ਬਾਅਦ ਹੀ ਅਸੀਂ ਸੁਣ ਦੇ ਵਿੱਚ ਸਾਡੀ ਸੁਰਤੀ ਆਸਣ ਲਾ ਲੂਗੀ, ਉਹ ਆਵਾਜ਼ ਸਲੋ ਨਹੀਂ ਬਹੁਤ तेज आनी शुरू हो जाएगी, अपने आप ही तेज आनी शुरू हो जाएगी जब मन सहज चला जाएगा। ठीक है गुरु को इस तरीके से आप जी ने कर मतलब आप जी अज भी कर सकते हो, मालिक ਨੂੰ ਬੇਨਤੀ ਕਰਕੇ ਕਿਰਪਾ ਮਾਲਿਕ ਨੇ ਕਰਨੀ ਹੈ। ਬਸ ਜੋ ਸਾਨੂੰ ਉਹ ਹੁਕਮ ਦੇ ਵਿੱਚ ਰਹਿ ਕੇ ਜਨਾਨੇ ਅਸੀਂ ਆਪ ਜੀ ਦੇ ਸਾਥ ਸਾਂਝਾ ਕਰਦੇ। ਆਪ ਜੀ ਬਹੁਤ ਸਤਿਕਾਰਯੋਗ ਹੋ ਕੇ ਅੱਜ ਹੀ ਸਿਮਰਨ ਕਰਨਾ और थोड़ा तेज सिमरन करना है, तेज। पंजाबी च वाहिगुरु कुछ बोलने कौन सी बाणी बोलते सानू पता नहीं, लेकिन ਅਸੀਂ अपनी लैंग्वेज च कहने कि ऊंचा सिमरन करना ताकि जो सुखम तो भी सुखम विचार है वो डेड हो जाए। ठीक है, फिर वो आवाज सुरती सुनने विच जाओगी, नॉर्मली आवाज सुनोगी, कृपा मालिक ने करनी है, लेकिन साने यह विधि को अपनाना है। ठीक है गुरु को वाहिगुरु जी का खालसा वाहिगुरु जी की फतेह। ਪੰਜਾਬੀ ਚ ਵੀ ਉੱਚਾ ਹੀ ਕਹਿੰਦੇ ਪਏ, कुछ व्याख्या गुरबाणी ਦੇ ਵਿੱਚ ਸਾਨੂੰ व्याख्या बाणी कुछ ऐसी देखनी बाणी जिन्हें कौन सी बाणी कहने जी वो ਸਾਨੂੰ ਪਤਾ ਵੈਸੇ ਪੰਜਾਬੀ ਚ। ਹਾਂਜੀ ਅਗਲਾ ਨੰਬਰ ਹੈਗਾ ਭਾਈ ਜੋਗਿੰਦਰ ਸਿੰਘ ਜੀ, ਤੁਹਾਡਾ ਕੋਈ ਕੁਐਸਚਨ ਭਾਈ ਸਾਹਿਬ ਜੀ? ਉਦੋਂ ਕੇ ਕਰਤਾਰ ਗਿੱਲ, ਉਦੋਂ ਕੇ ਭੈਣ ਜੀਆਂ ਨੇ ਕੱਲ ਕਰ ਲਿਆ ਸੀਗਾ। ਮਨਮੋਹਨ ਸਿੰਘ ਢਾਲੀਵਾਲ ਖੋ ਰਹੇ ਸੀ, ਆਪਦਾ ਅਨਮਿਊਟ ਕਰ ਰਹੇ ਸੀ। ਭਾਈ ਸਾਹਿਬ ਅਨਮਿਊਟ ਕਰੋ, ਕੁਐਸਚਨ ਕਰ ਸਕਦੇ ਹੋ ਤੁਸੀਂ, ਤੁਹਾਡਾ ਨੰਬਰ ਹੁਣ। ਭਾਈ ਮਨਮੋਹਨ ਸਿੰਘ ਜੀ, ਹਾਂਜੀ ਭਾਈ ਜੋਗਿੰਦਰ ਸਿੰਘ ਜੀ ਆ ਗਏ, ਕਰੋ ਭਾਈ ਸਾਹਿਬ ਜੀ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ ਜੀ, ਅੱਜ ਬਾਪੂ ਹਾਂਜੀ ਹਾਂਜੀ ਬਰਾਉ ਚ ਹਾਂਜੀ ਗੁਰਮੁਖੋ करो विचार जी, विराग च नहीं जाना, कृपा करो वाहिगुरु। करो जी कृपा गुरमुखो, करो विचार, बाकी संगत ने भी सुनना है थोड़ा। ਇਹਨਾਂ ਗੁਰਮੁਖਾਂ ਤੇ ਚਲੇ ਗਏ ਜੀ ਵਿਚਾਰੇ, ਬਹੁਤ ਕਿਰਪਾ ਹੈ ਬਖਸ਼ਿਸ਼ ਆ ਵਾਹਿਗੁਰੂ ਜੀ ਦੀ, ਤੇ ਪਰ ਉਹ ਬੋਲ ਨਹੀਂ ਸਕੇ। ਇਹਨਾਂ ਨੂੰ ਵਿਰਾਗ ਬਹੁਤ ਆਉਂਦਾ, ਇਹ ਸਾਡੇ ਲੋਕਲ ਇੱਥੋਂ BC ਚੋਂ। ਹਾਂਜੀ ਭਾਈ ਮਨਮੋਹਨ ਭੈਣ ਜੀ ਉਹ ਚਲੇ ਗਏ। ਵਾਹਿਗੁਰੂ ਜੀ ਸਾਡਾ ਸੌਰੀ, ਹਾਂਜੀ ਬੋਲੋ ਜੀ, ਕਰੋ ਕਿਰਪਾ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ, ਕੱਲ ਇਸ ਵੇਲੇ ਤੋਂ ਸਾਨੂੰ ਨਾ ਖੱਬੇ ਕੰਨ 'ਚ ਕੋਈ ਮਿਊਜ਼ਿਕ ਜਿਹਾ ਚੱਲਦਾ ਸੁਣਦਾ ਸੀ, ਜਿਵੇਂ ਕੋਈ ਡਮ ਡਮ ਦੀ ਆਵਾਜ਼ ਸਾਰਾ ਦਿਨ ਚੱਲਦੀ ਰਹੀ ਤੇ ਅਸੀਂ ਸੁਣਦੇ ਵੀ ਰਹੇ ਸੀ। ਤੇ ਵਾਹਿਗੁਰੂ ਜਦੋਂ ਅਸੀਂ ਮਤਲਬ ਸਾਡੇ ਦਿਨ ਦੇ ਵਿੱਚ ਜਦੋਂ ਸ਼ਾਮ ਨੂੰ ਅਸੀਂ ਬੈੱਡ ਤੇ ਜਾਣਾ, ਹਮੇਸ਼ਾ ਇਹ ਗੱਲ ਹੁੰਦੀ ਕਿ ਸਾਨੂੰ ਜੋ ਆਵਾਜ਼ ਪਰਮਾਤਮਾ ਦੇ ਮੁਖ ਦੀ ਸੁਣਦੀ ਅਸੀਂ ਸੁਣਨਾ ਚਾਹੁੰਦੇ ਹਾਂ। ਪਰ ਵਾਹਿਗੁਰੂ ਜੀ ਜਦੋਂ ਅਸੀਂ ਲੰਮੇ ਬੈੱਡ ਤੇ ਪੈ ਕੇ ਪੈਂਦੇ ਹਾਂ ਜਾਂ ਬੈਠਦੇ ਹਾਂ, ਹੌਲੀ ਜੀ ਫਿਰ ਲੰਮੇ ਪੈ ਕੇ ਸੌਂਦੇ ਹਾਂ, ਵੀ ਬੱਚੇ ਲਾਗੇ ਬੈਠੇ ਹੁੰਦੇ ਆ ਸੌਣ ਦਾ ਕਰਕੇ, ਫਿਰ ਉਹਨਾਂ ਦਾ ਕਰਕੇ ਲੰਮੇ ਪੈਣਾ ਪੈਂਦਾ। ਤੇ ਵਾਹਿਗੁਰੂ ਜੀ ਉਹ ਆਵਾਜ਼ ਬਹੁਤ ਸੋਹਣੀਆਂ ਸੁਣਦੀਆਂ ਸਾਨੂੰ, ਗਿੱਚੀ ਦੇ ਪਿਛਲੇ ਦੋਨਾਂ ਕੰਨਾਂ ਤੋਂ ਸਿਰ ਦੇ ਉੱਪਰ, ਜਿਵੇਂ ਬੂਫਰਾਂ ਦੀ ਆਵਾਜ਼, ਜਿਵੇਂ ਸ਼ੰਖ ਦੀ ਆਵਾਜ਼। ਵਾਹਿਗੁਰੂ ਅਸੀਂ ਨਾ ਹਮੇਸ਼ਾ ਕਹਿੰਦੇ ਕਿ ਅਸੀਂ ਬਹੁਤ ਚਿਰ ਲਗਾਤਾਰ ਸੌਣਾ ਚਾਹੁੰਦੇ, ਪਰ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਕਿਹੜੇ ਵੇਲੇ ਸੌ ਜਾਂਦੇ ਹਾਂ। ਤੇ ਮਤਲਬ ਹਲਕੀ ਜਿਹੀ ਪੜਤ ਸਾਰੇ ਸਰੀਰ ਤੇ ਹੁੰਦੀ ਆ ਤੇ ਸਾਨੂੰ ਨੀਂਦ ਆ ਜਾਂਦੀ। ਫਿਰ ਜਦੋਂ ਸਵੇਰੇ ਜਾਗ ਆਉਂਦੀ, ਅਸੀਂ ਸਵੇਰੇ 3:30 ਵਜੇ ਉੱਠਦੇ ਹਾਂ, ਹਸਬੈਂਡ ਨੇ ਜੋਬ ਤੇ ਜਾਣਾ, ਫਿਰ ਅਸੀਂ ਨਾ ਜਦੋਂ ਬਾਹਰੋਂ ਅੰਦਰ ਜਾਂਦੇ 4 ਵਜੇ, ਸੋਚਿਆ ਵੀ ਹੁਣ ਅਸੀਂ 2 ਘੰਟੇ ਬੈਠ ਕੇ ਸੌਣਾ। ਤੇ ਫਿਰ ਵਾਹਿਗੁਰੂ ਜਦੋਂ ਸੌਂਦੇ ਆ ਸਾਨੂੰ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਸੌ ਜਾਂਦੇ, ਇਹ ਗੱਲ ਦਾ ਨਹੀਂ ਪਤਾ ਲੱਗਦਾ, ਪਰ ਆਵਾਜ਼ ਬਹੁਤ ਆਉਂਦੀ ਆ ਕਿ ਬਸ
ਅੱਧਾ ਘੰਟਾ 15-20 ਮਿੰਟ ਹੀ ਸੁਣਿਆ ਜਾਂਦਾ, ਫਿਰ ਨੀਂਦ ਆ ਜਾਂਦੀ ਵਾਹਿਗੁਰੂ। ਠੀਕ ਹੈ ਵਾਹਿਗੁਰੂ, ਠੀਕ ਹੈ। ਬਹੁਤ ਬਹੁਤ ਹੀ ਤੁਹਾਨੂੰ ਵਧਾਈ ਹੋ, ਬਹੁਤ ਕਿਰਪਾ ਹੈ ਵਾਹਿਗੁਰੂ। ਹਾਂਜੀ ਵਾਹਿਗੁਰੂ, ਜਾਂ ਥੈਂਕ ਯੂ। ਆਪਾਂ ਵਿਚਾਰ ਕਰਦੇ ਹਾਂ ਕਿ ਹੁਣੀ ਆਪਾਂ ਪਿੱਛੇ ਵਿਚਾਰ ਕੀਤੀ ਹੈ ਕਿ ਇੱਕ ਆਵਾਜ਼ ਨਹੀਂ ਹੈ, ਜਿਵੇਂ ਕਿ ਦੇਖੋ ਹੁਣ ਸਾਰੀ ਸੰਗਤ ਹੀ ਆਪਾਂ ਸਾਰੇ ਹੀ ਸੁਣ ਰਹੇ ਹਾਂ ਕਿ ਗੁਰਮੁਖਾਂ ਨੇ ਆਪਣਾ ਨਿੱਜੀ ਪ੍ਰੈਕਟੀਕਲ ਬਤਾਇਆ ਹੈ ਕਿ ਇੱਕ ਆਵਾਜ਼ ਨਹੀਂ ਹੈ, ਉਹ ਕਈ ਤਰ੍ਹਾਂ ਦੀਆਂ ਆਵਾਜ਼ਾਂ ਹੈ। ਔਰ ਜਿਵੇਂ ਗੁਰਬਾਣੀ ਦੇ ਵਿੱਚ ਸਾਨੂੰ ਸ਼ੰਖ ਦੀ ਆਵਾਜ਼, ਘੜਿਆਲ ਦੀ ਆਵਾਜ਼, ਤਬਲੇ ਦੀ ਆਵਾਜ਼, ਹਾਰਮੋਨੀਅਮ ਦੀ ਆਵਾਜ਼, ਬਹੁਤ ਤਰੀਕੇ ਦੀਆਂ ਆਵਾਜ਼ਾਂ ਹੈ। वो जैसे जैसे मालिक खजाना खोलते चले जाते हैं, वो खजाना ਸਾਨੂੰ ਮਿਲਦਾ, ਸਾਡੀ ਝੋਲੀ ਦੇ ਵਿੱਚ ਆਉਂਦਾ ਚਲਾ ਜਾਂਦਾ, ਜਿਵੇਂ ਜਿਵੇਂ ਸਾਡਾ ਭਰੋਸਾ ਬਣਦਾ ਹੈ। ਤੇ ਹਾਂਜੀ, तो फिर ਵਾਹਿਗੁਰੂ ਉਸ ਨਾਮ ਦੇ ਵਿੱਚ ਰਸ ਹੀ ਇਤਨਾ ਹੈ ਕਿ जब ਉਹਨੂੰ ਸੁਰਤੀ ਵਾਹਿਗੁਰੂ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ। ਜੀ ਨੂੰ ਬਤਾਨੀ ਹੈ ਆਸ ਅਵਸਥਾ ਨੂੰ ਭੈਣ ਬੇਨਤੀ ਜੀ ਕਰਦੇ ਹਾਂ ਆਵਾਜ਼ ਕਿ ਨਹੀਂ ਅਵਸਥਾ ਨੂੰ ਤੁਹਾਡੀ, ਆਪ ਜੀ ਇੱਕ ਮਿੰਟ ਸਾਂਭ ਕੇ ਰੱਖਣੇ ਦੀ ਜ਼ਰੂਰਤ ਹੈ। ਪ੍ਰੇਮ ਦੇ ਰਾਹੀਂ ਮਾਲਿਕ ਨੂੰ ਬੇਨਤੀਆਂ ਕਰ ਕਰਕੇ ਕਿ ਯਾ ਅਵਸਥਾ ਆਪ ਜੀ ਦੀ ਬਣੀ ਰਹੇ। ਮਾਲਿਕ ਨੂੰ ਬੇਨਤੀਆਂ ਕਰ ਕਰਕੇ ਇਸ ਅਵਸਥਾ ਤੋਂ ਥੱਲੇ ਨਹੀਂ ਜਾਣਾ ਕਿ ਵਾਹਿਗੁਰੂ ਜੀ, ਤ੍ਰੈਣਾ ਦੇ ਵਿੱਚ। ਵਾਹਿਗੁਰੂ ਜੀ ਸੌਰੀ, ਅਸੀਂ ਤੁਹਾਨੂੰ ਟੋਕ ਰਹੇ ਹਾਂ। ਵਾਹਿਗੁਰੂ ਜੀ, ਤੁਹਾਡੀ ਆਵਾਜ਼ ਜਿਹੜੀ ਉਹ ਬੰਦ ਹੋ ਗਈ ਸੀ, ਤੁਸੀਂ ਸਾਨੂੰ ਦੁਬਾਰਾ ਤੋਂ ਸਾਰੀ ਗੱਲ ਸਮਝਾਓ। ਹਾਂਜੀ, ਆਵਾਜ਼ ਨਹੀਂ ਸੁਣ ਰਹੀ ਵਾਹਿਗੁਰੂ? ਹੁਣ ਸੁਣ ਰਹੀ ਵਾਹਿਗੁਰੂ, ਵਿੱਚੋਂ ਹਾਂ ਪਹਿਲਾਂ ਆ ਨਹੀਂ ਸੀ ਰਹੀ ਵਾਹਿਗੁਰੂ। हाँ वाहिगुरु, किसी कॉल आ गई थी जी पीछे। ਅਸੀਂ ਵਿਚਾਰ ਕਰ ਰਹੇ थे ਵਾਹਿਗੁਰੂ, ਜੋ ਆਪ ਜੀ ਨੂੰ ਮਾਲਿਕ ਨੇ ਹਾਂਜੀ ਗੁਰਮੁਖੋ, ਜੋ ਆਪ ਜੀ ਨੂੰ ਜਾਂ ਮਾਲਿਕ ਨੇ ਦਾਤ ਵਰਤੀ ਹੈ, ਆਪ ਜੀ ਨੂੰ ਮਾਲਿਕ ਨੂੰ ਬੇਨਤੀ ਕਰਕੇ ਕਿ ਆਪ ਜੀ ਦੀ ਸੁਰਤੀ ਇਸ ਥਾਂ ਤੋਂ ਬੈਠੀ ਰਹੇ, ਇਹਦੇ ਥੱਲੇ ਨਾ ਜਾਵੇ। ਉਸ ਤੋਂ बाद आप जी जो स्थान तो आओगे समागम पे, जब भी माहौल थोड़ा ठीक हो जाऊगा, ਤੇ ਉਸ ਤੋਂ ਬਾਅਦ ਆਪ ਜੀ ਪੰਜ ਪਿਆਰਿਆਂ ਦੇ ਸਨਮੁਖ ਆਪਣਾ ਇੱਕ ਫਾਰਮ ਉੱਥੇ ਅਪਲਾਈ ਕਰਾਇਆ ਜਾਂਦਾ, ਭਰਾ ਜਾਂਦਾ ਹੈ ਉੱਥੇ ਇੱਕ। ਫਿਰ ਉਸ ਤੋਂ ਬਾਅਦ ਪੰਜ ਪਿਆਰਿਆਂ ਜੀ ਦੇ ਸਨਮੁਖ ਹੋ ਕੇ ਆਪ ਜੀ ਦਾ ਟੈਸਟ ਲਿਆ ਜਾਊਗਾ। ਉਸ ਤੋਂ ਬਾਅਦ ਆਪ ਜੀ ਨੂੰ ਧਿਆਨ ਦਾ ਅੱਗੇ ਦਾ ਮਾਲਿਕ ਨੂੰ ਕਿਸ ਤਰੀਕੇ ਤੇ ਦੇਖਣਾ ਹੈ, ਕਿਸ ਧਿਆਨ ਦੀ ਅਵਸਥਾ ਦੇ ਵਿੱਚ ਜਾਣਾ ਹੈ, वो मालिक ने सॉरी पंज प्यारा ने आप जी ਨੂੰ ਵਿਧੀ ਬਤਾਨੀ ਹੈ। ਠੀਕ ਹੈ ਜੀ। ਵਾਹਿਗੁਰੂ ਜੀ, ਜਿਵੇਂ ਅਸੀਂ ਵਾਹਿਗੁਰੂ ਜੀ, ਜਿਵੇਂ ਅਸੀਂ ਇਹਨੂੰ ਸਾਂਭ ਕੇ ਕਿਵੇਂ ਬੇਨਤੀਆਂ ਕਰ ਕਰਕੇ ਪਰਮਾਤਮਾ ਦੇ ਗਾੜੀ ਇਹਨੂੰ, ਮਤਲਬ ਸਾਨੂੰ ਨਹੀਂ ਪਤਾ ਸਾਡੇ ਮਨ 'ਚ ਕਿਦੋਂ ਕੋਈ ਚੀਜ਼ ਆ ਜਾਵੇ, ਇਹ ਗੱਲ ਦਾ ਤਾਂ ਕੋਈ ਪਤਾ ਹੀ ਨਹੀਂ ਆ, ਕਿਉਂਕਿ ਮਨ ਤੇ ਕੰਟਰੋਲ ਨਹੀਂ ਆ। ਤੇ ਵਾਹਿਗੁਰੂ, ਉਹਦੇ ਲਈ ਅਸੀਂ ਕੀ ਕਰਨਾ ਹੈ? ਹਾਂਜੀ, ਵਾਹਿਗੁਰੂ ਸੰਗਤ ਕਰਦੇ ਰਹਿਣਾ ਹੈ, ਜ਼ਿਆਦਾ ਤੋਂ ਜ਼ਿਆਦਾ ਸੰਗਤ ਕਰਦੇ ਰਹਿਣਾ ਹੈ। ਵਾਹਿਗੁਰੂ ਗੁਰਮੰਤਰ ਨੂੰ ਕੰਮ ਕਾਜ ਕਰਦੇ ਹੋਏ ਦ੍ਰਿੜਾਣਾ ਹੈ। ਔਰ ਜੇ ਸਾਨੂੰ ਆਵਾਜ਼ ਜਾਂ ਵੈਸੇ ਵੀ ਸੁਣਦੀ ਹੈ, ਜ਼ਿਆਦਾ ਤੋਂ ਜ਼ਿਆਦਾ ਸਮੇਂ ਸਾਨੂੰ ਇਸ ਆਵਾਜ਼ ਨੂੰ, ਮਾਲਿਕ ਦੀ ਆਵਾਜ਼ ਨੂੰ ਸੁਣ ਸੁਣ ਕੇ ਪ੍ਰੇਮ ਕਰਨਾ ਹੈ ਇਸ ਆਵਾਜ਼ ਤੋਂ। ਹਾਂਜੀ ਵਾਹਿਗੁਰੂ, ਜੇ ਅਸੀਂ ਸਾਨੂੰ ਨੀਂਦ ਵੀ ਆ ਜਾਂਦੀ ਤੇ ਕੋਈ ਗੱਲ ਨਹੀਂ ਆ, ਮਤਲਬ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ। ਹਾਂਜੀ ਹਾਂਜੀ, ਕਿਉਂਕਿ ਇਸ ਆਵਾਜ਼ ਨੂੰ ਜਦ ਆਪਾਂ ਸੁਣेंगे ਤੇ ਸਾਡੀ ਸੁਰਤੀ ਸਹਿਜ ਦੇ ਵਿੱਚ ਹੀ ਜਾਂਦੀ ਹੈ, ਕਿਉਂਕਿ ਆਨੰਦ ਹੈ, ਰਸ ਹੈ ਇਸ ਆਵਾਜ਼ ਦੇ ਵਿੱਚ, ਮਾਲਿਕ ਦੀ ਆਵਾਜ਼ ਦੇ ਵਿੱਚ ਰਸ ਹੈ। ਹਾਂਜੀ ਵਾਹਿਗੁਰੂ, ਜਦੋਂ ਕਿਤੇ ਕੋਈ ਤ੍ਰੈ ਗੁਣ ਆ ਜਾਂਦੇ ਫਿਰ ਉਹ ਰਾਤ ਬਹੁਤ ਆਵਾਜ਼ਾਰੀ ਦੀ ਲੰਘ ਜਾਂਦੀ ਆ। ਅਦਰਵਾਈਜ਼ ਪਤਾ ਨਹੀਂ ਲੱਗਦਾ ਸਾਨੂੰ ਕਿਹੜੇ ਵੇਲੇ ਸੌਂਦੇ ਆ ਤੇ ਕਿਹੜੇ ਵੇਲੇ ਦਿਨ ਚੜ ਜਾਂਦਾ, ਕੋਈ ਥਕਾਵਟ ਵੀ ਨਹੀਂ ਹੁੰਦੀ ਵਾਹਿਗੁਰੂ ਜੀ। ਹਾਂਜੀ ਹਾਂਜੀ, ਉਹ ਫਿਰ ਸੁਰਤੀ ਸੁਣਨ ਦੇ ਵਿੱਚ ਸਮਾ ਰਹੀ ਹੈ ਹੁਣ ਥੋੜੀ ਜਾ ਕੇ, ਲੇਕਿਨ ਸੁਣਨ ਦੇ ਵਿੱਚ ਮਾਲਿਕ ਦੇ ਹੁਕਮ 'ਚ ਰਹਿੰਦੇ ਹੋਇਆ ਜਬ ਕਿਸੇ ਮਾਲਿਕ ਦਾ ਹੁਕਮ ਹੋਊਗਾ, वो मालिक ने ही जगाना है। साने विधि दे राही जो आप जी ਨੂੰ ਆਵਾਜ਼ ਸੁਣਦੀ ਹੈ, ਇਸ ਆਵਾਜ਼ ਦੇ ਵਿੱਚ ਧਿਆਨ ਲਾ ਕੇ ਔਰ ਮੱਥੇ ਦੇ ਵੱਲ ਅੱਗੇ ਜੋ ਸਪੇਸ ਹੈ ਇਹਦੇ ਵਿੱਚ ਅਹਿਸਾਸ ਕਰਦੇ ਹੋਏ ਸਹਿਜ ਦੇ ਵਿੱਚ ਉਸ ਆਵਾਜ਼ ਨੂੰ ਸੁਣਨਾ ਹੈ। ਫਿਰ ਆਪਾਂ ਨੇ ਇਸੇ ਤਰੀਕੇ ਤੇ ਡੇਲੀ ਯਹੀ ਕਰਨਾ ਹੈ। ਠੀਕ ਹੈ ਜੀ। ਹਾਂਜੀ ਵਾਹਿਗੁਰੂ ਜੀ, ਅੱਗੇ ਜਦੋਂ ਅਸੀਂ ਸਿਮਰਨ ਕਰਦੇ ਸੀ ਤੇ ਬਸ ਮਤਲਬ 6 ਜਾਂ 7 ਵਾਰ ਸਿਮਰਨ ਕਰਨਾ ਤੇ ਸਾਡੀ ਸੁਰਤੀ ਜਿਹੜੀ ਸੁਣਨ 'ਚ ਚਲੇ ਜਾਂਦੀ ਸੀ। ਹੁਣ ਵਾਹਿਗੁਰੂ ਜੀ ਥੋੜਾ ਟਾਈਮ ਬਹੁਤ ਲੱਗਦਾ, ਤੇ ਜਿਵੇਂ ਐਂਡ ਤੇ ਜਾ ਕੇ ਲੱਗਦਾ ਕਿ ਸਾਨੂੰ ਹੁਣ ਕੋਈ ਨਾ ਕਵੇ ਕਿ ਸਿਮਰਨ ਕਰਨ ਤੋਂ ਬੰਦ ਹੋ ਜਾ, ਉਸ ਟਾਈਮ ਤੇ ਸਾਨੂੰ ਇੰਝ ਲੱਗਦਾ ਕਿ ਸਾਡੇ ਦਿਲ ਦੇ ਵਿੱਚ ਚੱਲਣ ਡਿਆ ਕਿ ਨਾਮ ਦੋ ਨਾਮ ਦੋ ਨਾਮ ਦੋ, ਕਿ ਸਾਨੂੰ ਹੁਣ ਨਾਮ ਮਿਲਣ ਵਾਲਾ,
ਪਰ ਵਾਹਿਗੁਰੂ ਜੀ ਅਗਲੇ ਜਾਣੇ ਦੀ ਟਰਨ ਹੁੰਦੀ, ਉਹਦੀ ਵੀ ਜੌਬ ਹੁੰਦੀ ਆ, ਉਹਨੇ ਵੀ ਦਿਹਾੜੀ ਕਰਨੀ, ਇਸ ਕਰਕੇ ਸਾਨੂੰ ਮਿਊਟ ਕਰਨਾ ਪੈਂਦਾ ਆਪਣੇ ਆਪ ਨੂੰ, ਫਿਰ ਦਿਲ ਨਹੀਂ ਕਰਦਾ ਉਦੋਂ ਹਟਣ ਨੂੰ। ਵਾਹਿਗੁਰੂ। ਅੱਛਾ ਜੀ ਵਾਹਿਗੁਰੂ। हाँ जी वाहिगुरु, नाम तो आप जी ਨੂੰ ਮਿਲ ਗਿਆ, ਜੋ ਆਪ ਜੀ ਆਵਾਜ਼ ਸੁਣਦੇ ਹੋ ਜਾਂ ਮਾਲਿਕ ਦੇ ਘਰ ਦੀ ਆਵਾਜ਼ ਆ ਰਹੀ ਹੈ, ठीक है, या नाम आप जी ਨੂੰ ਮਿਲ ਗਿਆ। ਹੁਣ ਆਪ ਜੀ ਨੇ ਨਾਮ ਦੀ ਸੇਵਾ ਕਰਨੀ ਹੈ, ਨਾਮ ਮਾਲਿਕ ਨੇ ਆਪ ਜੀ ਨੂੰ ਦੇ ਦਿਆ, ਠੀਕ ਹੈ। ਓਕੇ, ਹਾਂਜੀ ਵਾਹਿਗੁਰੂ ਜੀ। ਓਕੇ, ਹੁਣ ਇਹਨੂੰ ਸੁਣ ਸੁਣ ਕੇ ਹਿਰਦੈ ਚ ਵਸਾਣਾ। ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਇਹ ਆਵਾਜ਼ ਨੂੰ ਸੁਣ ਸੁਣ ਕੇ ਹਿਰਦੈ ਚ ਵਸਾਣਾ ਹੈ, ਫੇਰ ਸਾਡੀ ਪਰਮਗਤੀ ਹੋਊਗੀ, ਠੀਕ ਹੈ ਜੀ। ज्यादा तो ਹਾਂਜੀ ज्यादा सेवा करनी है इस आवाज से, मालिक की मुख दी आवाज, ये शब्द गुरु है। ਹਾਂਜੀ ਵਾਹਿਗੁਰੂ ਜੀ। ਉਂਝ ਪਰਮਾਤਮਾ ਦੀ ਮਿਹਰ ਨਾਲ ਜਦੋਂ ਅਸੀਂ ਸਵੇਰੇ ਬੈੱਡ ਤੋਂ ਉੱਠਦਿਆਂ ਸਾਰ ਜਿਵੇਂ ਸਾਨੂੰ ਵਾਹਿਗੁਰੂ ਹੀ ਕਹਿ ਰਿਹਾ ਕਿ ਤੁਸੀਂ ਪਹਿਲਾਂ ਆਵਾਜ਼ ਸੁਣ ਕੇ ਫਿਰ ਬੈੱਡ ਤੋਂ ਥੱਲੇ ਉਤਰਨਾ। ਸਾਨੂੰ ਬੀਬੀ ਗੁਰਵਿੰਦਰ ਕੌਰ ਜੀ ਨੇ ਵੀ ਇਹੀ ਗੱਲ ਸਮਝਾਈ ਕਿ ਪਹਿਲਾਂ ਪਰਮਾਤਮਾ ਨੂੰ ਸੁਣਨਾ, ਉਹਦੇ ਹੁਕਮ ਚ ਆਉਣਾ, ਉਸ ਤੋਂ ਬਾਅਦ ਤੁਸੀਂ ਕੋਈ ਦੂਸਰਾ ਕੰਮ ਕਰਨਾ। ਵਾਹਿਗੁਰੂ ਜੀ ਇੰਝ ਕਰਦੇ ਆ ਤੇ ਮਤਲਬ ਸਵੇਰੇ ਪਰਮਾਤਮਾ ਦੀ ਮਿਹਰ ਨਾਲ ਯਾਦ ਹੁੰਦੀ ਆ ਵਾਹਿਗੁਰੂ। ਪਹਿਲਾਂ ਜਦੋਂ ਅਸੀਂ ਨਵੀਂ ਸ਼ੁਰੂਆਤ ਕੀਤੀ ਸੀ, ਅਸੀਂ ਪਹਿਲਾਂ ਦਿਲ ਤੇ ਹੱਥ ਰੱਖ ਕੇ ਕਹਿਣਾ ਹਾਂ ਯਾਦ ਆ, ਹਾਂਜੀ, ਫਿਰ ਕਹਿਣਾ ਹਾਂਜੀ ਵਾਹਿਗੁਰੂ ਯਾਦ ਆ ਦਿਲ ਦੇ ਵਿੱਚ। ਪਰ ਵਾਹਿਗੁਰੂ ਹੁਣ ਥੋੜਾ ਜਿਹਾ ਪਰਮਾਤਮਾ ਨੇ ਮਿਹਰ ਕੀਤੀ ਵੀ ਹਾਂ ਪਤਾ ਲੱਗ ਗਿਆ ਵੀ ਯਾਦ ਵਸੀ ਹੈ। ਜਦੋਂ ਵੀ ਜਾਗ ਖੁੱਲਦੀ ਉਦੋਂ ਲੱਗਦਾ ਕਿ ਹਾਂ ਨਹੀਂ ਸਾਨੂੰ ਤੇਰੀ ਯਾਦ ਹੈ ਪਰਮਾਤਮਾ। ਹਾਂਜੀ ਹਾਂਜੀ ਹਾਂਜੀ, ਆਈ ਵਾਹਿਗੁਰੂ ਅਸੀਂ ਵਿਚਾਰ ਕਰਦੇ ਹਾਂ ਕਿ ਆਪਾਂ ਪਿਛਲੇ ਕਈ ਵਾਰ ਕਥਾ ਦੇ ਵਿੱਚ ਜਾਂ ਦੁਹਰਾਇਆ ਹੈ ਕਿ ਦੇਖੋ ਜਦ ਨਿੱਜੀ ਪ੍ਰੈਕਟੀਕਲ ਹੁੰਦਾ ਤੇ ਗੁਰਮੁਖ ਆਪ ਦੱਸਣ ਲੱਗਦੇ ਹੈ ਕਿ ਇੱਕ ਤਾਂ ਹੁੰਦਾ ਹੈ ਕਿ ਸਾਨੂੰ ਯਾਦ ਕਰਨ ਦੀ ਜ਼ਰੂਰਤ ਪੜੇ, ਫਿਰ ਇੱਕ ਹੈ ਕਿ ਸਾਨੂੰ ਯਾਦ ਹੈ ਤਾਂ ਇਹਦਾ ਮਤਲਬ ਕਿ ਹਾਂਜੀ ਯਾਦ ਬਸਣੀ ਹੈ ਨਾ। ਹਾਂਜੀ ਤੇ ਹਾਂਜੀ ਭਾਈ। ਇਸੀ ਤਰੀਕੇ ਤੇ ਬਾਕੀ ਸਾਰੇ ਗੁਰਮੁਖਾਂ ਨੇ ਵੀ ਵਾਹਿਗੁਰੂ ਬੇਨਤੀ ਕਰਦੇ ਹੈ ਕਿ ਮਾਲਿਕ ਨੂੰ ਹਿਰਦੈ ਚ ਬਸਾਣਾ ਹੈ, ਤਾਂ ਕਿ ਹੁਣੇ ਤਾਂ ਸਾਨੂੰ ਲੋੜ ਪੈ ਰਹੀ ਹੈ ਉਹਨੂੰ ਯਾਦ ਕਰਨ ਦੀ, ਫਿਰ ਉਹਦਾ ਚੇਤਾ ਸਾਡੇ ਹਿਰਦੈ ਚ ਬਸ ਜਾਵੇ, ਤਾਂ ਕਿ ਸਾਨੂੰ ਸਾਡੀ ਜਿਵੇਂ ਵੀ ਅਸੀਂ ਇਸ ਲੋਕ ਦੇ ਵਿੱਚ ਆਵੇ ਤੇ ਸਾਨੂੰ ਇੱਕ ਹੀ ਆਵੇ ਕਿ ਮਾਲਿਕ, ਬਸ ਸਿਰਫ ਇੱਕ ਹੀ ਵਿਚਾਰ ਆ ਸਾਡੇ ਅੰਦਰ, ਔਰ ਮਾਲਿਕ ਦੀ ਮੁਖ ਦੀ ਆਵਾਜ਼ ਮਤਲਬ ਪ੍ਰੇਮ ਮਾਲਿਕ ਦੇ ਲਈ, है ना। इसी तरीके से ही अगली कृपा होनी है। वाहिगुरु आप जी ने ऐसे ही आवाज सुन के सेवा करनी है और मालिक का बहुत बहुत शुक्रिया अदा करना है कि आप जी मालिक इस तरीके की कृपा बनाए रखना। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ ਪਿੰਦਰਜੀਤ ਕੌਰ ਖੋ ਰਹੇ ਸੀ ਆਪਣਾ ਅਨਮਿਊਟ, ਤੇ ਉਹਨਾਂ ਦਾ ਨੰਬਰ ਵੀ ਹੈਗਾ, ਤੁਸੀਂ ਹਾਂਜੀ ਗੁਰਮੁਖ ਅਸੀਂ ਇੱਕ ਮਿੰਟ ਕਹਿੰਦੇ ਜੀ, ਇਹ ਜੋਗਿੰਦਰ ਸਿੰਘ ਗੁਰਮੁਖ ਆ ਗਏ ਹੁਣ, ਇਹ ਕੈਮਰੇ पे ਸਾਨੂੰ ਦਿਖ ਰਹੇ, ਇਹ ਇਹਨਾਂ ਤੇ ਕਹੋ ਕਰੇ ਵਿਚਾਰ। ਇਹ ਉਹਨਾਂ ਦੀ ਇੱਛਾ ਜੀ, ਅਸੀਂ ਕੁਛ ਨਹੀਂ ਕਹਿਣਾ, ਗੁਰਮੁਖ ਹੈਗੇ ਆ। ਹਾਂਜੀ ਭਾਈ ਜੋਗਿੰਦਰ ਸਿੰਘ ਜੀ, ਤੁਹਾਨੂੰ ਭੈਣ ਜੀ ਕਹਿੰਦੇ ਕੁਛ ਬੋਲਣਾ ਤਾਂ ਬੋਲ ਸਕਦੇ ਆ। ਨਹੀਂ ਉਹਨਾਂ ਨੂੰ ਪਤਾ ਜੀ, ਫੋਨ ਉਹਨਾਂ ਨੂੰ ਚਲਾਉਣਾ ਆਉਂਦਾ, ਉਹਨਾਂ ਨੇ ਅਨਮਿਊਟ ਕਰ ਲੈਣਾ ਸੀ ਜੇ ਬੋਲਣਾ ਹੁੰਦਾ ਤਾਂ, ਕੋਈ ਗੱਲ ਨਹੀਂ। ਭਾਈ ਮਨਮੋਹਨ ਸਿੰਘ ਵੀ ਬੋਲ ਸਕਦੇ ਆ, ਪਰ ਉਸ ਤੋਂ ਬਾਅਦ ਭੈਣ ਜੀ ਪਿੰਦਰਜੀਤ ਕੌਰ, ਤੁਸੀਂ ਅਨਮਿਊਟ ਕਰ ਲਓ ਭੈਣ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੀਬੀ ਜੀ, ਮੇਰਾ ਇਹ ਆ ਕਿ ਮੇਰਾ ਇਹ ਕੁਐਸਚਨ ਆ ਕਿ ਮੈਂ ਸਿਮਰਨ ਥੋੜਾ ਟਾਈਮ ਹੀ ਹੋਇਆ ਸ਼ੁਰੂ ਕੀਤਾ, ਬੀਬੀ ਗੁਰਿੰਦਰ ਕੌਰ ਜੀ ਨੇ ਸਾਨੂੰ ਸਮਝਾਇਆ, ਤੇ ਪਹਿਲਾਂ ਜਦੋਂ ਸਿਮਰਨ ਸ਼ੁਰੂ ਹੋਇਆ ਸੀਗਾ ਤਾਂ ਉਹਨਾਂ ਨੇ ਸਿਰ ਮੈਨੂੰ ਦੱਸਿਆ ਸੀ ਕਿ ਤੁਸੀਂ ਏਦਾਂ ਸਿਮਰਨ ਕਰਨਾ, ਤਾਂ ਮੈਂ ਸਵੇਰੇ ਉੱਠ ਕੇ 15 ਕੁ ਮਿੰਟ ਲਾਉਂਦੀ ਸੀ ਸਿਮਰਨ ਕਰਨ ਲੱਗੀ। ਤੇ ਇੱਕ ਦਿਨ ਜਿਵੇਂ ਸ਼ਾਮ ਨੂੰ, ਉਦੋਂ ਆਪਣੇ ਕੈਨੇਡਾ ਵਾਲਿਆਂ ਦਾ ਸਿਮਰਨ ਸ਼ਾਮ ਨੂੰ 8 ਤੋਂ 10 ਹੁੰਦਾ ਏ ਮੈਲਬਰਨ ਦੇ ਹਿਸਾਬ ਨਾਲ, ਤੇ ਮੈਂ ਉਹ ਵਾਲਾ ਸਿਮਰਨ ਜ਼ਰੂਰ ਸੁਣਦੀ ਸੀ। ਔਰ ਇੱਕ ਦਿਨ ਮੈਂ ਲੇਟ ਹੋ ਗਈ ਤਾਂ ਮੈਂ ਆਪਣੇ ਹਸਬੈਂਡ ਨੂੰ ਕਿਹਾ ਕਿ ਮੈਂ ਸਿਮਰਨ ਕਰਨਾ, ਉਹ ਕਹਿੰਦੇ ਠੀਕ ਹੈ। ਮੈਂ ਸਿਮਰਨ ਕਰਨ ਹੀ ਲੱਗੀ ਸੀ ਤਾਂ ਮੈਨੂੰ ਏਦਾਂ ਫੀਲ ਹੋਇਆ ਕਿ ਜਿਵੇਂ ਕੁਛ ਪ੍ਰਕਾਸ਼ ਦੀ ਤਰ੍ਹਾਂ ਕੁਛ ਆ ਰਿਹਾ ਤੇ ਉਹ ਮੇਰੇ ਵਿੱਚ ਕੁਛ ਮੈਂ ਸਮਾ ਰਹੀ ਹਾਂ ਜਾਂ ਉਹ ਚੀਜ਼ ਅੱਗੇ ਆ ਰਹੀ ਆ, ਤਾਂ ਕੁਛ ਹੋ ਰਿਹਾ, ਤਾਂ ਮੈਂ ਡਰ ਗਈ ਔਰ ਮੈਂ ਅੱਖਾਂ ਆਪਣੀਆਂ ਖੋਲ ਲਈਆਂ। ਤੇ ਬਾਅਦ ਚ ਮੈਂ ਬੀਬੀ ਜੀ ਨੂੰ ਦੱਸਿਆ, ਗੁਰਿੰਦਰ ਕੌਰ ਜੀ ਨੂੰ, ਭੈਣ ਜੀ ਨੂੰ, ਉਹਨਾਂ ਨੇ ਕਿਹਾ ਕਿ ਤੁਸੀਂ ਅੱਖਾਂ ਨਹੀਂ ਖੋਲਣੀਆਂ। ਉਹਨਾਂ ਨੇ ਫਿਰ ਹੋਰ ਡਿਟੇਲ ਚ ਸਾਨੂੰ ਦੱਸਿਆ। ਉਸ ਤੋਂ ਬਾਅਦ ਬੀਬੀ ਜੀ ਫਿਰ ਹੌਲੀ ਜਿਵੇਂ ਵਾਹਿਗੁਰੂ ਦੀ ਕਿਰਪਾ ਹੋਈ, ਜਿਵੇਂ ਉਹ ਸਾਨੂੰ ਸਮਝਾਉਂਦੇ ਗਏ, ਮੈਂ ਸਿਮਰਨ, ਮੇਰੇ ਤੋਂ ਸਿਮਰਨ ਉੱਚੀ ਹੁੰਦਾ ਨਹੀਂ ਸੀ, ਜਿਵੇਂ ਮੈਂ ਸਲੋ ਕਰਦੀ ਸੀ ਤਾਂ ਆਪਣੇ ਆਪ ਹੀ ਅਪ ਹੋ ਜਾਂਦਾ ਸੀ, ਜਿਵੇਂ ਉੱਪਰ ਉੱਠ ਜਾਂਦਾ ਸੀਗਾ। ਤੇ ਫਿਰ ਜਿਹੜੀ ਸਾਡੇ ਨਾਲ ਦੀ ਸੰਗਤ ਸੀ ਜ਼ਿਆਦਾਤਰ ਉਹ ਸਲੋ ਕਰਦੀ ਆ, ਤੇ ਉਸ ਟਾਈਮ ਜਦੋਂ ਮੈਂ ਉੱਚੀ ਕਰਦੀ ਸੀ ਤਾਂ ਮੈਨੂੰ ਸ਼ਬਦ ਬਹੁਤ ਜ਼ਿਆਦਾ ਸੁਣਦੀਆਂ ਸੀ, ਆਵਾਜ਼ਾਂ ਜਿਵੇਂ ਕੋਈ ਬੂਫਰ ਹੋਵੇ, ਜਾਂ ਜਿਵੇਂ ਤੁਸੀਂ ਕਿਹਾ ਕਿਤੇ ਸ਼ੰਖ ਵੱਜ ਰਿਹਾ ਹੋਵੇ, ਟੱਲ ਵੱਜ, ਬਹੁਤ ਵਧੀਆ ਮਤਲਬ ਕਿ ਸ਼ਬਦ ਸੁਣਦੇ ਸੀਗੇ। ਤਾਂ ਮੈਂ ਉਦੋਂ ਬੀਬੀ ਗੁਰਿੰਦਰ ਕੌਰ ਜੀ ਨੂੰ ਦੱਸਿਆ ਵੀ, ਤਾਂ ਉਹਨਾਂ ਨੇ ਕਿਹਾ ਬਹੁਤ ਵਧੀਆ ਏ। ਤਾਂ ਫਿਰ ਮੈਨੂੰ ਪਤਾ ਨਹੀਂ ਮੇਰੇ ਮਨ 'ਚ
ਕੀ ਹੋਇਆ ਕਿ ਮੈਨੂੰ ਲੱਗਾ ਕਿ ਸਾਰੀ ਸੰਗਤ ਤਾਂ ਸਲੋ ਕਰਦੀ ਹੈ ਤੇ ਮੈਨੂੰ ਵੀ ਸਲੋ ਕਰਨਾ ਚਾਹੀਦਾ ਹੈ। ਤਾਂ ਮੈਂ ਜੋ ਸਲੋ ਕਰਦੀ ਸੀ ਮੈਨੂੰ ਨੀਂਦ ਆ ਜਾਂਦੀ ਸੀ, ਤੇ ਜਿਹੜੀ ਮੈਨੂੰ ਛਾਂ ਦੀ ਵਾਹਿਗੁਰੂ ਦੀ ਕਿਰਪਾ ਨਾਲ ਜਿਹੜੀ ਛਾਂ ਦੀ ਆਵਾਜ਼ ਆਉਂਦੀ ਆ, ਬੀਬੀ ਜੀ ਇੰਨੀ ਕਿਰਪਾ ਹੈ ਕਿ ਉਹ ਹਮੇਸ਼ਾ ਹੀ ਸੁਣਦੀ ਰਹਿੰਦੀ ਆ। ਉਹ ਹਮੇਸ਼ਾ ਹੀ ਜਿੱਥੇ ਵੀ ਮੈਂ ਬੈਠੀ ਹੋਵਾਂ, ਖੜੀ ਹੋਵਾਂ, ਰਾਤ ਨੂੰ ਸੌਣ ਲੱਗਿਆ ਵੀ, ਤੇ ਜਿਵੇਂ ਸਾਨੂੰ ਦੱਸਿਆ ਗਿਆ ਵੀ ਉਹਨੂੰ ਸੁਣਨਾ ਤੇ ਸੁਣੀਦਾ ਵੀ ਆ ਉਹਨੂੰ। ਤੇ ਫਿਰ ਜਦੋਂ ਮੈਂ ਸਲੋ ਸਿਮਰਨ ਕਰਨ ਲੱਗੀ ਤਾਂ ਉਹ ਸ਼ਬਦ ਸੁਣਨੇ ਬੰਦ ਹੋ ਗਏ। ਤੇ ਹੁਣ ਕਿੰਨੇ ਦਿਨਾਂ ਦਾ ਮਨ 'ਚ ਬੜਾ ਵਿਚਾਰ ਸੀਗਾ ਕਿ ਸ਼ਬਦ ਨਹੀਂ ਸੁਣਦੇ। ਤੇ ਪਰਸੋਂ ਜੋ ਤੁਹਾਡੀ ਕਥਾ ਸੁਣੀ, ਤੁਸੀਂ ਕਿਹਾ ਕਿ ਵਾਹਿਗੁਰੂ ਨਾਲ ਤੁਸੀਂ ਪਿਆਰ ਪਾਓ, ਤੁਹਾਨੂੰ ਵਿਰਾਗ ਆਵੇ। ਤਾਂ ਮੈਂ ਸੋਚ ਰਹੀ ਸੀ ਕਿ ਵਿਰਾਗ ਆਉਂਦਾ ਕਿੱਦਾਂ ਏ, ਕਿ ਬੀਬੀ ਜੀ ਕਹਿ ਰਹੇ ਆ ਵੀ ਇਹ ਵਿਰਾਗ ਕਰੋ ਆਪਣਾ, ਤੇ ਮੈਂ ਕਿਹਾ ਮੈਨੂੰ ਆਉਂਦਾ ਹੀ ਨਹੀਂ। ਪਰ ਇੰਨੀ ਕਿਰਪਾ ਹੋਈ ਕਿ ਮੈਨੂੰ ਕੱਲ ਸ਼ਾਮ ਦਾ ਬਹੁਤ ਹੀ ਮੇਰੇ ਅੰਦਰੋਂ ਪਤਾ ਨਹੀਂ ਕਿ ਆਪਣੇ ਆਪ ਹੀ ਮੈਨੂੰ ਰੋਣ ਆ ਰਿਹਾ ਸੀ ਬਹੁਤ ਜ਼ਿਆਦਾ। ਤੇ ਅੱਜ ਸਵੇਰੇ ਵੀ ਜਦੋਂ ਮੈਂ ਸਿਮਰਨ ਕੀਤਾ, ਮੈਂ ਬੀਬੀ ਗੁਰਿੰਦਰ ਕੌਰ ਜੀ ਨੂੰ ਵੀ ਫੋਨ ਕੀਤਾ, ਤੇ ਮੈਂ ਇੰਨੀ ਜ਼ਿਆਦਾ ਹੋਈ ਪਈ ਸੀ ਕਿ ਮੈਂ ਸਿਮਰਨ ਕਰਨਾ ਹੈ ਤੇ ਮੈਨੂੰ ਵਿਰਾਗ ਆ ਰਿਹਾ ਸੀ। ਔਰ ਅੱਜ ਬੀਬੀ ਜੀ ਇੰਨੀ ਕਿਰਪਾ ਹੋਈ ਕਿ ਮੈਨੂੰ ਪਹਿਲਾਂ ਵਾਲੀ ਅਵਸਥਾ ਦੇ ਵਿੱਚ ਉੱਦਾਂ ਹੀ ਮੈਨੂੰ ਸ਼ਬਦ ਸੁਣੇ, ਉੱਦਾਂ ਹੀ ਮੈਨੂੰ ਉਹ ਮਿਊਜ਼ਿਕ ਸੁਣਿਆ, ਤੇ ਮੇਰਾ ਬਹੁਤ ਹੀ ਮਨ ਲੱਗਾ, ਬਹੁਤ ਹੀ ਮਨ ਲੱਗਾ। ਔਰ ਤੁਸੀਂ ਮੈਨੂੰ ਦੱਸੋ ਕਿ ਅੱਗੋਂ ਮੈਂ ਹੋਰ ਕੀ ਕਰਾਂ ਜਿਹਦੇ ਨਾਲ ਮੈਂ ਵਾਹਿਗੁਰੂ ਦੇ ਹੋਰ ਵੀ ਨੇੜੇ ਜਾ ਸਕਾਂ। ਵਾਹਿਗੁਰੂ ਵਾਹਿਗੁਰੂ। ਹਾਂਜੀ ਗੁਰਮੁਖੋ, ਸਭ ਤੋਂ ਪਹਿਲੇ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋ। ਮਾਲਿਕ ਨੇ ਦੇਖੋ ਆਪ ਜੀ ਨੂੰ ਵਿਰਾਗ ਦੇ ਰਾਹੀਂ, ਵੈਰਾਗ ਦੀ ਵੀ ਜੋ ਦਾਤ ਹੈ ਉਹ ਮਾਲਿਕ ਨੇ ਹੀ ਸਾਡੀ ਜ਼ਿੰਦਗੀ ਦੇ ਵਿੱਚ ਪਾਣੀ ਹੈ। ਮਾਲਿਕ ਨੂੰ ਅਸੀਂ ਆਪਣੀ ਤਰਫ ਤੇ ਵਿਰਾਗ ਨਹੀਂ ਕਰਾ ਜਾ ਸਕਦਾ। ਮਾਲਿਕ ਦੇ ਲਈ ਅਸੀਂ ਫੇਰ ਆਈ ਕਹਾਂਗੇ, ਆਲ ਵਰਲਡ ਦੇ ਲਈ ਹੈ ਆ ਮੈਸੇਜ ਕਿ ਮਾਲਿਕ ਦੇ ਲਈ ਵਿਰਾਗ ਕੋਈ ਆਮ ਬੰਦਾ ਨਹੀਂ ਕਰ ਸਕਦਾ। ਮਾਲਿਕ ਦਾ ਵਿਰਾਗ ਉਸ ਤੋਂ ਉਹਨੂੰ ਹੀ ਆਉਂਦਾ ਹੈ ਜਿਸ ਤੋਂ ਮਾਲਿਕ ਆਪ ਖੁਦ ਕਿਰਪਾ ਕਰਦੇ हैं। ਉਹ ਤੜਫ, ਉਹ ਵਿਰਾਗ ਉਹਨੂੰ ਆਉਂਦਾ ਹੈ ਜਿਸ ਨੂੰ ਮਾਲਿਕ ਆਪਣੇ ਘਰ ਦੇ ਵਿੱਚ ਲੈ ਜਾਣਾ ਚਾਹੁੰਦੇ ਹੈ, ਆਪਣੀ ਦਾਤ ਵਰਤਦੇ ਹੈ ਵਿਰਾਗ ਦੀ। ਕਬੀਰਦਾਸ ਜੀ ਨੇ ਲਿਖਾ, ਬਿਨ ਵਿਰਾਗ ਨਾ ਛੂਟ ਸਮਾਇਆ। ਇਸ ਕਰਕੇ ਵਾਹਿਗੁਰੂ ਅਸੀਂ ਜਦ ਵੀ ਕਥਾ ਵਿਚਾਰ ਹੁੰਦੀ ਹੈ, ਨਿੱਜੀ ਪ੍ਰੈਕਟੀਕਲ ਦੇ ਰਾਹੀਂ ਗੁਰਬਾਣੀ ਗੁਰੂ ਨੂੰ ਉਹਦੇ ਵਿੱਚ ਮੈਚ ਕਰਦੇ ਹੋਇਆ ਦੱਸਦੇ ਹੈ, ਕੋਸ਼ਿਸ਼ ਕਰਦੇ ਹੈ ਕਿ ਸਭ ਤੋਂ ਸੌਖਾ ਤਰੀਕਾ ਹੈ ਮਾਲਿਕ ਦੇ ਮਿਲਾਪ ਦੇ ਲਈ ਮਾਲਿਕ ਤੋਂ ਪ੍ਰੇਮ। ਵੈਰਾਗ ਦੇ ਰਾਹੀਂ ਸਹਿਜ ਦੇ ਵਿੱਚ ਸੁਰਤੀ ਨੋਰਮਲੀ ਚਲੀ ਜਾਂਦੀ ਹੈ, ਆਪਣੇ ਆਪ ਹੀ ਨੀਵੀਂ ਵੀ ਆਪਣੀ ਆਪ ਹੀ ਹੋ ਜਾਂਦੀ ਹੈ। ਸਾਰਾ ਜੋ ਵਿਧੀਆਂ ਹੈ, ਅਸੀਂ ਆ ਨਹੀਂ ਕਹਿੰਦੇ, ਕੁਛ ਗੁਰਮੁਖਾਂ ਨੂੰ ਅਗਰ ਕਥਾ ਵਿਚਾਰ ਇਹ ਕਥਾ ਵਿਚਾਰ ਆਲ ਵਰਡ ਦੇ ਵਿੱਚ ਜਾਂਦੇ ਹੈ, ਕੋਈ ਵੀ ਇਹਨਾਂ ਨੂੰ ਸੁਣ ਸਕਦਾ ਹੈ, ਤੇ ਉਹਨਾਂ ਨੂੰ ਲੱਗਦਾ ਜੀ ਡਾਇਰੈਕਟਲੀ ਮਾਲਿਕ ਤੋਂ ਮਿਲਾਪ ਦੀ ਗੱਲ ਹੈ ਕਰਦੇ। ਨਹੀਂ, ਵਾਹਿਗੁਰੂ ਅਸੀਂ ਪ੍ਰੇਮ ਦੀ ਜੋ ਗੱਲ ਕਰਦੇ ਹੈ ਉਹਦੇ ਵਿੱਚ ਸਾਰੀਆਂ ਵਿਧੀਆਂ ਆਪ ਲੱਗ ਜਾਣੀਆਂ ਹੈ। ਆ ਨਹੀਂ ਹੈ ਕਿ ਅਸੀਂ ਬਿਨਾਂ ਵਿਧੀ ਤੋਂ ਮਾਲਿਕ ਤੋਂ ਮਿਲ ਸਕਦੇ ਹਾਂ। ਗੁਰਬਾਣੀ ਗੁਰੂ ਕਹਿੰਦੇ ਹੈ, ਜੋਰ ਨਾ ਜੁਗਤ ਛੁਟੈ ਸੰਸਾਰ, ਕਿ ਜੋਰ ਨਾਲ ਨਹੀਂ ਛੁੱਟਣਾ, ਜੁਗਤੀ ਨਾਲ ਛੁੱਟੂਗਾ। तो फिर अगे उन्होंने सानू या भी तो सोझी दी है ना, खुले शब्दां च सानू कहा है, जिन साच कहूं सुन ले हो सब है, जिन प्रेम कियो तिन ही प्रभु पायो। ਇਹਦਾ मतलब प्रेम ਦੇ ਵਿੱਚ ਸਾਰੀਆਂ ਹੀ ਜੁਗਤੀਆਂ ਵਿਧੀਆਂ ਹੈਗੀਆਂ। तो जो विराग सानू है वो मालिक ਦੀ ਦਾਤ ਹੈ। ਅਸੀਂ ਸਾਰੀ ਸੰਗਤ ਨੂੰ ਫਿਰ ਕਹਿੰਦੇ ਹਾਂ ਕਿ ਦੇਖੋ ਮਾਲਿਕ ਕਿੰਨੇ ਸੌਖੇ ਤਰੀਕੇ ਦੇ ਨਾਲ ਗੁਰਮੁਖਾਂ ਦੇ ਰਾਹੀਂ ਸਾਨੂੰ ਜਨਾ ਰਹੇ ਕਿ ਵੈਰਾਗ ਵੀ ਮਾਲਿਕ ਦੀ ਦਾਤ ਹੈ। ਵੈਰਾਗ ਦੇ ਰਾਹੀਂ ਜਦ ਸੁਰਤੀ ਸਹਿਜ ਦੇ ਵਿੱਚ ਚਲੀ ਜਾਊਗੀ ਤੇ ਉਹ ਆਵਾਜ਼ ਨੂੰ ਸੁਣ ਸਕਦੀ ਹੈ। ਜਿਵੇਂ ਕਿ ਹੁਣੀ 2-3 ਗੁਰਮੁਖਾਂ ਤੋਂ ਪਹਿਲੇ ਹੀ ਗੁਰਮੁਖਾਂ ਦਾ ਕੁਐਸਚਨ ਥਾ ਕਿ ਸਾਨੂੰ ਨਾਮ ਸੁਣਨ ਹਟ ਜਾਂਦਾ ਹੈ, ਤੇ ਆਪ ਜੀ ਦੀ ਆਨਸਰ ਦੇ ਵਿੱਚ, ਆਪ ਜੀ ਦੇ ਕੁਐਸਚਨ ਦੇ ਵਿੱਚ ਉਹਨਾਂ ਦਾ ਆਨਸਰ ਵੀ ਬਿਲਕੁਲ ਕਲੀਅਰ ਹੋ ਗਿਆ ਕਿ ਜਿਵੇਂ ਕਿ ਅਸੀਂ ਮਨ ਦੇ ਵਿੱਚ ਵਿਚਾਰ ਲੈ ਲੈਂਦੇ ਹਾਂ ਕਿ ਸਾਨੂੰ ਸਹਿਜ ਸਿਮਰਨ ਕਰਨਾ, ਉੱਚੀ ਨਹੀਂ ਕਰਨਾ, ਤੇ ਅਸੀਂ ਵਿਚਾਰਾਂ ਦੇ ਵਿੱਚ ਆ ਜਾਂਦੇ ਹੈ ਨੋਰਮਲੀ, ਫਿਰ ਉਹ ਥੱਲੇ ਆ ਜਾਂਦੀ ਹੈ ਸੁਰਤੀ, ਉਹ ਆਵਾਜ਼ ਸਾਨੂੰ ਸੁਣੀ ਬੰਦ ਹੋ ਜਾਂਦੀ ਹੈ। ਜਿਵੇਂ ਕਿ ਅਸੀਂ ਉੱਚੀ ਸਿਮਰਨ ਕरेंगे ਔਰ ਵਿਰਾਗ ਦੇ ਰਾਹੀਂ ਸਿਮਰਨ ਹੋਊਗਾ। ਵੈਰਾਗ ਵੀ ਮਾਲਿਕ ਨੇ ਦੇਣਾ ਹੈ ਕਿ ਸਿਰਫ ਸਾਨੇ ਤਾਂ ਬੇਨਤੀ ਕਰਨੀ ਹੈ ਮਾਲਿਕ ਨੂੰ, ਮਾਲਿਕ ਆਪਣੇ ਆਪ ਹੀ ਵਰਤ ਜਾਂਦੇ ਹੈ। ਜਿਵੇਂ ਕਿ ਗੁਰਮੁਖਾਂ ਨੂੰ ਮਾਲਿਕ ਨੇ ਕਿਰਪਾ ਕਰੀ, ਇਸੀ ਤਰੀਕੇ ਤੇ ਜਦ ਸਾਨੂੰ ਵਿਰਾਗ ਆਊਗਾ ਤੇ ਮਨ ਸਹਿਜ ਜਾਊਗਾ, ਜਦ ਸਹਿਜ ਜਾਊਗਾ ਤੇ ਸਹਿਜ ਧੁਨ ਸੁਣੂਗਾ, ਉਹ ਮਾਲਿਕ ਦੇ ਮੁਖ ਦੀ ਆਵਾਜ਼ ਨੂੰ ਸੁਣੂਗਾ। ਲੇਕਿਨ ਅਸੀਂ ਪ੍ਰੋਪਰ ਮਾਲਿਕ ਨੂੰ ਹੀ ਬੁਲਾ ਰਹੇ ਹੋਵੇ, ਐਸਾ ਹੋਣਾ ਚਾਹੀਏ। ਤੇ ਹੁਣ ਅੱਗੇ ਗੁਰਮੁਖੋ ਆਪ ਜੀ ਨੇ ਜੋ ਆਵਾਜ਼ ਆਪ ਜੀ ਨੂੰ ਸੁਣਦੀ ਹੈ, ਜੇ ਆਪ ਜੀ ਨੂੰ ਤ੍ਰੈ ਗੁਣਾ ਦੇ ਵਿਚਾਰ ਆ ਜਾਂਦੇ ਆਪਾਂ ਭਵਸਾਗਰ ਦੇ ਵਿੱਚ, ਹੁਣ ਆਪਾਂ ਬੱਚੇ ਹੈ ਨਾ, ਸਿਖਿਆਰਥੀ, ਆਪਾਂ ਸਿੱਖ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ, ਤੇ ਆਪ ਜੀ ਨੇ ਆਪਣਾ ਸਿਮਰਨ ਜਾਰੀ ਰੱਖਣਾ ਹੈ, ਸਿਮਰਨ ਨਹੀਂ ਛੱਡਣਾ ਬਿਲਕੁਲ ਵੀ, ਸਿਮਰਨ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਪੱਖ ਕਰਨਾ ਹੈ। ਔਰ ਉਸ ਦੇ ਬਾਅਦ ਜੇ ਸਾਨੂੰ
ਸਲੋ ਸਿਮਰਨ ਕਰ ਰਹੇ ਹਾਂ ਔਰ ਸਾਨੂੰ ਆਵਾਜ਼ ਸੁਣਨੀ ਹਲਕੀ ਹੋ ਗਈ ਤੇ ਇਹਦਾ ਮਤਲਬ ਸਿਮਰਨ ਉੱਚੀ ਕਰਨਾ ਹੈ ਸਾਨੂੰ, ਤਾਂ ਕਿ ਸਾਡੀ ਸੁਰਤੀ ਦੁਬਾਰਾ ਥੋੜੀ ਦੇਰ ਉੱਚੀ ਕਰਨ ਦੀ ਲੋੜ ਹੁੰਦੀ ਹੈ, ਉਸ ਤੋਂ ਬਾਅਦ ਤਾਂ ਸੁਰਤੀ ਆਪਣੇ ਆਪ ਹੀ ਸਲੋ ਸਿਮਰਨ ਕਰਨਾ ਸ਼ੁਰੂ ਕਰ ਦਿੰਦੀ ਹੈ, ਫਿਰ ਆਪਣੇ ਆਪ ਹੀ ਸੁਣਨ ਦੇ ਵਿੱਚ ਆਸਣ ਲਾਣਾ ਸ਼ੁਰੂ ਕਰ ਦਿੰਦੀ ਹੈ, ਫਿਰ ਉਸ ਆਵਾਜ਼ ਨੂੰ ਸੁਣਨਾ। ਅਸੀਂ ਨਹੀਂ ਕਹਿੰਦੇ ਕਿ ਪੂਰਾ 1 ਘੰਟਾ ਉੱਚੀ ਕਰੋ, ਹਾਂਜੀ ਨਹੀਂ ਬੀਬੀ ਜੀ, ਬਸ ਥੋੜੇ ਕੁ ਦਿਨਾਂ ਤੋਂ, ਸੌਰੀ ਮੈਂ ਤੁਹਾਡੀ ਗੱਲ ਕੱਟੀ, ਥੋੜੇ ਕੁ ਦਿਨਾਂ ਤੋਂ ਹੋ ਰਿਹਾ, ਤੁਹਾਨੂੰ ਮੈਂ ਦੱਸਿਆ ਜਿਵੇਂ ਸ਼ਾਮ ਨੂੰ ਕੈਨੇਡਾ ਦਾ ਸਿਮਰਨ ਹੁੰਦਾ ਏ, ਤਾਂ ਮੈਂ ਸਿਮਰਨ ਤੇ ਸਾਰੇ ਬਹੁਤ ਵਧੀਆ ਕਰਦੇ, ਪਰ ਜਿਵੇਂ ਸਾਡਾ ਮਨ ਬਹੁਤ ਲੱਗਦਾ ਉਹਦੇ ਵਿੱਚ ਨਾ, ਤੇ ਥੋੜੇ ਕੁ ਦਿਨਾਂ ਤੋਂ ਹੋ ਰਿਹਾ ਕਿ ਜਦੋਂ ਮੈਂ ਉਹ ਸਿਮਰਨ ਕਰਦੀ ਹਾਂ ਤੇ ਉਹ ਛਾਂ ਦੇ ਜਿਹੜੇ ਸ਼ਬਦ ਆ ਬਹੁਤ ਉੱਚੀ ਹੋ ਜਾਂਦੇ ਆ, ਤੇ ਮੈਨੂੰ ਅੱਧੇ ਘੰਟੇ 'ਚ ਹੀ ਮੈਂ ਸੌਂ ਜਾਂਦੀ, ਔਰ ਸਵੇਰੇ ਜਦੋਂ ਉੱਠਦੀ ਉਦੋਂ ਵੀ ਉਹ ਸ਼ਬਦ ਸੁਣ ਰਹੇ ਹੁੰਦੇ ਆ। ਜਿਵੇਂ ਸਾਨੂੰ ਬੀਬੀ ਗੁਰਿੰਦਰ ਕੌਰ ਜੀ ਨੇ ਸਮਝਾਇਆ, ਖੈਰ ਉਹ ਸਾਨੂੰ ਬਹੁਤ ਸਮਝਾਉਂਦੇ ਆ, ਤੇ ਉਹ ਉਸੇ ਹਿਸਾਬ ਨਾਲ ਫਿਰ ਜਦੋਂ ਅਸੀਂ ਸਵੇਰੇ ਉੱਠਦੇ ਉਦੋਂ ਬਸ ਸੁਣ, ਤੇ ਨੀਂਦ ਬਹੁਤ ਆਉਂਦੀ ਆ। ਪਤਾ ਨਹੀਂ, ਜਦੋਂ ਸਵੇਰੇ ਵੀ ਅੰਮ੍ਰਿਤ ਵੇਲੇ ਸਿਮਰਨ ਅਸੀਂ ਕਾਲ ਅਟੈਂਡ ਕਰੀ ਦੀ ਆ, ਸੁਣ ਰਹੇ ਹੁੰਦੇ, ਤੇ ਅਸੀਂ ਸੁੱਤੇ ਪਏ ਹੁੰਦੇ ਆ ਤੇ ਕੰਨਾਂ 'ਚ ਸਿਮਰਨ, ਸਾਨੂੰ ਪਤਾ ਹੈ ਕਿ ਹੁਣ ਇਹ ਭਾਈ ਸਾਹਿਬ ਲੱਗ ਗਏ, ਹੁਣ ਇਹ ਗੁਰਮੁਖ ਲੱਗ ਗਏ ਹਨਾ, ਉਹ ਸਿਮਰਨ ਸਾਡੇ ਕੰਨਾਂ 'ਚ ਹੀ ਚੱਲ ਰਿਹਾ ਹੁੰਦਾ ਏ, ਤਾਂ ਪਤਾ ਨਹੀਂ ਨੀਂਦ ਕਿਉਂ ਆਉਂਦੀ ਆ ਨਾ ਉਸ ਟਾਈਮ ਤੇ, ਕਿ ਅਸੀਂ ਸੁੱਤੇ ਪਏ ਹੁੰਦੇ ਤੇ ਸਿਮਰਨ ਸਾਡੇ ਕੰਨਾਂ 'ਚ ਵਾਹਿਗੁਰੂ ਵਾਹਿਗੁਰੂ ਚੱਲ ਰਿਹਾ ਹੁੰਦਾ ਏ, ਤੇ ਫਿਰ ਸਾਨੂੰ ਕੋਈ ਹਲੂਣਦਾ, ਜਿਵੇਂ ਸਾਡੀ ਠਰਨ ਆਉਣ ਵਾਲੀ ਹੁੰਦੀ, ਕਿ ਕੋਈ ਸਾਨੂੰ ਮੋਢੇ ਤੋਂ ਜਿਵੇਂ ਠਾਉਂਦਾ ਕਿ ਉੱਠ ਜੋ, ਤੁਹਾਡਾ ਟਾਈਮ ਹੋਣ ਵਾਲਾ ਹੈ ਨਾ, ਤੇ ਏਦਾਂ ਸਾਨੂੰ ਫੀਲ ਹੁੰਦਾ ਏ। ਹਾਂਜੀ ਗੁਰਮੁਖੋ, ਇਸ ਤਰੀਕੇ ਤੇ ਸਾਨੂੰ ਸਿਮਰਨ ਜਾਰੀ ਰੱਖਣਾ ਹੈ। ਅਸੀਂ ਫੇਰ ਆਈ ਕਹਿੰਦੇ ਸਿਮਰਨ ਜਾਰੀ ਰੱਖਣਾ ਹੈ, ਔਰ ਆਵਾਜ਼ ਨੂੰ, ਜੋ ਸਾਡੇ ਕੰਨਾਂ ਦੇ ਵਿੱਚ ਆਵਾਜ਼ ਆ ਰਹੀ ਹੈ ਨਾ, ਪਹਿਲੇ ਤਾਂ ਵਾਹਿਗੁਰੂ ਗੁਰੂ ਮੰਤਰ ਦੀ ਆਵਾਜ਼ ਦੇ ਵਿੱਚ ਧਿਆਨ ਰੱਖਣਾ, ਉਸ ਤੋਂ ਬਾਅਦ ਜੋ ਸਾਨੂੰ ਆਵਾਜ਼ ਆ ਰਹੀ ਹੈ ਨਾ, ਕੰਨਾਂ ਦੇ ਵਿੱਚ ਜੋ ਆਵਾਜ਼ ਸੁਣ ਰਹੀ ਹੈ, ਇਸ ਸਪੇਸ ਦੇ ਵਿੱਚ ਧਿਆਨ ਰੱਖਦੇ ਹੋਏ ਉਸ ਆਵਾਜ਼ ਨੂੰ ਸੁਣਦੇ ਜਾਓ, ਉਹਨੂੰ ਸੁਣਦੇ ਸੁਣਦੇ ਜੇ ਸੁਰਤੀ ਸਹਿਜ 'ਚ ਜਾਂਦੀ ਹੈ ਤੇ ਉਹਨੂੰ ਜਾਣ ਦਿਓ, ਉਹਨੂੰ ਵਾਪਸ ਨਹੀਂ ਲਾਣਾ, ਫੇਰ ਦੁਬਾਰਾ ਤੇ ਉਸੇ ਚੀਜ਼ ਨੂੰ, ਉਸੇ ਵਿਧੀ ਨੂੰ ਟਰਾਈ ਕਰਨਾ, ਫੇਰ ਦੁਬਾਰਾ ਤੋਂ ਸੁਣਨਾ 'ਚ ਜਾਣਾ ਹੈ। ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਫਤਿਹ। ਹਾਂਜੀ, ਅੱਗੇ ਭਾਈ ਰਘਬੀਰ ਸਿੰਘ ਜੀ, ਇੰਡੀਆ। ਹਾਂਜੀ, ਉਸ ਤੋਂ ਅੱਗੇ ਫਿਰ ਭੈਣ ਜੀ ਦਾ ਆ ਗਿਆ, ਇਹਨਾਂ ਦਾ ਕੱਲ ਦਾ ਕੁਐਸਚਨ ਸੀ, ਇਹ ਬੋਲ ਨਹੀਂ ਰਹੇ ਭੈਣ ਜੀ ਰਘਬੀਰ ਕੌਰ ਜੀ, ਆਸਟ੍ਰੇਲੀਆ। ਅੱਗੇ ਰਾਜਨ ਜੁਲਕਾ ਜੀ, ਜੇ ਕੋਈ ਉਹਨਾਂ ਦਾ ਕੁਐਸਚਨ ਹੋਵੇ ਤਾਂ। ਅੱਗੇ ਸਾਹਿਲਪ੍ਰੀਤ, ਇੰਡੀਆ। ਸਿਮਰ ਕੌਰ ਜੀ ਕਾਫੀ ਚਿਰ ਤੋਂ ਟਰਾਈ ਕਰ ਰਹੇ ਆ ਅਨਮਿਊਟ ਕਰਨ ਦੀ। ਹਾਂਜੀ ਸਾਹਿਲਪ੍ਰੀਤ ਜੀ, ਅਨਮਿਊਟ ਕੀਤਾ ਤਾਂ ਬੋਲੋ, ਤੁਹਾਡਾ ਕੁਐਸਚਨ ਹੈਗਾ। ਵਾਹਿਗੁਰੂ ਜੀ ਸਾਹਿਬ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਫਿਰ ਕਰੋ ਭੈਣ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ। ਸਾਹਿਲਪ੍ਰੀਤ ਮੇਰਾ ਬੇਟਾ ਹੈ, ਮੈਂ ਡੈਡੀ ਉਹਦਾ। ਮੇਰੀ ਬੇਟੀ ਵੀ ਨਾਲ ਚੀਮਾ ਬਲਦੇਵ ਵੀ ਹੈ, ਚੀਮਾ। ਮੇਰਾ ਸਾਨੂੰ ਨਾ ਐਕਚੁਅਲੀ ਜਿਹੜਾ ਫੋਨ ਤੇ ਤੁਹਾਡਾ ਨਾਮ ਭਰਿਆ ਹੁੰਦਾ, ਅਸੀਂ ਉਹਦੇ ਨਾਲ ਹੀ ਬੁਲਾਉਂਦੇ ਹਾਂ, ਸੋ ਕਈ ਵਾਰੀ ਕੌਰ ਤੇ ਸਿੰਘ ਵੀ ਨਹੀਂ ਹੁੰਦਾ, ਇਹਦਾ ਸਾਨੂੰ ਮਾਫੀ ਦੇ ਦਿਓ, ਕਿਉਂਕਿ ਸਾਨੂੰ ਪਤਾ ਨਹੀਂ ਲੱਗਦਾ। ਸਤਿਗੁਰੂ ਨੇ ਸਾਨੂੰ ਤਾਂ ਬੜੀ ਸੋਹਣੀ ਬਖਸ਼ੀ ਸੀ ਕਿ ਆਪੇ ਹੀ ਪਤਾ ਲੱਗ ਜੇ, ਪਰ ਅਸੀਂ ਉਹ ਵਿੱਚੋਂ ਕੱਢਤੇ ਆ ਕੌਰ ਤੇ ਸਿੰਘ, ਤੇ ਇਸ ਕਰਕੇ ਸਾਨੂੰ ਮਾਫ ਕਰਿਓ ਵੀ ਕਿਸੇ ਨੂੰ ਅਸੀਂ ਬੁਲਾਉਣ ਲੱਗੇ, ਇਸ ਕਰਕੇ ਜਿਹੜਾ ਨਾਂ ਹੁੰਦਾ ਉਹੀ ਕੋਸ਼ਿਸ਼ ਕਰਦੇ ਹੈਗੇ ਆ। ਕਰੋ ਕਿਰਪਾ ਜੀ। ਓਕੇ ਓਕੇ। ਮੇਰੇ ਮਿਸੇ ਵੀ ਨਾਲ ਜੁੜੇ ਨੇ। ਮੈਨੂੰ ਤੇ 4 ਕੁ ਦਿਨ ਹੋਏ, 5 ਦਿਨ ਮੈਡਮ ਨੇ ਕਥਾ ਸੁਣਾਈ ਬੀਬੀ ਜਰਾਂ ਦੀ, ਤੇ ਮੈਂ ਤਾਂ ਸਿਮਰਨ ਕਰਦਾ ਸੀਗਾ ਵਾਹਿਗੁਰੂ ਜੀ ਦਾ, ਤੇ ਜਦੋਂ ਜਿੱਦਾਂ ਸ਼ੂਰਿੰਗ ਮਿੱਟੀ ਤੋਂ ਲੈ ਕੇ ਨਾਮ ਸਿਮਰਨ ਕਰੀ ਜਾਣਾ, ਤੇ ਉਹ ਤੁਹਾਨੂੰ ਪਤਾ ਸੰਤਾਂ ਬਾਰੇ ਉਹਨਾਂ ਦਾ ਨਜ਼ਰੀਆ ਕੀ ਸੀਗਾ। ਚਲੋ ਉਧਰ ਮੈਂ ਨਹੀਂ ਜਾਣਾ। ਉਹ ਕੰਨਾਂ ਦੀ ਆਵਾਜ਼ ਬਾਰੇ ਵੀ ਇੱਕ ਨੂੰ ਪੁੱਛਿਆ, ਮੇਰੇ ਸਹੁਰੇ ਕਈ ਸਾਲ ਤੋਂ ਮੇਰੇ ਕੰਨਾਂ 'ਚ ਆਵਾਜ਼ ਆ ਰਹੀ ਸੀ, ਤੇ ਮੈਨੂੰ ਕਿਸੇ ਨੇ ਕਿਹਾ ਵੀ ਕਾਲ ਦੀ ਆਵਾਜ਼ ਆ, ਇਹ ਨਹੀਂ ਸੁਣਨੀ, ਤੇ ਮੈਂ ਉਹ ਤੋਂ ਦੂਰ ਹੁੰਦਾ ਰਿਹਾ। ਤੇ ਹੁਣ ਤੁਹਾਡੀ ਕਥਾ ਸੁਣੀ ਹੈ, ਤੇ ਆ ਵੀ ਕੰਨਾਂ ਦੀ ਆਵਾਜ਼ ਜਿਹੜੀ ਸੁਣਨੀ ਜ਼ਰੂਰੀ ਹੈ। ਹੋਣੀ ਜਿੱਦਾਂ ਮੈਨੂੰ ਬਹੁਤ ਉੱਚੀ ਆਵਾਜ਼ ਸੁਣ ਰਹੀ ਹੈ, ਬੜੇ ਤਰ੍ਹਾਂ ਦੀ, ਹਰ ਤਰ੍ਹਾਂ ਦੀ ਬੜੀ ਉੱਚੀ ਆਵਾਜ਼, ਜੋ ਪਹਿਲਾਂ ਦੱਸ ਰਹੇ ਨੇ ਸਾਰੇ। ਤੇ ਕੀ ਮੈਂ ਮੰਨ ਲਾਂ ਕਿ ਮੈਨੂੰ ਮਾਲਕ ਨੇ ਨਾਮ ਦੀ ਦਾਤ ਬਖਸ਼ ਦਿੱਤੀ ਆ? ਹਾਂਜੀ ਵਾਹਿਗੁਰੂ। ਜੇ ਬਖਸ਼ ਦਿੱਤੀ ਆ ਤਾਂ ਮੈਂ ਕਰਾਂ ਅੱਗੇ ਕੀ ਕਰਾਂ? ਹੁਣ ਮੈਨੂੰ ਮਾਲਕ ਆਪ ਨੇ ਜੋੜੀ ਰੱਖੀ, ਮੇਰਾ ਵਿਸ਼ਵਾਸ ਨਹੀਂ ਬਣ ਰਿਹਾ ਕਿ ਮੈਂ ਇਹਨੂੰ ਸੁਣਾ ਹੁਣ, ਕਿਉਂਕਿ ਮੈਂ ਵਾਹਿਗੁਰੂ ਮੰਨਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰੂ, ਕੋਈ ਗੱਲ ਨਹੀਂ, ਵਾਹਿਗੁਰੂ ਮਾਲਿਕ ਕਿਰਪਾ ਕरेंगे, ਆਪ ਜੀ ਦਾ ਭਰੋਸਾ ਬਣੂਗਾ ਆਵਾਜ਼ ਤੋਂ, ਇਸ ਤੋਂ
या मालिक दी ਅਸੀਂ ਫੇਰ ਇੱਕ ਵਾਰ ਨਹੀਂ, ਅਗਰ ਸਾਡੀ ਜ਼ੁਬਾਨ ਤੋਂ ਮਾलिक जितनी बार भी बुलाएंगे ਅਸੀਂ एक ही बात कहेंगे कि अस जो मालिक दी मुख दी आवाज है, जो नाम है, ਇਹਦਾ ਆਪਾਂ ਦੇਣ ਨਹੀਂ ਦੇ ਸਕਦੇ ਜਾਂ ਅਨਮੋਲ ਦਾਤ ਹੈ। ਜਾਂ 4 ਯੁਗਾਂ ਤੋਂ ਬਾਅਦ ਕਲਯੁਗ ਦੇ ਸਮੇਂ ਦੇ ਵਿੱਚ ਆ ਕੇ ਮਾਲਿਕ ਦੀ ਹੁਕਮ ਦੇ ਵਿੱਚ ਰਹਿੰਦੇ ਹੋਇਆ ਜਾਂ ਆਵਾਜ਼ ਨਾਮ ਦਾ ਖਜ਼ਾਨਾ ਖੁੱਲਾ ਹੈ ਔਰ यह खजाना ਉਹਨਾਂ ਦੀ ਹੀ ਝੋਲੀ ਚ ਪਾਇਆ ਜਾ ਰਿਹਾ ਹੈ ਜੋ ਧੁਰ ਦੇ ਲੇਖੇ ਲੈ ਕੇ ਆਏ ਹਨ। तो इस करके ਅਸੀਂ ਬੇਨਤੀ ਕਰਦੇ हैं कि जिन ਗੁਰਮੁਖਾਂ ਨੂੰ ਆਨਾਮ ਦੀ ਦਾਤ ਮਿਲ ਰਹੀ ਹੈ, ਅਸੀਂ ਆਪਣੇ ਜੋ ਮਾਲਿਕ ਨੇ ਸਾਨੂੰ ਜਨਾਇਆ ਹੈ, ਅਸੀਂ ਖੁਦ ਮਾਲਿਕ ਦੇ ਘਰ ਦੇ ਬੱਚੇ ਹੈ, ਨੌਕਰ ਹੈ ਇੱਕ ਤਰ੍ਹਾਂ ਤੋਂ, ਤੇ ਜੋ ਨਿੱਜੀ ਪ੍ਰੈਕਟੀਕਲ ਦੇ ਵਿੱਚ ਮਾਲਿਕ ਨੇ ਜਨਾਇਆ ਹੈ, ਇਸ ਆਵਾਜ਼ ਆਪਾਂ ਦੇਣ ਨਹੀਂ ਦੇ ਸਕਦੇ। ਯਹੀ ਇੱਕ ਆਵਾਜ਼ ਮਾਲਿਕ ਦੀ ਘਰ ਦੀ ਸ਼ਬਦ ਗੁਰੂ ਜਿਨ੍ਹਾਂ ਨੇ ਸਾਨੂੰ ਸਕਾਲ ਪੁਰਖ ਪਰਮਾਤਮਾ ਦੇ ਘਰ ਸਨਮੁਖ ਕਰਨਾ ਹੈ, ਜਿਨਨੇ ਸਾਰਾ ਜਨਮ ਮਰਨ ਖੰਡਨ ਕਰਨਾ ਹੈ, ਜੋ ਸਾਨੂੰ ਜਨਮ ਜਨਮਾਂ ਤੋਂ ਹੀ ਜੋ ਉਹਨਾਂ ਦਾ ਘੇਰਾ ਪਿਆ ਹੋਇਆ ਹੈ ਉਹਨੂੰ ਕੱਟਣਾ ਹੈ। ਤੇ ਜਾਂ ਉਹ ਆਵਾਜ਼ ਹੈ ਜਾਂ ਮਾਲਿਕ ਦੀ ਘਰ ਦੀ ਅਨਮੋਲ ਦਾਤ ਹੈ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਮਾਲਿਕ ਨੂੰ ਬੇਨਤੀਆਂ ਕਰ ਕਰਕੇ ਮਨ ਨੂੰ ਸਹਿਜ ਦੇ ਵਿੱਚ ਲਾਓ ਔਰ ਮਾਲਿਕ ਨੂੰ ਕਹੋ ਕਿ ਅਕਾਲ ਪੁਰਖ ਜੀ ਆਪ ਜੀ ਨੇ ਦਾਤ ਪਾਈ ਹੈ ਤੇ ਮਨ ਨੂੰ ਇਹਨੂੰ ਸੰਭਾਲਣ ਦੀ ਸੋਝੀ ਵੀ ਆਪ ਹੀ ਵਰਤੋ। ਫਿਰ ਆਪ ਅਕਾਲ ਪੁਰਖ ਕਿਰਪਾ ਕਰਨਗੇ। ਆਪ ਜੀ ਨੂੰ ਬੇਨਤੀ ਮਾਲਿਕ ਨੂੰ ਹਾਜ਼ਰ ਨਾਜ਼ਰ ਹੋ ਕੇ ਕਰਨੀ ਹੈ। ਮਾਲਿਕ ਨੂੰ ਦੂਰ ਨਹੀਂ ਸਮਝਣਾ। ਮਾਲਿਕ ਸੁਣ ਦੇ ਵਿੱਚ ਬੈਠਾ ਹੈ, ਸਾਹਮਣੇ ਸਾਡੇ ਵਿੱਚ ਵੀ ਹੈ ਤੇ ਸਾਡੇ ਸਾਹਮਣੇ ਵੀ ਹੈ। ਸੁਨ ਸਮਾਦ ਗੁਫਾ ਤੇ ਆਸਨ ਸੁਣ ਦੇ ਵਿੱਚ ਹੈ। ਸਾਡੇ ਵਿਚਾਰਾਂ ਦੇ ਕਾਰਨ ਸਾਨੂੰ ਮਾਲਿਕ ਬਹੁਤ ਦੂਰ ਜਾਪਦਾ ਹੈ। ਜਿਵੇਂ ਕਿ ਗੁਰਬਾਣੀ ਸਾਨੂੰ ਸੋਝੀ ਦੀ ਕਿ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਹੀਂ ਆਵੇ। ਸਾਨੂੰ ਇਸ ਕੂੜ ਦੀ ਪਾਲ ਨੂੰ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਵਿੱਚ ਬੋਲਾ ਹੈ ਕਿ ਕੂੜੈ ਟੁੱਟੈ ਪਾਲ, ਉਹ ਕਹਿੰਦੇ ਹੁਕਮ ਰਜਾ ਹੀ ਚੱਲਣਾ ਨਾਨਕ ਲਿਖਿਆ ਨਾਲ। ਨਾਮ ਏਕੋ ਹੁਕਮ ਹੈ, ਨਾਨਕ ਸਤਿਗੁਰੂ ਦਿਆ ਬੁਝਾਏ ਜਿਉ। ਜੋ ਹੁਕਮ ਹੈ ਵਹੀ ਨਾਮ ਹੈ ਔਰ ਜੋ ਨਾਮ ਸਾਡੀ ਝੋਲੀ ਦੇ ਵਿੱਚ ਮਾਲਿਕ ਨੇ ਪਾ ਦਿਆ, ਇਹਦੇ ਰਾਹੀਂ ਹੀ ਅਸੀਂ ਮਾਲਿਕ ਦੇ ਘਰ ਅਸ ਹੁਕਮ ਦੇ ਵਿੱਚ ਚਲਦੇ ਹੋਇਆ ਹੀ ਅਸੀਂ ਮਾਲਿਕ ਦੇ ਘਰ ਪ੍ਰਵਾਨ ਹੋਏਂਗੇ। ਤੇ ਇਸ ਕਰਕੇ ਜਿਨ ਵੀ ਗੁਰਮੁਖਾਂ ਨੂੰ ਦਾਤ ਪ੍ਰਾਪਤ ਹੋ ਰਹੀ ਹੈ ਤੇ ਵਾਹਿਗੁਰੂ ਉਹ ਮਾਲਿਕ ਦਾ ਲਫ਼ਜ਼ਾਂ ਦੇ ਵਿੱਚ ਤਾਂ ਸ਼ੁਕਰੀਆ ਅਦਾ ਨਹੀਂ ਕਰਾ ਜਾ ਸਕਦਾ। ਉਸ ਆਵਾਜ਼ ਦੀ, ਉਸ ਮਾਲਿਕ ਦੇ ਘਰ ਦੀ ਦਾਤ ਦੀ ਸਹਿਜ ਦੇ ਵਿੱਚ ਬੈਠ ਕੇ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੋ, ਨਾਮ ਦੇ ਖਜ਼ਾਨੇ ਦੇ ਬਾਰੇ ਚ ਪੜ੍ਹੋ। ਵਾਹਿਗੁਰੂ ਜਦ ਸਾਡਾ ਮਨ ਇਸ ਤੋਂ ਮੰਨ ਜਾਊਗਾ ਫਿਰ ਅਗਲਾ ਭੰਡਾਰ, ਅਗਲਾ ਖਜ਼ਾਨਾ ਮਾਲਿਕ ਸਾਨੂੰ ਸੌਂਪੇਂਗੇ। ਬਹੁਤ ਖਜ਼ਾਨਾ ਹੈ ਮਾਲਿਕ ਦੇ ਘਰ, ਬਹੁਤ ਅਥਾ ਖਜ਼ਾਨਾ ਹੈ। ਤੇ ਭਰੋਸਾ ਬਣਾ ਕੇ ਇਸ ਆਵਾਜ਼ ਨੂੰ ਪਿਆਰ ਦੇ ਰਾਹੀਂ ਸੁਣਨਾ ਹੈ ਔਰ ਮਾਲਿਕ ਨੂੰ ਬੇਨਤੀਆਂ ਕਰਨੀਆਂ ਹੈ ਕਿ ਆ ਆਵਾਜ਼ ਜਾਂ ਮਾਲਿਕ ਦੀ ਦਾਤ ਸਾਡੇ ਹਿਰਦੇ ਚ ਬਸ ਜਾਵੇ। ਠੀਕ ਹੈ ਗੁਰੂ ਕੋ, ਕਿਉਂਕਿ ਆਪਾਂ ਨਹੀਂ ਕਰ ਸਕਦੇ। ਜਿਵੇਂ ਕਬੀਰਦਾਸ ਜੀ ਨੇ ਲਿਖਾ ਗੁਰਬਾਣੀ ਦੇ ਵਿੱਚ, ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ। ਅਸੀਂ ਨਹੀਂ ਕਰ ਸਕਦੇ। ਮਾਲਿਕ ਨੂੰ ਬੇਨਤੀਆਂ ਕਰਦੀਆਂ ਸੱਚੇ ਪਾਤਸ਼ਾਹ, ਨਾ ਅਸੀਂ ਕੁਛ ਕਰ ਸਕਦੇ ਹਾਂ, ਨਾ ਤੇਰੇ ਘਰ ਅਸੀਂ ਖੁਦ ਪ੍ਰਵਾਨ ਹੋ ਸਕਦੇ ਹਾਂ। ਸਾਡਾ ਜ਼ੋਰ ਨਹੀਂ ਚੱਲਦਾ। ਅਸੀਂ ਤਾਂ ਬਹੁਤ ਗੰਦੇ ਪਾਪੀ, ਬਹੁਤ ਜ਼ਿਆਦਾ ਨੀਚੇ ਲੈਵਲ ਦੇ ਹੈ। ਤੇ ਵਾਹਿਗੁਰੂ ਆਪ ਜੀ ਨੇ ਨਾਮ ਦੀ ਦਾਤ ਵਰਤੀ ਹੈ ਤੇ ਆਪ ਹੀ ਸੋਝੀ ਵਰਤ ਕੇ ਸਾਨੂੰ ਤਾਰ ਲਓ। ਇਸ ਤਰੀਕੇ ਤੇ ਬੇਨਤੀ ਕਰਨੀ ਹੈ ਮਾਲਿਕ ਨੂੰ। ਮਾਲਿਕ ਚੜ੍ਹਦੀ ਕਲਾ ਕਰੇਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਭੈਣ ਜੀ ਜਸਵਿੰਦਰ ਕੌਰ ਅਨਮਿਊਟ ਆ, ਕੋਈ ਕੁਐਸਚਨ ਤਾਂ ਨਹੀਂ ਜੀ ਤੁਹਾਡਾ? ਓਕੇ ਜੀ, ਅੱਗੇ ਭਾਈ ਸਾਹਿਬ ਤੋਂ ਸਿਮਰ ਕੌਰ ਕਾਫੀ ਟਾਈਮ ਖੋ ਰੱਖੇ, ਅੱਗੇ ਵੀ ਅਨਮਿਊਟ, ਉਹਨਾਂ ਨੇ ਅੱਗੇ ਕੱਲ ਵੀ ਕੁਐਸਚਨ ਕੀਤੇ ਸੀ। ਹਾਂਜੀ ਹੁਣ ਤੁਸੀਂ ਇੱਥੇ ਹਾਂਜੀ ਕਰੋ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਵਾਹਿਗੁਰੂ ਜੀ, ਮੈਂ ਭਾਈ ਸਾਹਿਬ ਜੀ ਨਾਲ ਗੱਲ ਹੋਈ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਆਪਣਾ ਜ਼ਿਆਦਾ ਤੋਂ ਜ਼ਿਆਦਾ ਆਵਾਜ਼ ਵੱਲ ਧਿਆਨ ਦਿਓ, ਸ਼ਬਦ ਵੱਲ ਧਿਆਨ ਦਿਓ। ਤਾਂ ਅੱਜ ਸਵੇਰੇ ਹੀ ਮੈਂ ਇਸ ਤਰ੍ਹਾਂ ਹੀ ਕੀਤਾ। ਪਹਿਲਾਂ ਸਿਮਰਨ ਕਰਕੇ ਉਸ ਤੋਂ ਬਾਅਦ ਮੈਂ ਸਿਮਰਨ ਬੰਦ ਕਰਕੇ ਫਿਰ ਮੈਂ ਆਵਾਜ਼ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਤਾਂ ਫਿਰ ਉਸ ਤੋਂ ਬਾਅਦ ਮੈਨੂੰ ਇਸ ਤਰ੍ਹਾਂ ਹੋਇਆ ਵੀ ਜਿਵੇਂ ਆਵਾਜ਼ ਮੇਰੇ ਆਲੇ ਦੁਆਲੇ ਸਾਰੇ ਘੁੰਮ ਗਈ ਉਹ ਆਵਾਜ਼, ਪੂਰੀ ਤਰ੍ਹਾਂ ਮੈਨੂੰ ਜਿਵੇਂ ਲਪੇਟ 'ਚ ਆ ਗਈ। ਤਾਂ ਉਸ ਤੋਂ ਬਾਅਦ ਫਿਰ ਮੈਂ ਜਪਜੀ ਸਾਹਿਬ ਚੌਪਈ ਸਾਹਿਬ ਸ਼ੁਰੂ ਹੋ ਗਿਆ। ਤਾਂ ਫਿਰ ਉਸ ਤੋਂ ਬਾਅਦ ਆਪਣਾ ਜਪਜੀ ਸਾਹਿਬ ਸ਼ੁਰੂ ਹੋ ਗਿਆ। ਤਾਂ ਉਸ ਤੋਂ ਬਾਅਦ ਮੈਨੂੰ ਇਹ ਨਹੀਂ ਗਾ ਵੀ ਮੈਂ ਸੁਣਨ 'ਚ, ਮੈਨੂੰ ਨਹੀਂ ਪਤਾ ਮੈਂ ਸੁਣਨ 'ਚ ਹਾਂ ਕਿ ਨਹੀਂ,
ਪਰ ਮੈਨੂੰ ਇਹ ਪਤਾ ਸੀ ਵੀ ਹਾਂ ਮੈਂ ਜਪਜੀ ਸਾਹਿਬ ਕਰ ਰਹੀ ਹਾਂ, ਮੈਂ ਚੌਪਈ ਸਾਹਿਬ ਕਰ ਰਹੀ ਹਾਂ, ਤੇ ਇੰਨਾ ਮੇਰੇ ਨਾਲ ਹੋਇਆ ਹੈ। ਜੀ ਵਾਹਿਗੁਰੂ। ਹਾਂਜੀ, ਗੁਰਮੁਖੋ, ਜਿਵੇਂ ਕਿ ਗੁਰਮੁਖਾਂ ਨੇ ਆਪਣਾ ਪ੍ਰੈਕਟੀਕਲ ਬਤਾਇਆ ਕਿ ਮਾਲਿਕ ਜੋ ਹਰਮੰਦਰ ਸਾਹਿਬ ਜੀ ਦ੍ਰਿਸ਼ਟਮਾਨ ਰੂਪ ਦੇ ਵਿੱਚ ਆਪਾਂ ਨੂੰ ਸੋਝੀ ਦੇਣ ਦੇ ਲਈ, ਸਾਰੇ ਹੀ ਗੁਰਮੁਖਾਂ ਨੂੰ ਸੋਝੀ ਦੇਣ ਦੇ ਲਈ ਸਾਨੂੰ ਇੱਕ ਦ੍ਰਿਸ਼ਟਮਾਨ ਰੂਪ ਦੇ ਵਿੱਚ, ਨਕਸ਼ੇ ਦੇ ਰੂਪ ਦੇ ਵਿੱਚ ਹਰਮੰਦਰ ਸਾਹਿਬ ਜੀ ਦਿਏ ਗਏ ਹੈ। ਉਹਨਾਂ ਦੇ ਵਿੱਚ ਆਪਾਂ ਵੈਸੇ 10 द्वार है, लेकिन जो मेन अंदर है जिथे कि आप एंटर होने, जिथे गुरु साहब जी रखे हुए हैं, गुरु ग्रंथ साहब महाराज जी, उत्थे 4 द्वार है और अंदर शब्द चलते रहने हैं। इस तरीके से ही जो साढ़े मत्थे का अगला पासा है, एक पिछला है सर दे पिछे, एक खब्बे सज्जे कन हो गए, वो फिर चारों ही तरह तो आवाज आनी शुरू हो जाती है। जैसे ही सुरती 10वें द्वार तो जाती है, वो फिर चारों ही तरफ से, जिवें कि गुरमुख दृश्यमान दे विच जानदे भी होएंगे वाहिगुरु की परिक्रमा भी उत्थे जाके गुरमुख करते हैं, वो चारों तरफ घूमते ना दृश्यमान दे विच, है ना। तो वो साड़ी सुरती परिक्रमा करती है, उत्थे जाके वो चारों तरफ आवाज बजनी माली की तरह तो आनी शुरू हो जाती है जी। ते बहुत बहुत आप जी का अच्छा प्रैक्टिकल है। और जो आप जी की सुरती है वो उधर जाग जाती है, जिवें कि हुणी साने विचार की कि वो उधर जाग जाती है, ते जाग के वाहिगुरु वो जपजी साहब जो भी मतलब और अगे का खेल और अगे है कि सुरती समा के मालिक दे सन्मुख हुंदी है। लेकिन आप जी का प्रैक्टिकल अच्छा है, उत्थे जाके इस तरह से जब सुरती अंदर तो संपर्क पाउण ते संपर्क खत्म कर देती है, फिर उधर आप जी की सुरती जागी, सुनो दे विच जाके जागी और उत्थे जाके सुरती, क्योंकि उत्थे जाके भी सारा कुछ खेल चल रहा है, वो आप देख भी सकते हैं और मालिक ने जे सानू जगाया ते असीं उत्थे खेल भी सकते हैं। ठीक है जी। ते इसी तरीके से आवाज ਹਾਂਜੀ ਸੌਰੀ ਵਾਹਿਗੁਰੂ ਜੀ। ਜਦੋਂ ਫਿਰ ਉਹਨਾਂ ਨੇ ਇਹ ਵੀ ਮੈਨੂੰ ਸਮਝਾਇਆ ਕਿ ਤੁਸੀਂ ਜਦੋਂ ਸੌਂਦੇ ਹੋ ਉਦੋਂ ਵੀ ਸਿੱਧੇ ਬਹਿ ਕੇ ਤੇ ਆਪਣਾ ਨਾਮ ਸੁਣਿਆ ਕਰੋ ਦੋਨਾਂ ਕੰਨਾਂ ਤੋਂ ਬਹੁਤ ਵਧੀਆ ਆਵਾਜ਼ ਆਉਂਦੀ ਹੈ ਮੈਨੂੰ। ਤੇ ਫਿਰ ਮੈਨੂੰ ਮੈਂ ਪੈ ਗਈ ਤਾਂ ਉਸ ਤਰ੍ਹਾਂ ਮੈਨੂੰ ਹੋਇਆ ਜਿਸ ਤਰ੍ਹਾਂ ਕਿ ਨਾ ਮੈਨੂੰ ਭਾਰ ਤਾਂ ਨਹੀਂ ਪੈਂਦਾ, ਜਿਵੇਂ ਦੱਬਾ ਵੀ ਨਹੀਂ ਪੈਂਦਾ, ਜਿਵੇਂ ਥੋੜਾ ਜਿਹਾ ਅਹਿਸਾਸ ਹੋਇਆ ਮੈਨੂੰ ਜਿਵੇਂ ਕਰੰਟ ਜਿਹਾ ਕੋਈ ਆ ਰਿਹਾ ਮੇਰੇ ਸਰੀਰ ਦੇ ਵਿੱਚ। ਤਾਂ ਫਿਰ ਮੈਂ ਡਰੀ ਤਾਂ ਨਹੀਂ, ਮੈਨੂੰ ਪਹਿਲਾਂ ਵੀ 1-2 ਵਾਰੀ ਇਸ ਤਰ੍ਹਾਂ ਹੋਇਆ ਸੀ ਤੇ ਭੈਣ ਜੀ ਨੇ ਮੈਨੂੰ ਦੱਸਿਆ ਸੀ ਕਿ ਨਹੀਂ ਏਦਾਂ ਡਰਨਾ ਨਹੀਂ ਹੈਗਾ, ਵੀ ਤੁਸੀਂ ਜਿਉਂ ਆਵਾਜ਼ ਸੁਣੋਗੇ ਤੇ ਤੁਹਾਡਾ ਡਰ ਖਤਮ ਹੁੰਦਾ ਜਾਏਗਾ। ਤਾਂ ਫਿਰ ਮੈਂ ਜਦੋਂ ਉਹ 2 ਮਿੰਟ ਹੋਇਆ ਤਾਂ ਫਿਰ ਮੈਨੂੰ ਮੇਰੇ ਜਿਹੜੇ ਲੱਕ ਦੇ ਪਿੱਛੇ ਨਾ ਵੀ ਇੱਕਦਮ ਜਿਵੇਂ ਰੀੜ੍ਹ ਦੀ ਹੱਡੀ ਵਿੱਚ ਤਾਂ ਵੀ ਜ਼ੋਰ ਦੀ ਵੱਜਦੀ ਹੈ, ਇਸ ਤਰ੍ਹਾਂ ਹੋਇਆ। हाँ जी वाहिगुरु। हाँ जी वाहिगुरु। हुणी अपने विचार की दो जो है, एक पिछला सिरा कहने इंगला पिंगला और सुखमना जो रीढ़ दी हड्डियां दी नाड़ियां है, या भी सिरा है अपना मालिक के घर जान का, एक अपना नाभि दे राही या सिरा है मालिक के घर जान का, 2 सिरे हैं ये, है ना। तो या सुरती सुखमना नाड़ी दे विच प्रकाश चल रहा है वाहिगुरु, है ना। ते सानू फिर पिछले सिरे ते भी मालिक दे राही ज्ञान दिया जाता, सानू जनाया जाता है कि उत्थे दे भी साड़ी सुरती ऊपर थल्ले सर दे पिछले पासे हुंदे होया मालिक दे घर प्रवेश हो सकती है। वो आप जी दी अच्छी अवस्था है। इसी तरीके से मालिक को प्रेम बधाया जाओ, नाम नू सुनना है वाहिगुरु। ਹਾਂਜੀ ਫਿਰ ਮੈਂ ਜਿਵੇਂ ਸੌਂਦੀ ਆ ਦੂਜੇ ਪਾਸੇ ਨੂੰ, ਮੈਂ ਕਈ ਵਾਰ ਤਾਂ ਪਹਿਲਾਂ ਡਰ ਜਾਂਦੀ ਸੀ, ਮੈਂ ਮੂੰਹ ਨਹੀਂ ਬਾਹਰ ਕੱਢਦੀ ਸੀ। ਤਾਂ ਜਦੋਂ ਮੈਂ ਮੂੰਹ ਬਾਹਰ ਕੱਢਦੀ ਮਤਲਬ ਤੇ ਮੈਨੂੰ ਏਦਾਂ ਹੁੰਦਾ ਵੀ ਜਿਵੇਂ ਕੋਈ ਚਮਕ ਪੈ ਰਹੀ ਹੈ, ਜਿਵੇਂ ਕੋਈ ਕਰੰਟ ਜਿਹਾ ਲੱਗ ਜਾਂਦਾ ਹੈ ਮੂੰਹ ਦੇ ਉੱਪਰ, ਇਸ ਤਰ੍ਹਾਂ ਹੁੰਦਾ ਸੀਗਾ। ਤੇ ਹੁਣ ਠੀਕ ਹੈ, ਪਹਿਲਾਂ ਵੀ ਬਹੁਤ ਏਦਾਂ ਜ਼ਿਆਦਾ ਹੁੰਦਾ ਸੀਗਾ ਪਹਿਲਾਂ ਸ਼ੁਰੂ 'ਚ। हाँ जी वाहिगुरु। वो करंट नहीं होता फिर वो तुसी नाम नू सुनिया करो, नाम नू सुनदे सुनदे जे थोड़े साथ ऐसा होया करे, वो तुसी उन्होंने करंट जा बोल रहे हो, वो साड़ी कई बार प्रकाश रूप दे विच तां मालिक दे भी दर्शन हो जाने हैं। वो बहुत ही ज्यादा मालिक का जो प्रकाश है वो बहुत तेज है ना, बहुत है, अथा है वो। ते उते भी साड़ी जो सुरती है, साड़ा जो मन है उसका सामना नहीं कर सकता, वो सुरती डर जाती है, एक तरह तो नर्वस हो जाती है। तो आप जी ने डरना नहीं हैगा, नाम नू सुनना है, नाम नू सुन के ही सहज दे विच जाना है, फिर मालिक अगला खेल वरताएंगे। सुरती समाऊगी नाम दे विच, फिर मालिक दे सन्मुख होगी। जिवें भी आप जी नू प्रकाश रूप दे विच दर्शन होया करे ते आप जी मालिक दा शुक्रिया अदा करया करो और दर्शन करया करो। ठीक है जी। वाहिगुरू जी का खालसा वाहिगुरू जी की फतेह। ਅੱਗੇ ਭੈਣ ਜੀ ਸੁਖ ਕੌਰ, ਫੋਨ ਤੇ ਉਹਨਾਂ ਦਾ ਨਾਂ ਸੁਖ ਕੌਰ ਆ।
ਅੱਗੇ ਸੁਖਜਿੰਦਰ ਸਿੰਘ ਸੁੱਖ। ਜੀ ਮੈਂ ਬੋਲਣ ਲੱਗੀ ਹਾਂਜੀ ਕਰੋ। ਮਿਊਟ ਨਹੀਂ। ਹਾਂਜੀ ਕਈ ਵਾਰੀ ਨਾ ਫੋਨ ਨਹੀਂ ਚਲਾਉਣਾ ਆਉਂਦਾ ਤੇ ਉਹ ਆਪਦੇ ਆਪ ਨੂੰ ਆਫ ਕਰ ਲਿਆ ਉਹਨਾਂ ਨੇ। ਹਾਂਜੀ ਅੱਗੇ ਸੁਖਜਿੰਦਰ। ਹਾਂਜੀ ਅੱਗੇ ਸੁਰਿੰਦਰ ਔਲਖ ਆ ਗਏ। ਹਾਂਜੀ ਸੁਖ ਕੌਰ ਫਿਰ ਆ ਗਏ ਬੈਕ। ਹਾਂਜੀ ਕਰੋ ਜੀ ਕੁਐਸਚਨ ਕਰੋ ਆਪਣਾ। ਤੁਸੀਂ ਫਿਰ ਮਿਊਟ ਕਰ ਲਿਆ ਆਪਣੇ ਆਪ ਨੂੰ ਜੀ, ਅਨਮਿਊਟ ਕਰਕੇ ਬੋਲੋ। ਸਿਰਫ ਉੱਥੇ ਇੱਕ ਵਾਰੀ ਟੱਚ ਕਰ ਦਿਓ ਫੋਨ ਨੂੰ, ਤੁਸੀਂ ਅਨਮਿਊਟ ਹੋ ਜਾਓਗੇ। ਜੀ ਅੱਗੇ ਤੇਜਿੰਦਰ ਕੌਰ ਜੀ। ਜਿੰਨੇ ਆਪਣੇ ਜੁਆਇਨ ਆ ਸਾਰੇ ਗੁਰਮੁਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪ੍ਰਸ਼ਨ ਸੀ, ਮੈਂ ਗੁਰਵਿੰਦਰ ਜੀ ਤੋਂ ਵੀ ਪੁੱਛਿਆ ਸੀ ਔਰ ਬਾਬਾ ਧਰਮਜੀਤ ਸਿੰਘ ਜੀ ਨਾਲ ਵੀ ਮੇਰੀ ਗੱਲ ਹੋਈ ਸੀ। ਜਿਸ ਤਰ੍ਹਾਂ ਸਵੇਰੇ ਜਾਪ ਕਰਾਈਦਾ 4 ਵਜੇ ਹਨਾ, ਤੇ ਉਸ ਤਰ੍ਹਾਂ ਤਬਲੇ ਦੀ ਆਵਾਜ਼ ਆਉਂਦੀ ਹੈ ਔਰ ਕਈ ਵਾਰ ਬਹੁਤ ਤੇਜ਼ ਹੋ ਜਾਂਦੀ ਹੈ, ਕਈ ਵਾਰ ਬਹੁਤ ਮੱਧਮ ਹੁੰਦੀ ਹੈ, ਤੇ ਕਈ ਵਾਰ ਕੋਸ਼ਿਸ਼ ਕਰੀਦੀ ਹੈ ਜੋ ਤੁਸੀਂ ਮਨਾ ਕੀਤਾ ਸੀ। ਬਟ ਐਨੀ ਹਾਓ ਕਿ ਆਪਾਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਪਰ ਉਹ ਨਹੀਂ ਸੁਣੀ ਜਾਂਦੀ, ਮਤਲਬ ਕੁਦਰਤੀ ਆਉਂਦੀ ਰਹਿੰਦੀ ਹੈ। ਪਰ ਇਸ ਤਰ੍ਹਾਂ ਕਿ ਕਈਆਂ 'ਚ ਬਹੁਤ ਫੀਲਿੰਗ ਹੁੰਦੀ ਹੈ ਵੀ ਹਾਂ ਸਾਨੂੰ ਪਰਮਾਤਮਾ ਮਿਲ ਰਿਹਾ, ਉਹਦੀ ਆਵਾਜ਼ ਹੈ ਹਨਾ। ਪਰ ਮੇਰੇ 'ਚ ਤਾਂ ਕੁਛ ਇਸ ਤਰ੍ਹਾਂ ਹੁੰਦਾ ਨਹੀਂ। ਮੈਨੂੰ ਹੁੰਦਾ ਹਾਂ ਆਵਾਜ਼ ਸੁਣੀ, ਉਹਦਾ ਸ਼ੁਕਰੀਆ ਕਰ ਦਈਦਾ, ਵਾਹਿਗੁਰੂ ਗੁਰੂ ਨਾਨਕ ਸਾਹਿਬ ਦਾ ਸ਼ੁਕਰੀਆ ਕਰ ਦਈਦਾ ਹਨਾ। ਪਰ ਅਫਸੋਸ ਹੁੰਦਾ ਦਿਲ ਵਿੱਚ ਕਿ ਕਿਉਂ ਕੋਈ ਵਿਰਾਗ ਨਹੀਂ ਆਉਂਦਾ, ਇਸ ਤਰ੍ਹਾਂ ਫੀਲਿੰਗ ਨਹੀਂ ਆਉਂਦੀ। ਹਾਂ ਆ ਗਈ ਠੀਕ ਹੈ, ਇਸ ਤਰ੍ਹਾਂ ਮੇਰੇ ਨਾਲ ਹੁੰਦਾ ਵੀ ਮੇਰੀ ਕੋਈ ਉਹ ਚੀਜ਼ ਨਹੀਂ ਹੈ। ਪਰ ਅਫਸੋਸ ਦਿਲ ਵਿੱਚ ਜ਼ਰੂਰ ਹੁੰਦਾ ਕਿ ਜਿਵੇਂ ਸਾਰਿਆਂ 'ਚ ਇੰਨਾ ਵਿਰਾਗ ਹੈ, ਸਾਡੇ ਵਿੱਚ ਤਾਂ ਕੁਛ ਵੀ ਨਹੀਂ ਹੈ। ਇਹੀ ਕੁਐਸਚਨ ਮੇਰਾ ਗੁਰਵਿੰਦਰ ਜੀ ਨਾਲ ਵੀ ਹਮੇਸ਼ਾ ਹੁੰਦਾ। ਮੈਨੂੰ ਇਸ ਦਾ ਦੱਸੋ ਵੀ ਇਸ ਤਰ੍ਹਾਂ ਕੀ ਹੋਏਗਾ। ਮੀਨਸ ਹਾਂਜੀ ਗੁਰਮੁਖੋ, ਮਾਲਿਕ ਦੀ ਵੈਸੇ ਅਨਮੋਲ ਦਾਤ ਹੈ। ਹੁਣ ਅੰਦਰ ਦੇ ਭਾਵ, ਜਿਵੇਂ ਕਿ ਗੁਰਬਾਣੀ ਦੇ ਵਿੱਚ ਵੀ ਸਾਨੂੰ ਸਮਝਾਇਆ ਗਿਆ ਹੈ ਕਿ ਅੰਦਰ ਦੀ ਫੀਲਿੰਗਸ ਦਾ ਹੋਣਾ ਬਹੁਤ ਜ਼ਰੂਰੀ ਹੈ, ਪ੍ਰੇਮ ਹੋਣਾ ਜ਼ਰੂਰੀ ਹੈ ਉਸ ਆਵਾਜ਼ ਤੋਂ, ਮਾਲਿਕ ਦੀ ਆਵਾਜ਼ ਤੋਂ। ਲੇਕਿਨ ਅਸੀਂ ਜ਼ੋਰ ਨਾਲ ਨਹੀਂ ਕਰ ਸਕਦੇ। ਤੋ ਇਸ ਕਰਕੇ ਆਪ ਜੀ ਜ਼ਿਆਦਾ ਤੋਂ ਜ਼ਿਆਦਾ ਸੰਗਤ ਕਰੋ, ਆਪਣੇ ਆਪ ਹੀ ਪ੍ਰੇਮ ਬਣਨਾ ਸ਼ੁਰੂ ਹੋ ਜਾਊਗਾ ਔਰ ਮਨ ਵੀ ਮੰਨਣਾ ਆਪ ਜੀ ਦਾ ਸ਼ੁਰੂ ਹੋ ਜਾਊਗਾ ਔਰ ਅਕਾਲ ਪੁਰਖ ਜੀ ਚੜ੍ਹਦੀ ਕਲਾ ਕਰੇਂਗੇ। ਅਸੀਂ ਮਾਲਿਕ ਨੂੰ ਬੇਨਤੀ ਕਰਾਂਗੇ। ਠੀਕ ਹੈ ਜੀ। ਹਾਂਜੀ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਭਾਈ ਜੋਗਿੰਦਰ ਸਿੰਘ ਜੀ ਤੁਸੀਂ ਕਿਰਪਾ ਕਰੋ, ਤੁਹਾਡੇ ਕੁਐਸਚਨ ਤੋਂ ਸੰਗਤ ਨੂੰ ਵੀ ਕਾਫੀ ਲਾਭ ਹੋਊਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਫਤਿਹ। ਗੁਰੂ ਪਿਆਰਿਓ ਜੀ, ਹੁਣ ਤਾਂ ਜਿੱਦਾਂ ਸੰਗਤ 'ਚ ਬਹਿੰਦੇ ਆ, ਵਿਚਾਰ ਕਰਦੇ ਆ, ਹੁਣ ਮਨ ਹੁਣ ਸੁਣਦਾ ਆ, ਹੁਣ ਜੀ ਨਹੀਂ ਕਰਦਾ, ਬਸ ਬਹਿਣ ਨੂੰ ਜੀ ਕਰਦਾ, ਬਸ ਸੁਣੀ ਜਾਵਾਂ, ਬੋਲਣ ਨੂੰ ਜੀ ਨਹੀਂ ਕਰਦਾ। ਨੰਦੇ ਬਾਪੂ ਜੀ ਨੰਦੇ ਦਿੰਦਾ ਜੀ। ਹੁਣ ਜੋ ਗੁਰਮਤਿ ਕਹਿੰਦੇ ਆ, ਪਿਆਰ ਹੋਣਾ ਚਾਹੀਦਾ, ਭਰੋਸਾ ਹੋਣਾ ਚਾਹੀਦਾ। ਆਪਾਂ ਤਾਂ ਉੱਤੇ ਤੁਰਦੇ ਹਾਂ ਤਾਂ ਸੰਗਤ ਪਿਆਰ ਦਿੰਦੀ ਆ। ਆ ਸੰਗਤ ਜਿਹੜੀ ਮੈਂ ਦੱਸਦਾ ਸੀ, ਮੈਨੂੰ ਪੰਜਾਬੀ ਨਹੀਂ ਆਉਂਦੀ ਵਾਹਿਗੁਰੂ ਜੀ, ਨਾ ਲਿਖਣੀ ਪੜ੍ਹਨੀ ਆਉਂਦੀ ਆ। ਇੱਕ ਓਨਲੀ ਥਿੰਗ ਜਿੱਦਾਂ ਕਹਿੰਦੇ ਪਿਆਰ, ਗਸਤੇ ਪਿਆਰ ਬਾਪੂ ਨੂੰ ਉਸ ਕਰਨਾ ਪੈਂਦਾ। ਬਾਪੂ ਜੀ ਮੈਨੂੰ ਕੁਛ ਨਹੀਂ ਪਤਾ, ਪਿਤਾ ਜੀ ਤੁਸੀਂ ਮੈਨੂੰ ਹੱਥ ਫੜੋ, ਉਹਦੀ ਭਰੋਸਾ ਉੱਥੇ ਰੱਖਦੇ ਆ। ਹੋਰ ਨੇ ਕੁਛ ਵਾਹਿਗੁਰੂ ਜੀ ਬਾਪੂ ਨੂੰ ਮਿਲਣਾ, ਇਹ ਚੀਜ਼ ਆ ਬਸ। ਤੁਹਾਨੂੰ ਬਾਪੂ ਤੁਹਾਨੂੰ ਮਿਲਣਾ, ਹੋਰ ਕੁਛ ਨਹੀਂ ਮਿਲਣਾ, ਹੋਰ ਕੁਛ ਨਹੀਂ ਚਾਹੀਦਾ ਜੀ। ਏਦਾਂ ਹੁਣ ਨੰਦੇ ਮਿਲਦਾ, ਪਰ ਤਾਂ ਹੀ ਤਾਂ ਆਪਾਂ ਬੇਨਤੀ ਕਰੀ ਜਾਂਦੇ। ਮੈਂ ਆਪਣੀ ਗੱਲ ਕਰ ਸਕਦਾ, ਖਾਣੀ ਕਰ ਸਕਦਾ। ਇਹ ਜਿੱਦਾਂ ਕਹਿੰਦੇ ਯੂਨੀਵਰਸਲ ਲੈਂਗੁਏਜ ਆ। ਵਾਹਿਗੁਰੂ ਸੁਣਦਾ ਦੇਖਦਾ ਆ, ਜਦੋਂ ਨਹੀਂ ਸੁਣਦਾ ਫਿਰ ਬੇਨਤੀ ਕਰੀ ਜਾਂਦੀ ਆਪਣੇ ਮਹਾਨ ਗੱਲ, ਬਾਪੂ ਤੁਸੀਂ ਮੈਨੂੰ ਸੁਣਦਾ ਮੈਂ ਦਿੰਦਾ ਨਹੀਂ, ਫਿਰ ਬੇਨਤੀ ਕਰੀ ਜਾ, ਫਿਰ ਬਾਪੂ ਫਿਰ ਦਉਂਦਾ। ਮੈਂ ਪਹਿਲਾਂ ਸਟਾਰਟ ਕੀਤਾ ਸਿਮਰਨ ਕਰਨ, ਮੇਰੇ ਤੋਂ ਨਾਂ ਜਪ ਹੁੰਦਾ ਸੰਗਤ ਜੀ। ਗੁਰੂ ਪਿਆਰਿਓ ਜੀ, ਮੈਂ ਤਾਂ ਪਹਿਲਾਂ ਨਾਂ ਜਪੇ ਹੁੰਦਾ ਨਹੀਂ, ਕਾਲ ਨੇ ਅੰਨਾ ਲਾਤਾ, ਮੋਰੇ ਝਾੜ ਲਾਤਾ, ਹੋਰੇ ਨਾ ਸੇ ਮੈਨੂੰ। ਮੈਂ ਪਹਿਲਾਂ 2 ਮਹੀਨੇ ਰੂਮ 'ਚ ਬਹਿ ਕੇ ਆਪਣੇ ਇੰਗਲੈਂਡ ਉੱਥੇ ਭਾਈ ਸਾਹਿਬ ਨਾਲ ਮੈਂ ਰੋਣਾ
ਬਾਪੂ ਨਾਲ ਪਿਤਾ ਮੈਂ ਸੁਣਦਾ ਨਹੀਂ ਹੁੰਦਾ ਨਹੀਂ ਸਿਮਰਨ ਹੁੰਦਾ। ਫਿਰ ਇੰਨੀ ਕਿਰਪਾ ਕਰਦਾ ਬਾਪੂ ਕਿਤੇ ਵਿੱਚ ਉਹ ਸਿਮਰਨ ਆਪੇ ਚੱਲਣਾ ਪਿਆ ਪਿਤਾ ਸੰਗਤ ਜੀ। ਫਿਰ ਹੁਣ ਬਾਪੂ ਫਿਰ ਖੜਾ ਨਾ ਹੋਏ ਪਰ ਹੁਣ ਇੰਨੀ ਸਾਲ ਬਾਪੂ ਦੀ ਖੇਲ ਆ। ਕਹਿੰਦੇ ਆ ਆਪਾਂ ਕਹਿੰਦੇ ਮੈਨੂੰ ਹੁਣ ਚਾਹੀਦਾ ਬਾਪੂ ਉਹਨੂੰ ਉਹ ਹੀ ਨੋਜ਼ ਕਿਦੋਂ ਦੇਣਾ। ਪਰ ਮੈਂ ਇੰਨਾ ਭਾਗਾਂ ਵਾਲਾ ਕਰਮਾਂ ਵਾਲੇ ਸੰਗਤ ਮਿਲੀ ਜਿਹੜੀ ਮੁੜ ਕੇ ਇੱਥੇ ਜਾਂਦੇ ਆਉਨੇ ਆਪਾਂ ਸੰਗਤ ਜੀ। ਇਹ ਸੰਗਤ ਬੜੀ ਔਖੀ ਮਿਲਦੀ ਆ। ਆਪਾਂ ਬੇਨਤੀ ਕਰ ਸਕਦੇ ਹਾਂ ਅੱਗੋਂ ਮੈਂ ਗੱਲਾਂ ਕਰਦੇ ਕਰਦੇ ਨੰਦੇ ਮਿਲਦਾ ਵੀ ਉਹ ਮੇਰੀ ਖਾਨੀ ਮਨ ਦੀ ਕਰਦੇ ਆ। ਸਾਰੇ ਕਹਿੰਦੇ ਰਸਤੇ ਇਹ ਕਹਿੰਦੇ ਭਰੋਸਾ ਰੱਖੋ ਪਿਆਰ ਰੱਖੋ। ਇਹ ਮੈਂ ਦੋ ਚੀਜ਼ਾਂ ਫੜ ਲਈਆਂ ਭਰੋਸਾ ਪਿਆਰ। ਇਹ ਭਰੋਸਾ ਪਿਆਰ ਤੁਸੀਂ ਦੇਖਦੇ ਆ ਬਸ ਬਾਪੂ ਤੂੰ ਮੈਨੂੰ ਦੇਖਦਾ ਆ ਤੂੰ ਦੇਖੀ ਨਾ। ਬਟ ਮੈਂ ਤਾਂ ਹੀ ਤਾਂ ਬੇਨਤੀ ਕਰਦਾ ਬਾਪੂ ਹੁਣ ਰਾਤ ਨੂੰ ਮੈਂ ਉੱਠ ਖਾਦਾ ਸੁਣੀ ਜਾਂਦਾ ਬਸ ਰਾਤ ਨੂੰ ਭਾਵੇਂ 1 ਵਜੇ ਜੀ ਬਸ ਉੱਠ ਕੇ ਸੌਣਾ ਬਸ ਪਿਆਰ ਦੱਸਦੀ ਗੁਰੂ ਦੱਸਦੇ ਸੀ ਪਿਆਰ ਕਰੋ ਬਸ ਸੁਣੀ ਹੋਰ ਬਸ ਸੁਣੋ ਪਿਆਰ ਨਾ ਸੁਣੋ ਫੋਰਸ ਨਾ ਕਰੋ। ਸਿਮਰਨ ਚੱਲਦਾ ਫਿਰ ਵੀ ਚੱਲਦਾ ਉੱਥੇ ਆਪਣੇ ਵਿਚਾਰ ਕਰ ਸਕਦੇ ਮੈਨੂੰ ਉਹ ਤਾਂ ਕੁਛ ਨਹੀਂ ਪਤਾ ਬਟ ਇੰਨਾ ਪਤਾ ਮੈਨੂੰ ਮੈਂ ਇਸ ਘਰ ਆ ਗਿਆ ਬਸ। ਜੇ ਬਾਪੂ ਲੈਣ ਦਾ ਬਾਪੂ ਤੁਸੀਂ ਲੈ ਕੇ ਜਾਣਾ ਮੈਨੂੰ ਮੇਰਾ ਕੋਈ ਨਹੀਂ ਮੈਂ ਨਹੀਂ ਕੁਛ ਕਰ ਸਕਦਾ ਮੈਂ ਤਾਂ ਇੰਨਾ ਭਾਗਾਂ ਵਾਲੇ ਮੈਨੂੰ ਸੰਗਤ ਮਿਲ ਕੇ ਤੁਸੀਂ ਗੱਲਾਂ ਕਰਦੇ ਸਾਰੀ ਸੰਗਤ ਦੇਖੋ ਜੀ ਪਿਆਰ ਕਹਿੰਦੇ ਪੁੱਛ ਕਿੱਦਾਂ ਪਿਆਰ ਕਹਿੰਦਾ ਬਾਪੂ ਜਿੱਦਾਂ ਨਿਆਣਾ ਕਰਦਾ ਮਿੰਟ ਕਰੋ ਮੈਂ ਜੋ ਗੱਲਾਂ ਕਰਦੇ ਮੈਨੂੰ ਕੁਛ ਪਤਾ ਨਹੀਂ ਹੈ ਆਪੇ ਬਾਪੂ ਪਸਪਾਉਂਦਾ ਜੇ ਕਹਿੰਦਾ ਨਾ ਪਤਾ ਭਾ ਇਹ ਪਿਆਰ ਦੀ ਖੇਲ ਬੜੀ ਉਹ ਮਿੱਠੀ ਆ। ਨਿਆਣੇ ਮਨ ਚ ਕੁਛ ਹੈ ਨਹੀਂ ਨਿਆਣਾ ਉਹ ਨਿਆਣਾ ਪਿਆਰ ਕਰਦਾ ਨਿਆਣੇ ਮਰਜ਼ੀ ਕਹਿ ਲਓ ਨਿਆਣੇ ਨੂੰ ਫਿਰ ਉਹ ਨਿਆਣੇ ਪੈਂਦਾ ਜਾਂ ਨਿਆਣਾ ਖੀਏ ਜੋ ਮਰਜ਼ੀ ਕਹਿ ਲਓ ਨਿਆਣੇ ਆਪ ਨੂੰ ਮਨ ਨੂੰ ਏਦਾਂ ਕਰਨਾ ਪੈਂਦਾ। ਉਹ ਮੇਰਾ ਪਿਤਾ ਮੈਂ ਉਹਦੇ ਨਿਆਣੇ ਬਣੋ ਨਿਆਣੇ ਤਾਂ ਪਿਤਾ ਖੜੂਗਾ ਪਿਆਰ ਆਪਾਂ ਇਹ ਦੇਖੋ ਨਿਆਣੇ ਬਣੋ ਨਿਆਣਾ ਇਹ ਮੈਂ ਸੰਗਤ ਪਿਆਰ ਕਰਦਾ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅਜੀ ਤਾਂ ਗੁਰਮੁਖਾਂ ਨੇ कथा कर दी जी। इसी तरीके से देखो इन्होंने अपना शुरुआत से लेके और अजे तक का सारा बताया कि किस तरीके से मालिक नू बेनतियां कर करके जिवें कि ਭੈਣ ਜੀ ਤੁਹਾਡਾ ਮਿਊਟ ਹੋ ਗਿਆ ਜਾਂ ਤੁਸੀਂ ਆਪੇ ਕਰ ਲਿਆ ਜਾਂ ਕਿਸੇ ਗੁਰਮੁਖ ਤੋਂ ਹੋ ਗਿਆ। ਅਨਮਿਊਟ ਕਰੋ ਆਪਦੇ ਆਪ ਨੂੰ ਤੇ ਕਰੋ ਕਿਰਪਾ ਜੀ। ਚਲੋ ਨਜ਼ਰ ਇਹ ਗੁਰਮੁਖ ਪਿਆਰੇ ਭਾਈ ਜੋਗਿੰਦਰ ਸਿੰਘ ਸਾਡੇ ਨਾਲ ਅੰਮ੍ਰਿਤ ਵੇਲਾ ਕਰਦੇ ਜੀ ਬਹੁਤ ਸੋਹਣੀ ਬਖਸ਼ਿਸ਼ ਆ ਵਾਹਿਗੁਰੂ ਦੀ। ਕਾਫੀ ਚਿਰ ਸਾਡੇ ਇੱਥੇ ਲੋਕਲ BC ਦੇ ਵਿੱਚੋਂ ਤੇ ਗੁਰਬਾਣੀ ਵੀ ਨਹੀਂ ਪੜ੍ਹਨੀ ਆਉਂਦੀ ਦੇਖੋ ਇਹਨਾਂ ਕੋਲੇ ਇਹ ਸਾਨੂੰ ਤਾਂ ਗੁਰਬਾਣੀ ਤੋਂ ਸੇਧ ਮਿਲ ਜਾਂਦੀ ਆ ਜੀ ਤੇ ਫਿਰ ਵੀ ਇਹਨਾਂ ਦੇ ਕੋਲ ਇੱਕੋ ਹੀ ਹਥਿਆਰ ਹੈਗਾ ਪ੍ਰੇਮ ਪਿਆਰ ਵੈਰਾਗ ਤੇ ਇਹੀ ਆਪਾਂ ਨੂੰ ਗੁਰਮੁਖ ਸਾਰਾ ਦੱਸਦੇ ਆ ਕਿ ਸਭ ਤੋਂ ਸ਼ਾਰਟਕਟ ਰਸਤਾ ਤੇ ਸਾਰੀਆਂ ਵਿਧੀਆਂ ਇਹਦੇ ਵਿੱਚ ਆ ਜਾਂਦੀਆਂ ਹੈਗੀਆਂ। ਤੇ ਧੰਨਵਾਦ ਭੈਣ ਜੀ ਦਾ ਆਪਣਾ ਟਾਈਮ ਵੀ ਕਾਫੀ ਹੋ ਚੱਲਿਆ 1.5 ਘੰਟਾ ਹੋ ਗਿਆ ਆਪਾਂ ਨੂੰ ਤੇ ਉਹ ਸ਼ਾਇਦ ਕਿਤੇ ਕੰਮ ਹੋਣਾ ਉਹਨਾਂ ਨੂੰ ਸਾਈਡ ਤੇ ਯੂਪੀ ਦੇ ਵਿੱਚ ਦੇਖ ਲਓ ਲੜਕੀਆਂ ਨੂੰ ਬਾਹਰ ਨਹੀਂ ਜਾਣ ਦਿੰਦੇ ਜੀ। ਇਹ ਕਈ ਵਾਰੀ ਦੱਸਦੇ ਹੁੰਦੇ ਸੀਗੇ ਸਾਨੂੰ ਜਿੰਨਾ ਅਸੀਂ ਇਕੱਠੇ ਰਹੇ ਉੱਥੇ 5-4 ਦਿਨ ਭੈਣ ਜੀ ਦੇ ਨਾਲ ਬੱਚੀ ਦੇ ਨਾਲ ਇਸਦੇ ਇਹਨਾਂ ਨੂੰ ਵੀ ਇਹੀ ਬਰਾਗ ਸੀ ਕਿ ਮੈਂ ਘਰੋਂ ਜਾ ਨਹੀਂ ਸਕਦੀ ਤੇ ਮੈਨੂੰ ਵਾਹਿਗੁਰੂ ਮਿਲਣਗੇ ਕਿਵੇਂ। ਤੋ ਇਹਨਾਂ ਨੇ ਆਪਦਾ ਦੱਸਿਆ ਵੀ ਅਸੀਂ ਤਾਂ ਬਸ ਰੋ ਰੋ ਕੇ ਬੇਸੁਰਤੀ ਹੋ ਜਾਂਦੇ ਸੀਗੇ ਤੇ ਸਤਿਗੁਰੂ ਨੇ ਕਿਰਪਾ ਕਰਤੀ ਤੇ ਮੁੜ ਕੇ ਫਿਰ ਇਹਨਾਂ ਨੇ ਭਾਈ ਧਰਮਜੀਤ ਸਿੰਘ ਸੀਗੇ ਉੱਥੇ ਕੌਂਕਿਆਂ ਵਾਲੇ ਉਹ ਉੱਥੇ ਨਹੀਂ ਰੱਖਦੇ ਕਿਸੇ ਨੂੰ ਕਿ 6 ਮਹੀਨੇ ਰਹੋ ਸਾਲ ਰਹੋ। ਉਹ ਕਹਿੰਦੇ ਸਾਨੂੰ ਕਦੇ ਵੀ ਨਹੀਂ ਸੀ ਭਾਈ ਸੇਵਾ ਸਿੰਘ ਜੀ ਨੇ ਕਿਹਾ ਕਿ ਤੁਸੀਂ ਕਿਸੇ ਨੂੰ ਸਾਰ ਰੱਖੋ। ਚਲੋ ਉਹਨਾਂ ਦੀਆਂ ਖੇਲਾਂ ਆਪਾਂ ਉਹਦੇ 'ਚ ਇੰਟਰਫੇਅਰ ਨਹੀਂ ਕਰਨੀ ਤੇ ਪਰ ਉਹ ਕਹਿੰਦੇ ਵੀ ਸਾਡੇ ਕੋਲ ਆ ਜਾਓ
ਤੇ ਜੋ ਅੰਮ੍ਰਿਤ ਦੇ ਭਲਾਖੀ ਹੋਣਗੇ ਉਹਨਾਂ ਤੇ ਕਸਵੱਟੀ ਲਾਈ ਜਾਊਗੀ, ਨਾਮ ਸੁਣਦਾ ਜਾਂ ਜੋ ਵੀ ਹੈ ਉਹਨਾਂ ਦਾ ਪੰਜ ਪਿਆਰੇ ਕਹਿਣਗੇ, ਉਹ ਤੁਸੀਂ ਉਹਨਾਂ ਦੀਆਂ ਪੂਰੀਆਂ ਕਰਦੇ ਆ ਸ਼ਰਤਾਂ ਤੇ ਜ਼ਰੂਰ ਤੁਹਾਨੂੰ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨਗੇ। ਅਸੀਂ ਵੀ ਗਏ ਸੀ ਦਾਸ ਤੇ ਇੱਥੋਂ 3-4 ਹੋਰ ਗੁਰਮੁਖ ਗਏ ਸੀਗੇ ਤੇ ਸਤਿਗੁਰੂ ਨੇ ਕਿਰਪਾ ਕੀਤੀ ਤੇ ਹੁਣ ਦੇਖ ਲਓ ਵੀ ਉਹਨਾਂ ਦਾ ਅੱਗੇ ਇਸੇ ਤਰ੍ਹਾਂ ਅੱਗੇ ਬੇਨਤੀਆਂ ਕਰਦੇ ਸਾਰੀ ਸੰਗਤ ਨੂੰ ਵੀ ਭਾਈ ਗੁਰਮੁਖੋ ਜੁੜੋ, ਆਪਦਾ ਲਾਹਾ ਲੈ ਜਾਓ, ਸਾਹ ਬਚਾ ਲਓ ਆਪਣੇ ਜਿੰਨੇ ਆਪਣੇ ਬਚਦੇ ਹੈਗੇ ਆ। ਤੇ ਵਾਹਿਗੁਰੂ ਨੇ ਕਿੰਨੇ ਕੁ ਹਾਂਜੀ ਭੈਣ ਜੀ ਬੈਕ ਆ ਗਏ, ਹਾਂਜੀ ਕਰੋ ਕਿਰਪਾ ਭੈਣ ਜੀ ਆ ਗਏ ਬੈਕ ਤੁਸੀਂ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਸੀਂ ਵਾਹਿਗੁਰੂ ਅਸੀਂ ਹਾਂਜੀ ਵਿਚਾਰ ਕਰ ਰਹੇ थे ਵਾਹਿਗੁਰੂ ਕਿ ਇਹਨਾਂ ਨੇ ਆਪਣਾ ਨਿੱਜੀ ਪ੍ਰੈਕਟੀਕਲ ਬਤਾ ਕੇ ਸਾਰੀ ਹੀ ਸੰਗਤ ਨੂੰ ਬਹੁਤ ਬਹੁਤ ਲਾਹਾ ਇਹਨਾਂ ਦੇ ਪ੍ਰੈਕਟੀਕਲ ਦੇ ਰਾਹੀਂ ਮਿਲਾ कि किसी तरीके के जिन गुरुमुखा दी विरती मतलब फिलहाल अवस्था बनी हुई है कि सिमरन करना चाहते हैं पर होंदा नहीं, वो सारे ही क्वेश्चन दे आंसर ਇਹਨਾਂ ਗੁਰਮੁਖਾਂ ਦੇ ਪ੍ਰੈਕਟੀਕਲ ਦੇ ਵਿੱਚ ਆਪਾਂ ਸਾਰੀ ਸੰਗਤ ਨੂੰ ਮਿਲ ਗਏ। जब आप मालिक ਨੂੰ ਬੇਨਤੀਆਂ ਕਰੀ ਜਾएंगे फिर अपने आप ही सारा मन सहज ਦੇ ਵਿੱਚੋਂ ਨੀਵਾ ਹੋਣਾ ਸ਼ੁਰੂ ਹੋ ਜਾਂਦਾ ਹੈ और फिर मालिक सातों कृपा करते हैं। ਜਿਵੇਂ ਕਿ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਸੋਝੀ ਦੀ ਗਈ ਹੈ ਕਰ ਮਿੰਨਤ ਕਰ ਜੋਦੜੀ, जब वो कह रहे हैं तो सानू करनी चाहिए ना, वो कहने कर ਜੀ ਕਾਫੀ ਨਾ ਦਿੱਲੀ ਤੋਂ ਪਰੇ ਪੇਂਡੂ ਇਲਾਕੇ ਦੇ ਵਿੱਚ ਰਹਿੰਦੇ ਆ, ਇਹਨਾਂ ਦੇ ਵਾਈਫਾਈ ਇੰਟਰਨੈਟ ਨੂੰ ਪ੍ਰੋਬਲਮ ਰਹਿੰਦੀ ਆ, ਇਸ ਕਰਕੇ ਸ਼ਾਇਦ ਇਹਨਾਂ ਦੀ ਆਵਾਜ਼ ਵੀ ਇਸੇ ਕਰਕੇ ਕੱਟੀ ਜਾਂਦੀ ਆ। ਚਲੋ ਭੈਣ ਜੀ ਆਉਂਦੇ ਆ, ਜਿੰਨਾ ਚਿਰ ਸਾਰੀ ਸੰਗਤ ਤੋਂ ਕਿਤੇ ਬੋਲਦਿਆਂ ਤੋਂ ਭੈਣ ਜੀ ਤੋਂ ਸੰਗਤ ਵੱਲੋਂ ਕਿਸੇ ਤੋਂ ਵੀ ਦਾਸ ਵੱਲੋਂ ਵੱਧ ਘੱਟ ਅੱਖਰ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਸਾਧ ਸੰਗਤ ਜੀ, ਟਾਈਮ ਵੀ ਕਾਫੀ ਹੋ ਚੁੱਕਾ ਤੇ ਹਾਂਜੀ ਭੈਣ ਜੀ ਅਨਮਿਊਟ ਕਰਕੇ ਤੁਸੀਂ ਬੋਲ ਸਕਦੇ ਜੇ ਕੁਝ ਕਹਿਣਾ ਤਾਂ। ਤੇ ਹਾਂਜੀ ਭੈਣ ਜੀ ਗੁਰਵਿੰਦਰ ਕੌਰ ਜੀ ਤੁਸੀਂ ਕਰੋ ਕਿਰਪਾ, ਫਿਰ ਆਪਾਂ ਸਿਮਰਨ ਸ਼ੁਰੂ ਕਰਾਈਏ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ, ਗੁਰਮੁਖਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਸੀਂ ਆਪਦੇ ਪਰਸਨਲ ਪ੍ਰੈਕਟੀਕਲ ਦੇ ਤੌਰ ਤੇ ਇਹ ਗੱਲ ਕਹਿੰਦੇ ਆ ਕਿ ਗੁਰਮੁਖ ਪਿਆਰਿਓ, ਜਿੰਨਾ ਕੁ ਮਾਲਕ ਨੇ ਬਣਾਇਆ, ਮਾਲਕ ਨੇ ਕਿਰਪਾ ਕੀਤੀ ਆ, ਮਾਲਕ ਬਿਲਕੁਲ ਆਪਣੇ ਨਾਲ ਆ, ਆਪਣੇ ਵਿੱਚ ਆ, ਮਿਲਣਾ ਬਹੁਤ ਬਹੁਤ ਸੌਖਾ ਆ। ਸਿਰਫ ਇੱਕੋ ਹੀ ਰਸਤਾ, ਜਿਵੇਂ ਗੁਰਮੁਖਾਂ ਨੇ ਆਪਾਂ ਨੂੰ ਦੱਸਿਆ, ਪ੍ਰੇਮ ਦਾ ਮਾਰਗ। ਜਿਨ੍ਹਾਂ ਗੁਰਮੁਖਾਂ ਨੇ ਪ੍ਰੈਕਟੀਕਲ ਸ਼ੇਅਰ ਕੀਤੇ ਆ, ਗੁਰਮੁਖ ਪਿਆਰਿਓ ਬਹੁਤ ਕਿਰਪਾ ਆ ਮਾਲਕ ਦੀ ਉਹਨਾਂ ਗੁਰਮੁਖਾਂ ਤੇ, ਕਿਉਂਕਿ ਅਸੀਂ ਪਰਸਨਲੀ ਵੀ ਗੁਰਮੁਖਾਂ ਨੂੰ ਜਾਣਦੇ ਹਾਂ। ਕਿ ਜਦੋਂ ਇਹਨਾਂ ਨੇ ਸਟਾਰਟ ਕੀਤਾ ਸੀ ਸਿਮਰਨ ਕਰਨਾ, ਪਤਾ ਨਹੀਂ ਸੀ ਕਿ ਕਿਉਂ ਕਿਵੇਂ ਕਰਨਾ, ਤੇ ਦੇਖੋ ਵਾਹਿਗੁਰੂ ਅੱਜ ਜਿੰਨੇ ਵੀ ਗੁਰਮੁਖਾਂ ਨੇ ਆਪਣਾ ਪ੍ਰੈਕਟੀਕਲ ਸ਼ੇਅਰ ਕੀਤਾ ਆ, ਅਸੀਂ ਵਿਰਾਗ ਦੇ ਵਿੱਚ ਰਹੇ ਉਹਨਾਂ ਦਾ ਪ੍ਰੈਕਟੀਕਲ ਸੁਣ ਕੇ ਕਿ ਮਾਲਕ ਕਿੰਨੀ ਜ਼ਿਆਦਾ ਕਿਰਪਾ ਕਰਦੇ ਆ ਔਰ ਸਾਡੇ ਗੁਣ ਅਵਗੁਣ ਬਿਲਕੁਲ ਨਹੀਂ ਦੇਖਦੇ। ਇੱਕ ਮਾਲਕ ਹੀ ਆ ਜੋ ਸਾਡੇ ਅਵਗੁਣ ਚਿਤਾਰਦੇ ਨੇ। ਜਦੋਂ ਚੁਣ ਲਿਆ ਆਪਾਂ ਭਰੋਸਾ ਰੱਖਣਾ ਕਿ ਜੇ ਕਦੇ ਸਾਨੂੰ ਥੋੜਾ ਜਿਹਾ ਅਵਸਥਾ ਡਾਊਨ ਵੀ ਹੋ ਜਾਂਦੀ ਆ ਜਾਂ ਆਪਾਂ ਨੂੰ ਲੱਗਦਾ ਅਸੀਂ ਫਸ ਗਏ, ਉਹ ਇਹ ਚੀਜ਼ ਨਹੀਂ ਹੁੰਦੀ ਵਾਹਿਗੁਰੂ, ਅਵਸਥਾ ਡਾਊਨ ਨਹੀਂ ਹੁੰਦੀ, ਕਿਉਂਕਿ ਮਾਲਕ ਨੇ ਤਰੀਕੇ ਦੇ ਨਾਲ ਪਿਆਰ ਦੇ ਨਾਲ ਸਾਨੂੰ ਤ੍ਰੈ ਗੁਣਾ ਚੋਂ ਸਮਝਾ ਕੇ ਕੱਢਣਾ ਹੁੰਦਾ ਆ ਤੇ ਅੱਗੇ ਘਰੇ ਪ੍ਰਵਾਨ ਹੋਣ ਦੇ ਲਈ ਬਰੀਕੀਆਂ ਸਮਝਾਉਣੀਆਂ ਹੁੰਦੀਆਂ ਸਹਿਜ ਦੇ ਨਾਲ, ਕਿਉਂਕਿ ਜੇ ਇੱਕਦਮ ਹੋ ਜਾਵੇ ਅਸੀਂ ਸਹਿਣ ਨਹੀਂ ਕਰ ਪਾਵਾਂਗੇ ਔਰ ਸਾਨੂੰ ਸਮਝ ਨਹੀਂ ਆਉਣੀ ਕੀ ਹੋ ਗਿਆ। ਹੁਣ ਕਿਉਂਕਿ ਮਾਲਕ ਹੌਲੀ ਹੌਲੀ ਕਰਕੇ ਸਾਨੂੰ ਆਨੰਦ ਦੀ ਅਵਸਥਾ 'ਚ ਲਿਆ ਕੇ ਬਰੀਕੀਆਂ ਜਣਾਉਂਦੇ ਆ, ਫਿਰ ਮਾਲਕ ਕਿਰਪਾ ਕਰਕੇ ਸਾਡੀ ਡਿਊਟੀ ਲਾਉਂਦੇ ਆ ਕਿ ਅਸੀਂ ਦੂਸਰੇ ਨੂੰ ਸ਼ੇਅਰ ਕਰ ਪਾਈਏ, ਤੇ ਜਿਨ੍ਹਾਂ ਨੂੰ ਅਸੀਂ ਸ਼ੇਅਰ ਕਰਨਾ ਪ੍ਰੈਕਟੀਕਲ, ਉਹ ਸੰਗਤ ਆਪ ਹੀ ਸਾਡੇ ਨਾਲ ਮਿਲਾ ਦਿੰਦੇ ਆ, ਸਾਨੂੰ ਪਤਾ ਹੀ ਨਹੀਂ ਲੱਗਦਾ। ਸੋ ਇਹਨਾਂ ਤੇ ਇੰਨੀ ਗੁਰਮੁਖਾਂ ਤੇ ਕਿਰਪਾ ਹੋਈ ਆ ਵਾਹਿਗੁਰੂ ਜੀ ਦੀ ਕਿ ਇਹਨਾਂ ਨੂੰ ਅੱਜ ਮਾਲਕ ਤੋਂ ਬਿਨਾਂ ਕਿਸੇ ਹੋਰ ਨੂੰ ਯਾਦ ਰੱਖਣਾ, ਤ੍ਰੈ ਗੁਣਾਂ ਨੂੰ, ਉਹਨਾਂ ਨੂੰ ਚੰਗਾ ਹੀ ਨਹੀਂ ਲੱਗਦਾ।
ਸੋ ਇਸ ਕਰਕੇ ਸਾਡੀ ਬੇਨਤੀ ਆ ਗੁਰਮੁਖ ਪਿਆਰਿਓ, ਬੀਬੀ ਜੀ ਨੇ ਬਹੁਤ ਹੀ ਜ਼ੋਰ ਪਾ ਕੇ ਕਿਹਾ, ਅਸੀਂ ਉਹਨਾਂ ਦੀ ਉਹ ਫੀਲਿੰਗ ਨੂੰ, ਉਹ ਭਾਵਨਾ ਨੂੰ ਸਮਝੀਏ ਕਿ ਜਿਨ੍ਹਾਂ ਗੁਰਮੁਖਾਂ ਨੂੰ ਨਾਮ ਦੀ ਦਾਤ ਦਿੱਤੀ ਆ ਮਾਲਕ ਨੇ, ਗੁਰਮੁਖ ਪਿਆਰਿਓ, ਉਹ ਬਹੁਤ ਵਡਭਾਗੇ ਆ। ਉਹਨਾਂ ਨੇ ਹਮੇਸ਼ਾ ਹੀ ਨਾਮ ਨੂੰ ਇੰਨੇ ਪਿਆਰ ਨਾਲ ਸੁਣਨਾ ਕਿ ਪਹਿਲਾਂ ਕਦੇ ਕਿਸੇ ਨੇ ਇੰਨਾ ਪਿਆਰ ਕੀਤਾ ਹੀ ਨਾ ਹੋਵੇ। ਸੋ ਨਾਮ ਦੇ ਨਾਲ ਜਦੋਂ ਸਾਡਾ ਪ੍ਰੈਕਟੀਕਲ ਸ਼ੁਰੂ ਹੋਣਾ, ਅੱਗੇ ਬਰੀਕੀਆਂ ਮਾਲਕ ਨੇ ਜਨਾਉਣੀਆਂ, ਅਸੀਂ ਸੁਣਨ 'ਚ ਸਮਾ ਕੇ ਜਾ ਕੇ ਅੱਗੇ ਮਾਲਕ ਦੇ ਸਨਮੁਖ ਹੋਣਾ। ਸੋ ਗੁਰਮੁਖ ਪਿਆਰੇ, ਉਦੋਂ ਤਾਂ ਫਿਰ ਗੁਰਮੁਖ ਆਪ ਹਰ ਇੱਕ ਨੂੰ ਕਹੋਗੇ ਕਿ ਇਹਨੂੰ ਸੁਣੋ, ਇਹਦੀ ਇੰਪੋਰਟੈਂਸ ਅਸੀਂ ਬੋਲ ਕੇ ਨਹੀਂ ਦੱਸ ਸਕਦੇ। ਸੋ ਸਾਰੀ ਹੀ ਸੰਗਤ ਨੂੰ ਬੇਨਤੀ ਆ, ਕਦੇ ਵੀ ਨੈਗੇਟਿਵ ਵਿਚਾਰ ਨਹੀਂ ਲੈ ਕੇ ਆਉਣਾ ਮਨ 'ਚ ਕਿ ਉਹਦੇ ਤੇ ਕਿਰਪਾ ਆ, ਮੇਰੇ ਤੇ ਨਹੀਂ ਹੈਗੀ, ਜਾਂ ਮੇਰੀ ਅਵਸਥਾ ਨਹੀਂ ਬਣ ਰਹੀ। ਗੁਰਮੁਖ ਪਿਆਰਿਓ, ਕਿਰਪਾ ਆ, ਮਾਲਕ ਦੀ ਬਹੁਤ ਵੱਡੀ ਕਿਰਪਾ ਆ। ਸਾਨੂੰ ਇਸ ਸੰਗਤ ਵਿੱਚ ਗਿਣੇ ਚੁਣਿਆਂ ਨੂੰ ਲਿਆ ਕੇ ਬਿਠਾਇਆ ਔਰ ਸੋਝੀ ਦੇ ਰਹੇ ਨੇ ਗੁਰਮੁਖਾਂ ਦੇ ਰਾਹੀਂ। ਇਹ ਨਿਰੋਲ ਪ੍ਰੈਕਟੀਕਲ ਨੇ ਜੋ ਗੁਰਮੁਖ ਆਪਾਂ ਨੂੰ ਆਨਸਰ ਦਿੰਦੇ ਨੇ, ਬਿਲਕੁਲ ਨਿਰੋਲ ਪ੍ਰੈਕਟੀਕਲ। ਇਹ ਤੋਂ ਹੀ ਮਾਲਕ ਆਪ ਹੀ ਬੋਲ ਕੇ ਦੱਸ ਰਹੇ ਨੇ ਇਹਨਾਂ ਦੇ ਰਾਹੀਂ, ਜਿਵੇਂ ਜਿਵੇਂ ਮਾਲਕ ਨੇ ਵਿਚਰ ਕੇ ਉਹਨਾਂ ਨੂੰ ਪਰਸਨਲੀ ਪ੍ਰੈਕਟੀਕਲ ਕਰਵਾਇਆ ਹੁੰਦਾ ਗੁਰਮੁਖ ਪਿਆਰਿਓ, ਫਿਰ ਉਹ ਆਪਦੇ ਨਿੱਜੀ ਪ੍ਰੈਕਟੀਕਲ 'ਚੋਂ ਸਾਨੂੰ ਸੀਕ੍ਰੇਟਸ ਦੱਸਦੇ ਨੇ ਇਸ਼ਾਰੇ ਦੇ ਰੂਪ ਵਿੱਚ। ਹੁਣ ਸਾਨੂੰ ਕਦੋਂ ਕਦੋਂ ਸਮਝ ਆਉਂਦੇ ਆ, ਜਦੋਂ ਜਦੋਂ ਮਾਲਕ ਸਾਨੂੰ ਅਵਸਥਾ ਦੇ ਅਕੋਰਡਿੰਗਲੀ ਬਣਦਾ ਜਾਂਦਾ। ਫਿਰ ਜਦੋਂ ਤੁਸੀਂ ਨਾਮ 'ਚ ਸਮਾਉਣਾ ਸਿੱਖ ਜਾਂਦੇ ਆ ਗੁਰਮੁਖ ਪਿਆਰਿਓ, ਫਿਰ ਆਪਾਂ ਨੂੰ ਪਤਾ ਚੱਲਦਾ ਕਿ ਨਾਮ ਦੀ ਕਿੰਨੀ ਜ਼ਿਆਦਾ ਇੰਪੋਰਟੈਂਸ ਆ। ਸੋ ਸਾਡੀ ਵੀ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਗੁਰਮੁਖ ਪਿਆਰਿਓ ਕਿ ਨਾਮ ਨੂੰ ਹਲਕੇ 'ਚ ਨਹੀਂ ਲੈਣਾ। ਨਾਮ ਦੀ ਬਹੁਤ 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 ਮਹਿਮਾ ਆ, ਬਹੁਤ ਹੀ ਅਨਮੋਲ ਦਾਤ ਆ। ਅਸੀਂ ਬੜੇ ਪਿਆਰ ਨਾਲ, ਸਤਿਕਾਰ ਦੇ ਨਾਲ ਮਾਲਕ ਦੇ ਅੰਡਰ ਹੁਕਮ 'ਚ ਆ ਕੇ ਨਾਮ ਦੀ ਸੇਵਾ ਕਰਨੀ ਆ। ਜਿਵੇਂ ਜਿਵੇਂ ਅਸੀਂ ਨਾਮ ਦੀ ਸੇਵਾ ਕਰਦੇ ਜਾਵਾਂਗੇ ਗੁਰਮੁਖ ਪਿਆਰਿਓ, ਤਤਕਾਲ 'ਚ ਹੀ, ਟਾਈਮ ਨਹੀਂ ਲਾਉਂਦੇ ਮਾਲਕ, ਸਾਨੂੰ ਬਹੁਤ ਬਹੁਤ ਜਲਦੀ ਜਲਦੀ ਕਿਰਪਾ ਹੁੰਦੀ ਜਾਊਗੀ। ਮਾਲਕ ਦਾ ਖਜ਼ਾਨਾ ਖੋਲਦਾ ਜਾਏਗਾ ਔਰ ਸਾਡੀ ਆਨੰਦ ਦੀ ਉਹ ਅਵਸਥਾ ਜਿਹੜੀ ਆ ਬਣਦੀ ਜਾਊਗੀ। ਹਾਂਜੀ ਗੁਰਮੁਖ ਪਿਆਰਿਓ, ਬਹੁਤ ਧੰਨਵਾਦ ਜੀ ਸਾਰੀ ਸੰਗਤ ਦਾ। ਅੱਜ ਸਾਡੀ ਕਲਾਸ ਦਾ ਸਮਾਂ ਇੱਥੇ ਹੀ ਖਤਮ ਹੁੰਦਾ ਹੈ ਜੀ। ਮਾਲਕ ਕਿਰਪਾ ਕਰਨ, ਅੱਗੇ ਤੋਂ ਸਾਨੂੰ ਸੋਝੀ ਤੇ ਸਮੱਤ ਬਖਸ਼ਣ, ਤਾਂ ਜੋ ਅਸੀਂ ਸੰਗਤ ਦੀ ਮਹੱਤਤਾ ਨੂੰ, ਨਾਮ ਦੀ ਮਹੱਤਤਾ ਨੂੰ, ਮਾਲਕ ਦੀ ਮਹੱਤਤਾ ਨੂੰ, ਪ੍ਰੇਮ ਦੀ ਮਹੱਤਤਾ ਨੂੰ ਜਾਣ ਪਾਈਏ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।